आई पाया गुर पूरे चरनी लाया। गुर पूरे चरनी लाया संगत आई पाया। पूरे चरनी लाया हर संगत आई पाया। संगत भाई पाया हर संगत भाई पाया। संगत भाई पाया हर संगत भाई पाया। संगत आई पाया हर संगत आई पाया। संगत आई पाया हर संगत आई पाया। आई पाया संगत आई पाया। संगत आई पाया हर संगत आई पाया। संगत आई पाया संगत आई पाया। संगत आई पाया हर संगत आई पाया। आई पाया संगत आई पाया। संगत आई पाया हर संगत आई पाया। गुर पूरे चरनी लाया हर संग सहाई पाया। जे जाइए तहाँ सुहेले कर कृपा प्रभ मेले। हर गुण गावो तदा तो पाई मन चिंदे तगले पल पावो जी के तंग तहाई। गुर पूरे चरनी लाया हर संगत भाई पाया। पूरे चरनी लाया हर संग सुहाई पाया। गुर पूरे चरनी गुर पूरे चरनी लाया संगत आई पाया। पूरे चरनी लाया हर संग सहाई पाया।
ਹਾਈ ਪਾਇਆ, ਸੰਗਤ ਹਾਈ ਪਾਇਆ, ਸੰਗਤ ਹਾਈ ਪਾਇਆ, ਹਰ ਸੰਗਤ ਹਾਈ ਪਾਇਆ। ਹਾਈ ਪਾਇਆ, ਸੰਗਤ ਹਾਈ ਪਾਇਆ, ਸੰਗਤ ਹਾਈ ਪਾਇਆ, ਹਰ ਸੰਗਤ ਹਾਈ ਪਾਇਆ। ਚਰਨੀ ਲਾਇਆ, ਸੰਗਤ ਹਾਈ ਪਾਇਆ, ਗੁਰਪੂਰੇ ਚਰਨੀ ਲਾਇਆ, ਹਰ ਸੰਗਤ ਹਾਈ ਪਾਇਆ। नारायण प्राण आधारा, हम संत जना रे नारा, पत तुप नीत कर लीने, कर कृपा हर जट दीने, पार ब्रह्म करे प्रतिपाला, सदजी संग रखवाला, हर दिन रैन कीर्तन गाई है, बहुड़ न जोनी पाई है, जित देवे पुरख विधाता, हरथ तिन ही जाता, जम कंकर नेड़ न आया, सुख नानक चरनी पाया। गुरपूरे चरनी लाया, हर संगत हाई पाया, पूरे चरनी लाया, संगत हाई पाया। पूरे चरनी लाया, हर संगत हाई पाया, पूरे चरनी लाया, हर संगत हाई पाया। संगत हाई पाया, संगत हाई पाया, संगत हाई पाया, संगत हाई पाया। संगत हाई पाया, संगत हाई पाया, संगत हाई पाया, और संगत हाई पाया। गुरपूरे चरनी लाया, संगत हाई पाया, पूरे चरनी लाया, हर संगत हाई पाया। परम सत्कार योग जुगो जुग अटल धन धन साहब श्री गुरु ग्रंथ महाराज जी की पावन पवित्र हजूरी च बैठी
ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ, ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਮਾਈ ਔਰ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓਂ ਨਿਤ ਰੋਜ਼ ਦੀ ਤਰ੍ਹਾਂ ਆਪੋ ਆਪਣੇ ਦੁਨਿਆਵੀ ਧੰਦੇ ਧੰਦਾਰਾਂ ਤੋਂ ਛੁਟਕਾਰਾ ਪਾ ਕਰਕੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੀਆਂ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਲਗਾ ਕੇ ਸਫਲਿਆਂ ਕਰਨ ਦੀ ਖੇਚਲਾ ਜਾਣੀ ਕਿਰਪਾਲਤਾ ਕਰ। ਤਾਂ ਤੇ ਆਓ ਥੋੜ੍ਹਾ ਜਿਹਾ ਸਮਾਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਾਈਏ, ਵਿਚਾਰ ਕਰੀਏ ਸੀ ਤੁਸੀਂ ਦੁਨੀਆ ਤੇ ਸੰਸਾਰ ਤੇ ਕੀ ਕਰਨ ਵਾਸਤੇ ਆਏ ਹਾਂ, ਕਰ ਕੀ ਰਹੇ ਹਾਂ, ਸਾਨੂੰ ਕਰਨਾ ਕੀ ਚਾਹੀਦਾ ਹੈ। ਸਤਸੰਗ ਸਾਡੀ ਜ਼ਿੰਦਗੀ ਦਾ ਮੁੱਖ ਮੰਤਵ, ਪ੍ਰਯੋਜਨ, ਉਦੇਸ਼ ਕਹਿ ਲਓ, ਏਮ ਆਫ ਲਾਈਫ ਕਹਿ ਲਓ। ਮਨੁੱਖਾ ਤਨ ਧਾਰਨ ਕਰਕੇ ਮਨੁੱਖਾ ਦੇ ਵਿੱਚ ਆ ਕਰਕੇ ਸਿਰਫ ਤੇ ਸਿਰਫ ਵਾਹਿਗੁਰੂ ਪਰਮੇਸ਼ਰ ਦੀ ਭਗਤੀ, ਪ੍ਰਭੂ ਸਿਮਰਨ ਹੈ, ਪ੍ਰਭੂ ਪ੍ਰਾਪਤੀ ਹੈ। ਬੰਦਾ ਦੁਨੀਆ ਤੇ ਆਇਆ ਹੀ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਹੈ। ਅਸੀਂ ਇੱਥੇ ਰਹਿਣ ਵਾਸਤੇ ਨਹੀਂ ਇਹ ਆਏ, ਇੱਥੇ ਬਹਿਣ ਵਾਸਤੇ ਨਹੀਂ ਆਏ, ਅਸੀਂ ਕੁਝ ਖੱਟਣ ਵਾਸਤੇ ਆਏ ਹਾਂ। ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ, ਇਹਾਂ ਖਾੜ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ। ਪਰ ਗੁਰੂ ਸਾਹਿਬ ਫਰਮਾਉਂਦੇ ਨੇ ਇਹ ਵਪਾਰ ਕੋ ਵਿਰਲਾ ਵਪਾਰ ਹੈ, ਕੋਈ ਵਿਰਲਾ ਹੀ ਇਸ ਦਾ ਵਪਾਰੀ ਹੈ। ਇਸ ਦੇ ਸਾਰੀ ਦੁਨੀਆ ਇਸ ਦੀ ਵਪਾਰੀ ਨਹੀਂ ਹੈ। ਬਨਾਸੀ ਜੀ ਨੂੰ ਕੋ ਦਾਤਾ ਸਿਮਰਤ ਸਮਲ ਕੋਈ, ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਸਾਧ ਸੰਗਤ ਜੀ ਬਿਰਲੇ ਬਿਰਲੇ ਜੀਓ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਜੀ ਨਾਮ ਦੇ ਵਪਾਰੀ, ਬਿਰਲੇ ਬਿਰਲੇ ਜੀ ਤੇਰੇ ਬਿਰਲੇ ਜੀ ਨਾਮ ਦੇ ਵਪਾਰੀ, ਬਿਰਲੇ ਬਿਰਲੇ ਜੀ ਤੇਰੇ ਨਾਮ ਦੇ ਵਪਾਰੀ। ਵਪਾਰੀ ਨਾਮ ਦੇ ਵਪਾਰੀ, ਨਾਮ ਦੇ ਵਪਾਰੀ ਤੇਰੇ ਨਾਮ ਦੇ ਵਪਾਰੀ। ਨਾਮ ਦੇ ਵਪਾਰੀ, ਨਾਮ ਦੇ ਵਪਾਰੀ, ਨਾਮ ਦੇ ਵਪਾਰੀ ਤੇਰੇ ਨਾਮ ਦੇ ਵਪਾਰੀ। ਬਿਰਲੇ ਜੀ ਨਾਮ ਦੇ ਵਪਾਰੀ, ਬਿਰਲੇ ਬਿਰਲੇ ਜੀ ਤੇਰੇ ਨਾਮ ਦੇ ਵਪਾਰੀ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ, ਨੇਤਰੀ ਸਤਿਗੁਰੂ ਦੇਖਣਾ, ਸਰਵਣੀ ਟੁਣਾ ਗੁਰੂ ਨਾਮ। ਸਤਿਗੁਰੂ ਤੇ ਤੀਰਤੀਆਂ ਦਰਕੇ ਪਾਈਏ, ਕਉ ਨਾਨਕ ਕਿਰਪਾ ਕਰੇ ਉਹ ਜਿਤ ਨੂੰ ਇਹ ਬਤ ਦੇ। ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਤ ਦੇ। ਜਗ ਮੈਂ ਉਤਮ ਕੇ
ਦੁਨੀਆ ਤੇ ਨਾਮ ਦੇ ਵਪਾਰੀ ਕੋਈ ਵਿਰਲੇ ਵਿਰਲੇ ਹਨ। ਗੁਰੂ ਕੀ ਸੰਗਤ ਸੰਸਾਰ ਦੇ ਵਿੱਚ ਸਭਨਾਂ ਨੂੰ ਪਤਾ ਕਿ ਇਨਸਾਨ ਨਾਮ ਜਪਣ ਵਾਸਤੇ ਆਇਆ, ਭਜਨ ਕਰਨ ਵਾਸਤੇ ਆਇਆ। ਏਕ ਓਂਕਾਰ ਤੋਂ ਲੈ ਕੇ 18 10 20 ਤੱਕ ਗੁਰਬਾਣੀ ਵਾਰ-ਵਾਰ ਦੁਹਾਈਆਂ ਦੇ ਰਹੀ, ਇਨਸਾਨ ਇਹ ਸਮਾਂ ਤੇਰੇ ਹੱਥੋਂ ਨਿਕਲ ਗਿਆ, ਦੁਬਾਰਾ ਤੈਨੂੰ ਪ੍ਰਾਪਤ ਨਹੀਂ ਹੋਣਾ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਥਾਂ ਥਾਂ ਤੇ ਐਸਾ ਦੱਸਣਾ ਕੀਤਾ ਸਤਸੰਗ ਜੀ। ਅੱਜ ਤੋਂ ਕਰੀਬ 550 ਸਾਲ ਪਹਿਲਾਂ ਨਿਰੰਕਾਰ ਨੇ, ਪਰਮੇਸ਼ਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕਰਕੇ 9 ਖੰਡ ਧਰਤੀ 7 ਦੀਪਾਂ ਦਾ ਚੱਕਰ ਲਗਾਇਆ। ਕਦੇ ਰਾਜਿਆਂ ਦੇ, ਕਦੇ ਰਾਣਿਆਂ ਦੇ, ਕਦੇ ਅਮੀਰਾਂ ਦੇ, ਕਦੇ ਗਰੀਬਾਂ ਦੇ ਘਰੇ ਜਾ ਕੇ ਪਰਮੇਸ਼ਰ ਤੋਂ ਭੁੱਲੀਆਂ, ਪਰਮੇਸ਼ਰ ਤੋਂ ਵਿਛੜੀਆਂ ਰੂਹਾਂ ਨੂੰ ਪਰਮੇਸ਼ਰ ਚਰਨਾਂ ਨਾਲ ਜੋੜਿਆ। ਸਤਸੰਗ ਆਪ ਜੀ ਦਾ ਪ੍ਰਯੋਜਨ ਹੀ ਸੰਸਾਰ ਦਾ ਉਧਾਰ ਕਰਨਾ ਸੀ। ਗੁਰੂ ਇੱਕ ਰਿਹਾ। ਗੁਰੂ ਨਾਨਕ ਜੀ ਤੋਂ ਲਾ ਕੇ 10ਵੇਂ ਪਾਤਸ਼ਾਹ ਜੀ ਤੱਕ ਸਾਡੇ ਸਤਿਗੁਰੂ ਪਾਤਸ਼ਾਹ ਜੀ ਦੇ ਯਾਮੇ ਭਾਵੇਂ 10 ਸਨ, ਪਰ ਗੁਰੂ ਕੀ ਸੰਗਤ ਇੱਕ ਨਿਰੰਕਾਰ ਦੀ ਜੋਤ ਨੇ 10 ਸਰੂਪਾਂ ਦੇ ਵਿੱਚ ਵਿਚਰ ਕੇ ਸੰਸਾਰ ਦਾ ਉਧਾਰ ਕੀਤਾ। ਗੁਰੂ ਨਾਨਕ ਤੋਂ ਲਾ ਕੇ 10ਵੇਂ ਪਾਤਸ਼ਾਹ ਤੱਕ ਇੱਕ ਨਿਰੰਕਾਰ ਦੀ ਜੋਤ ਨੇ 10 ਸਰੂਪਾਂ ਦੇ ਵਿੱਚ ਵਿਚਰ ਕੇ ਸੰਸਾਰ ਦਾ ਉਧਾਰ ਕੀਤਾ। ਸਤਿਸੰਗ ਗੁਰੂ ਇੱਕ ਰਿਹਾ। 9 ਸਰੂਪਾਂ ਦੇ ਵਿੱਚ ਤਾਂ ਗੁਰੂ ਸਿੱਖ ਰੂਪ ਹੋ ਕੇ ਵਿਚਰਿਆ। ਕਹੋ ਵਾਹਿਗੁਰੂ। ਬਾਬਾ ਲਹਿਣਾ ਜੀ ਗੁਰੂ ਨਾਨਕ ਜੀ ਦੇ ਚਰਨੀ ਲੱਗੇ, ਸਿੱਖ ਹੋ ਕੇ ਲੱਗੇ, ਪਰ ਗੱਲ ਕਿੱਥੇ ਜਾ ਕੇ ਨਿਬੜੀ? ਸੇਵਾ ਕਰਦੇ ਕਰਦੇ ਲਹਿਣਾ ਨਾ ਰਿਹਾ, ਸਗੋਂ ਗੁਰੂ ਨਾਨਕ ਦਾ ਰੂਪ ਬਣ ਗਿਆ। ਸੇਵਾ ਕਰਦੇ ਕਰਦੇ ਭਗਤੀ ਦੋ ਤੋਂ ਸ਼ੁਰੂ ਹੁੰਦੀ, ਭਗਤ ਭਗਵਾਨ ਤੋਂ, ਮਰੀਦ ਮੁਰਸ਼ਿਦ ਤੋਂ, ਸਿੱਖ ਗੁਰੂ ਤੋਂ। ਭਗਤੀ ਕਰਦੇ ਕਰਦੇ ਭਗਤ ਨੇ ਭਗਵਾਨ ਦਾ, ਮਰੀਦ ਨੇ ਮੁਰਸ਼ਿਦ ਦਾ। ਅਸੀਂ ਗੁਰੂ ਕਹਿ ਦਿੰਦੇ ਹਾਂ, ਇਸਲਾਮੀ ਮਤ ਦੇ ਲੋਕ ਮੁਰਸ਼ਿਦ ਕਹਿ ਦਿੰਦੇ ਨੇ, ਅਸੀਂ ਸਿੱਖ ਕਹਿ ਦਿੰਦੇ ਹਾਂ, ਉਹ ਮਰੀਦ ਕਹਿ ਦਿੰਦੇ ਨੇ। ਭਗਤੀ ਕਰਦੇ ਕਰਦੇ ਭਗਤ ਨੇ ਭਗਵਾਨ ਦਾ, ਮਰੀਦ ਨੇ ਮੁਰਸ਼ਿਦ ਦਾ, ਸਿੱਖ ਨੇ ਗੁਰੂ ਦਾ ਰੂਪ ਹੋ ਜਾਣਾ। ਸੱਸ ਪਾਣੀ ਦੀ ਬੂੰਦ ਸਮੁੰਦਰ ਤੋਂ ਜੁਦਾ ਹੋਈ, ਇਹਨੇ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਹੋਣਾ। ਸਿੱਖ ਗੁਰੂ ਤੋਂ ਵਿਛੜਿਆ, ਇਹਨੇ ਗੁਰੂ ਦੇ ਵਿੱਚ ਮਿਲ ਕੇ ਗੁਰੂ ਦਾ ਰੂਪ ਹੋ ਜਾਣਾ ਹੈ। 9 ਸਰੂਪਾਂ ਦੇ ਵਿੱਚ ਤਾਂ ਗੁਰੂ ਸਾਧ ਸੰਗਤ ਜੀ ਸਿੱਖ ਰੂਪ ਹੋ ਕੇ ਵਿਚਰਿਆ। ਰੋਜ਼ ਪੜ੍ਹਦੇ ਨਾ, ਤੂੰ ਆਪੇ ਠਾਕਰ ਆਪੇ ਸੇਵਕ, ਕਿਆ ਨਾਨਕ ਜੰਤ ਵਿਚਾਰਾ। ਰੋਜ਼ ਪੜ੍ਹਦੇ ਆ, ਨਾਨਕ ਜੰਤ ਵਿਚਾਰਾ ਜੀ, ਕਿਆ ਏ ਜੰਤ ਵਿਚਾਰਾ ਜੀ, ਕਿਆ ਏ ਜੰਤ ਵਿਚਾਰਾ। ਕਿਆ ਏ ਜੰਤ ਵਿਚਾਰਾ ਜੀ, ਕਿਆ ਏ ਜੰਤ ਵਿਚਾਰਾ ਜੀ, ਕਿਆ ਏ ਜੰਤ ਵਿਚਾਰਾ ਜੀ। ਆਪੇ ਠਾकुर आपे सेवक, आपे ठाकुर आपे सेवक, आपे ठाकुर आपे। आपे ठाकुर आपे सेवक, आपे ठाकुर आपे सेवक। आपे ठाकुर आपे सेवक, आपे ठाकुर आपे सेवक। क्या है जंत विचारा, क्या है जंत विचारा जी, क्या है जंत विचारा जी। 9 ਸਰੂਪਾਂ ਦੇ ਵਿੱਚ ਗੁਰੂ ਸਿੱਖ ਰੂਪ ਹੋ ਕੇ ਵਿਚਰਿਆ। ਜਰਾ ਧਿਆਨ ਦੇਣਾ ਪਵੇਗਾ। ਅੱਜ ਤੋਂ ਕਰੀਬ 700-550 ਸਾਲ ਪਹਿਲਾਂ ਪਰਮੇਸ਼ਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕੀਤਾ। ਪਰਮੇਸ਼ਰ ਦੇ 2 ਹੀ ਸਰੂਪ ਨੇ, ਇੱਕ ਸਰਗੁਣ, ਦੂਜਾ ਨਿਰਗੁਣ। ਸਾਧ ਸੰਗਤ ਜੀ, ਗੁਰੂ ਦਾ ਨਿਰਗੁਣ ਸਰੂਪ ਪਰਮੇਸ਼ਰ ਹੈ, ਮਾਫ ਕਰਨਾ ਗੁਰੂ ਦਾ ਸਾਧ ਸੰਗਤ ਜੀ ਨਿਰਗੁਣ ਸਰੂਪ ਪਰਮੇਸ਼ਰ ਹੈ, ਪਰਮੇਸ਼ਰ ਦਾ ਸਰਗੁਣ ਸਰੂਪ ਗੁਰੂ ਹੈ। ਗੁਰੂ ਪਰਮੇਸ਼ਰ 2 ਨਹੀਂ ਹਨ, ਗੁਰ ਪਰਮੇਸ਼ਰ ਇੱਕੋ ਜਾਣ। ਜਿਵੇਂ ਬਰਫ਼ ਹੈ ਜਿਹੜੀ, ਉਹ ਬਰਫ਼ ਵੀ ਹੈ, ਪਾਣੀ ਵੀ ਹੈ, ਪਾਣੀ ਤੋਂ ਬਰਫ਼, ਬਰਫ਼ ਤੋਂ ਪਾਣੀ। ਬਰਫ਼ ਪਾਣੀ ਇੱਕ ਚੀਜ਼ ਦੇ 2 ਨਾਂ ਹਨ। ਬਰਫ਼ ਪਾਣੀ ਜੰਮ ਜਾਏ ਤਾਂ ਬਰਫ਼ ਹੈ। ਸਾਧ ਸੰਗਤ ਜੀ, ਜੇ ਪਿੰਗਲ ਜਾਏ ਤਾਂ ਸਾਧ ਸੰਗ ਬਰਫ਼ ਪਿੰਗਲ ਜਾਏ, ਉਹ ਪਾਣੀ ਬਣ ਜਾਂਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਜਦੋਂ ਸੰਸਾਰ ਦੇ ਭਲੇ ਵਾਸਤੇ ਆਉਂਦਾ, ਉਦੋਂ ਗੁਰੂ ਹੈ। ਮੇਰਾ ਨਿਰੰਕਾਰ ਨੇ ਨਾਨਕ ਦਾ ਰੂਪ ਤਾਰਿਆ, ਮੇਰੇ ਨਿਰੰਕਾਰ ਨੇ ਨਾਨਕ ਦਾ ਰੂਪ ਤਾਰਿਆ, ਮੇਰੇ ਨਿਰੰਕਾਰ ਨੇ।
रूप तारिया तेरे निरंकार ने, नानक दा रूप तारिया तेरे निरंकार ने। नानक दा रूप तारिया, नानक दा रूप तारिया, नानक दा रूप तारिया, नानक दा। नानक दा रूप तारिया, नानक दा रूप तारिया, नानक दा। निरंकार ने, नानक दा रूप तारिया मेरे निरंकार ने, नानक दा रूप तारिया मेरे निरंकार। नानक आप नरैण कला धर जग में परवरियो, सासं सरगुण निर्गुण निरंकार। सरगुण जिहड़ा इन्हां अखां नूं नज़र आउंदा, निर्गुण जिहड़ा इन्हां अखां तों परे है, इन्हां अखां नूं नज़र नहीं आउंदा। सरगुण निर्गुण निरंकार सुन समाधि आप अपने किया नानका आपे ही फिर जाप। जिवें बीज है, रुख तो बिना बीज नहीं, बीज तो बिना रुख नहीं, रुख बीज रुख बीज, रुख तो बिना बीज नहीं, निर्गुण तो बिना सरगुण नहीं, सरगुण निर्गुण निरंकार, निर्गुण तो सरगुण, सरगुण तो निर्गुण। माफ करना परमेश्वर दे दो ही स्वरूप ने, 10 माफ करना गुरु की संग, एक निरंकार दी जोत जो निर्गुण तो सरगुण होई सी, भाव निर्गुण तो गुरु नानक रूप विच होई। उस निर्गुण निरंकार दी जोत ने 10 स्वरूपां दे विच विचर के संसार दा उद्धार कीता। सुखनी साहब दस्सिया ना, रूप निरंकार दे सरगुण ते निर्गुण दोवें, रूप निरंकार दे सरगुण ते निर्गुण दोवें, रूप निरंकार। निरंकार दे सरगुण ते निर्गुण दोवें, रूप निरंकार दे सरगुण ते निर्गुण दोवें। सरगुण ते निर्गुण दोवें, सरगुण ते निर्गुण दोवें, सरगुण ते निर्गुण। सरगुण ते निर्गुण दोवें, सरगुण ते निर्गुण दोवें, सरगुण ते। निरंकार दे सरगुण ते निर्गुण दोवें, रूप निरंकार दे सरगुण ते निर्गुण दोवें। सरगुण निर्गुण निरंकार संत मति आप आपन किया नानका आपे ही पुरजा। परमेश्वर ने निर्गुण तो सरगुण स्वरूप विच विचर के संसार दा उद्धार कीता। जे कौडे राक्षस दा उद्धार कीता, भूमिए चोर दा, सज्जन ठग दा, जे गुरु बाबे ने उद्धार कीता सरगुण स्वरूप दे विच कीता। साध संगत जे निर्गुण स्वरूप दे विच संसार दा उद्धार हो जाना हुंदा, परमेश्वर नूं कदे भी सरगुण स्वरूप विच ना आउणा हुंदा। रूप ना रंग ना रेख के त्रिगुण ते प्रभिन्न, तिसे बजाए नानका जिस होवै सो प्रसन्न। सरगुण विच आके परमेश्वर ने माफ करना, सरगुण विच आके परमेश्वर दा असली रूप ही
गुरु की संगत निर्गुण स्वरूप है, जदों कि हर समय निर्गुण विच रहिंदा, सरगुण विच तां जदों भी आया संसार दे भले वास्ते आया। जरा ध्यान देना पवेगा, गुरु की संगत सरगुण तू निर्गुण तू सरगुण होके गल सासन निर्गुण दी कीती। जिवें 10वें पातशाह फरमाउंदे ने, चक्कर चिन्ह अर वर्ण जात अर पात नहन जे रूप रंग अरेख भेकू कह न सकत के अचल मूर्त अनुभव प्रकाश अमतोज कहीजै कोट इंद्र इंद्रां साहो सहान गनीजा। कलगीधर पातशाह इउं बयान करदे हन निर्गुण स्वरूप नूं, परमेश्वर दे निर्गुण स्वरूप नूं इउं बयान कीता। चक्कर चिन्ह वर्ण रूप तेरा ए लखिया न जावे वाहिगुरू, लखिया न जावे वाहिगुरू, चक्कर चिन्ह अपराधारू। रूप तेरा रूप तेरा लखिया न जावे वाहिगुरू जी, चक्कर जहन आरन रूप लखिया न जावे वाहिगुरू, चक्कर जहन आरन रूप। मेरा प्यार है लखिया न जावे वाहिगुरू जी, बाबा बाबा लखिया न जावे वाहिगुरू मेरे। बाबा बाबा लखिया न जावे वाहिगुरू जी, बाबा बाबा लखिया न जावे वाहिगुरू। चक्कर चिन्ह वर्ण रूप तेरा, चक्कर चिन्ह वर्ण रूप तेरा, चिन्ह वर्ण रूप तेरा। वर्ण रूप तेरा, चक्कर चिन्ह वर्ण रूप तेरा। वर्ण रूप तेरा लखिया नहीं जांदा वाहिगुरू, चिन्ह वर्ण रूप लखिया न जावे वाहिगुरू, चक्कर जहना बराना रूप। जी हाँ, वैगुरु रूप रंग रेख से न्यारा है, ओदा रूप नहीं, रेख नहीं, रंग नहीं, माफ करना चेहन नहीं, जात नहीं, वर्ण नहीं। गुरु की संगत फिर सारियां दे विच बैठा हुआ है। सब में जोत जोत है, सोए तिस दे चानन सब में चानन होए। जिवें सूरज दीयां किरणां सूरज दे नाल जुड़ियां ने, कोई भी सूरज दी किरण सूरज तो जुदा नहीं। जिवें सूरज निकलदा ओदियां किरणां ओदे नाल निकल पैंदियां, सूरज छिप जांदा अस्त हो जांदा, किरणां भी नाल अस्त हो जांदियां ने। जिवें हर किरण जिहड़ी ਉਹ ਸੂਰਜ ਦੇ ਨਾਲ ਜੁੜੀ, ਸੂਰਜ ਤੋਂ ਨਿਕਲਦੀ ਹੈ, ਮਾਫ ਕਰਨਾ ਸੂਰਜ ਤੋਂ ਵੱਖ ਨਹੀਂ ਹੈ। ਇਵੇਂ ਹਰ ਜੀਵ ਕੀੜੀ ਤੋਂ ਲੈ ਕੇ ਬਰਮਾ ਤੱਕ ਸਾਰੇ ਦੇ ਸਾਰੇ ਪਰਮੇਸ਼ਰ ਤੋਂ ਵੱਖ ਨਹੀਂ ਹੈ। ਤਦੇ ਕਹਿ ਸਭ ਮੈਂ ਜੋਤ ਜੋਤ ਹੈ, ਸੋਏ ਤਿਸ ਦਾ ਚਾਨਣ ਸਭ ਮੈਂ
ਚਾਨਣ ਹੋਏ ਉਹ ਵਾਹਿਗੁਰੂ ਅੰਤਰਜਾਮੀ ਸਾਰਿਆਂ ਦੇ ਵਿੱਚ ਹੈ। ਰੂਪ ਰੰਗ ਰੇਖ ਸੇ ਨਿਆਰਾ ਹੈ। ਗੁਰੂ ਕੀ ਸੰਗ ਇੱਕ ਕੋਈ ਬਹੁਤ ਵੱਡਾ ਵਿਦਵਾਨ ਸੀ। ਸਾਸ ਦੁਨਿਆਵੀ ਪੜ੍ਹਾਈ ਤੇ ਰੱਬ ਦੀ ਪੜ੍ਹਾਈ ਚ ਜਿਵੇਂ ਅਸਮਾਨ ਦਾ ਫਰਕ ਹੈ। ਸੁਣ ਵੱਡਾ ਆਖੇ ਸਭ ਕੋਈ ਅੰਨੇ ਸਜਾਖੇ ਵਾਲਾ ਫਰਕ ਹੈ। ਸਾਰੇ ਸੁਣ ਸੁਣ ਕੇ ਕਹੀ ਜਾਂਦੇ ਆ, ਸਾਰੇ ਕਹੀ ਜਾਂਦੇ ਕਰ ਮੇਰੇ ਵਰਗਾ ਕੀਰਤਨ ਕਰਨ ਵਾਲਾ ਕਹਿੰਦਾ, ਕੋਈ ਕਥਾ ਕਰਨ ਵਾਲਾ ਕਹਿੰਦਾ ਵਾਹਿਗੁਰੂ ਬਹੁਤ ਵੱਡਾ ਹੈ, ਵਾਹਿਗੁਰੂ ਬਹੁਤ ਵੱਡਾ, ਉਹ ਬੇਅੰਤ ਹੈ, ਉਹ ਬਹੁਤ ਬੇਅੰਤ, ਉਹ ਪਰੇ ਤੋਂ ਪਰੇ ਹੈ। ਪਰ ਵੇਖਿਆ ਤਾਂ ਨਹੀਂ। ਬਾਬਾ ਜੀ ਕਹਿੰਦੇ ਸੁਣ ਵੱਡਾ ਆਖੇ ਸਭ ਕੋਏ, ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ ਕਿਸੇ ਨੇ ਵੇਖਿਆ ਵੀ। ਸੁਣ ਵੱਡਾ ਆਖੇ ਸਭ ਕੋਏ, ਸੁਣ ਸੁਣ ਕੇ ਕਹੀ ਜਾਂਦੇ ਆ ਵਾਹਿਗੁਰੂ ਬਹੁਤ ਵੱਡਾ ਹੈ, ਉਹਦਾ ਕਿਸੇ ਨੇ ਅੰਤ ਨਹੀਂ ਪਾਇਆ, ਵੇਖਿਆ ਹੈ ਨਹੀਂ, ਵੇਖਿਆ ਹੈ ਨਹੀਂ ਕਹੀ ਜਾਂਦੇ। ਕਿਸੇ ਮਾਈ ਦਾ ਸੱਸ ਇਕਲੌਤਾ ਬੱਚਾ ਸੀ, ਉਹ ਬੱਚਾ ਮਰ ਗਿਆ, ਬੱਚਾ ਮਰ ਗਿਆ। ਗੁਰੂ ਕੀ ਸੰਗ ਆਪਾਂ ਦੇਖਦੇ ਹੀ ਨਿਤ ਰੋਜ਼ ਦੀ ਦੁਨੀਆ ਦੇ ਵਿੱਚ ਕਿਹਦਾ ਕੋਈ ਬੱਚਾ ਮਰ ਜੇ, ਰੱਬ ਨੇ ਸਾਡਾ ਬੱਚਾ ਮਾਰਤਾ। ਇਹ ਸਾਡੇ ਕਰਮਾਂ ਦੀ ਹੀ ਖੇਡ ਹੈ। ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਮ ਜਣਾ। ਉਹ ਮਾਈ ਲੋਕਾਂ ਨੂੰ ਕਹਿੰਦੀ ਫਿਰਦੀ ਰੱਬ ਜੈ ਖਾਣੇ ਨੇ ਮੇਰਾ ਪੁੱਤ ਮਾਰਤਾ, ਰੱਬ ਨੇ ਮੇਰਾ ਪੁੱਤ ਮਾਰਤਾ, ਰੱਬ ਜੈ ਖਾਣੇ ਨੇ ਮੇਰਾ ਪੁੱਤ ਮਾਰਤਾ। ਰੱਬ ਮਿਲੇ ਤਾਂ ਭਲਾ ਮੈਂ ਉਹਨੂੰ ਪੁੱਛਾਂ ਤਾਂ ਮੇਰਾ ਪੁੱਤ ਕਿਉਂ ਮਾਰਿਆ। ਲੋਕਾਂ ਨੂੰ ਪੁੱਛਦੀ ਵੀ ਰੱਬ ਰਹਿੰਦਾ ਕਿੱਥੇ। ਆਪਾਂ ਸਾਰੇ ਕਹਿੰਦੇ ਰੱਬ ਸਾਰਿਆਂ ਦੇ ਕਟਾਂ ਵਿੱਚ ਵੱਸਦਾ ਜੀ ਗੋਬਿੰਦ ਮੇਰਾ, ਗੋਬਿੰਦ ਮੇਰਾ ਕਟਾਂ ਵਿੱਚ। कट कट में हर जू बसै संतन के उपकार है भी ऐसा ही है। तद कबीर जी ने आख्या सी ना कि वाहिगुरू परमेश्वर तो बिना कोई दूसरा है नहीं, सब कटरामा बोले। कहते सारे एक वाहिगुरू बोलता है। कहते ने वाहिगुरू तो बिना कौन बोलता है भी ऐसा ही है। जब बंदा मर जाता अखा होंदियां ने, अखा दे हुंदे वेख नहीं सकता, पैर होंदे ने पैरां दे हुंदे चल नहीं सकता, हथ होंदे ने साध संगत दी हत्थां दे हुंदे कोई कम नहीं कर सकता, जबान होंदी जबान दे हुंदे कोई गुरु की संगत बोल नहीं सकता, मुकदी गल की कन होंदे ने कन्नां दे हुंदे सुन नहीं सकता। जिहड़ी सुनन वाली गल सी, जिहड़ी वाहिगुरू दी अंश सी वो निकल गई। तद कबीर जी ऐसा दसदे ने राम बोले राम बोले राम बोलदा सारियां कटां दे विच राम बोलदा, राम बोले राम बोले। राम बोले राम बोले राम बोलदा सारियां कटां दे विच राम बोलदा, ओ राम बोले राम बोले। राम बोले राम बोले राम बोलदा सारियां कटां दे विच राम बोलदा। एक वाहिगुरू तो बिना ना कोई है, ना कोई होया, ना कोई होएगा। खालसा जी सारियां दा आद मत अंत सिर्फ एक वाहिगुरू ही है। वाहिगुरू ओ हस्ती जिस तो परे कुछ भी नहीं। तदे क्या ना मन तो जो स्वरूप है अपना मूल पछाण। मन हर जी तेरे नाल है गुरमती हर रंग, मान ए शरीर जन्म तो पहला भी नहीं सी, साडा मरण तो बाद भी शरीर नहीं रहना। तदे गुरु जी कहते ने तू उस परिपूर्ण वाहिगुरू परमेश्वर दी अंश है। तू 5 5.5 फुट 6 फुट लंबा, ए हड मास दा बुत नहीं। तदे कबीर जी फरमाउंदे ने कहो कबीर ए राम की अंश, जस कागद पे मिटे ना मनस। साध संगत जी माफ करन ओ माई सुन सुन के सारे कही जाते वो बहुत वड्डा है। माफ करना सुन वड्डा आखे सो कोई केवड़ वड्डा कि किसी ने उस वड्डे नूं वेख्या भी है, केवड़ वड्डा डीठा है। गुरु की संग एक बहुत बड़ा विद्वान पंडित सी। एक गल नूं समझाउण लगे हां, कई कई दलीलां देणीआं पैंदियां हन। गुरु की संगत इन्हां अखां दे नाल तां आ दुनिया देख लांगे, पर वो जिहड़ा परमेश्वर है ना, नानक से अखियां बयान जिन्हां दे संदो मां पिरी, वो ब्रह्म ज्ञान का तीसरा नेत्र होर है, जिहदे नाल वाहिगुरू अंतरजामी दे दर्शन हुंदे हन।
कोई बहुत बड़ा विद्वान पंडित सी। साध संगत जी तदे क्या ना, सिमरत वेद पुराण पुकारण पोथियां, ना बिना सब कूड़ी गाली हो छियां। बड़े बड़े ग्रंथ पढ़े गुरु की संग, बड़ा किताबी ज्ञान सी। अन्ने सजाखे वाला फर्क है। विद्या साध संग किसी को किताबां पढ़ के किते रब मिले तो देख रहे पढ़ तदे हजूर फरमाउंदे ने, पढ़ पढ़ गड्डी लदीए, पढ़ पढ़ भरीए साथ। गुरु की संग बड़े ग्रंथ पढ़े, वेद शास्त्र पढ़े। पढ़ते 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 साध संग इन्हें शंका पैदा हो गया। कदों? जदों इन्हें साध संग एक गल पढ़ी कि वहरू रूप रंग रेख से न्यारा है, वहरू दा रूप नहीं, वहरू दा चक्कर नहीं, वहरू दा चिन्ह नहीं। ये मन च शंका पैदा हो गया, जिहड़ी चीज का रूप नहीं, रंग नहीं, चक्कर नहीं, चिन्ह नहीं, वो चीज हो नहीं सकती, वो वस्तु हो नहीं सकती। ये मन में शंका पैदा हो गया। गुरु की संगत बड़े बड़े विद्वान पुरुषों को मिलता, पुछदा बई वो जिहड़ी चीज जिहड़ी जिहदा रूप नहीं, रंग नहीं, चक्कर नहीं, चिन्ह नहीं, बर नहीं, वो चीज हो नहीं सकती। सत्संग इहो ਜਿਹੇ ਬੰਦਿਆਂ ਨੂੰ ਬਹੁਤੀਆਂ ਗੱਲਾਂ ਆਇਆ ਕਰਦੀਆਂ ਨੇ। सत्संग तदे तो अज क्रिटिसाइज का जमाना ना, अज युग किधर नहीं लंघ रहा। गुरु की संगत माफ करना, गुरु की संगत अज आप किहड़े पासे तुरे जा रहे हैं? जो विचार करके देखा जाए तो कोई कहता 3 पढ़ो, कोई कहता 5 बाणियां पढ़ो, कोई कहता 3 पढ़ो, कोई कहता मूल मंत्र गुर प्रसाद तक पढ़ो, कोई कहता माफ करना गुर प्रसाद तक मूल मंत्र है। पर साध संगत जी विचार करने वाली गल है। ये तो बंदे कहते हैं गुर प्रसाद तक पढ़ो, ये तो बंदे कहते हैं कि कोई कहता 3 पढ़ो। गुरु घर में हर चीज़ां 5 ने, 5 तख्त, 5 प्यारे, माफ करना गुरु की संग 5 बाणियां, हर चीज 5 प्यारे, 5 तख्त, 5 बाणियां। गुरु की संग हर चीज 5 से खत्म की है। 5 प्रवान, 5 प्रधान, 5 पावै दरगह मान। खैर रहो विचार। हुण कोई कहता ये 3 पढ़ो, कोई कहता गुर प्रसाद पर पढ़ो, पर गुरु की कहता साथ साथ सिमरो गोबिंद, मन अंतर की उतरै चिंत। गुरु तक कहता दम न बिरथा जाए जी, दम न बिरथा जाए जी, दम न बिरथा जाए जी। दम न बिरथा जाए, दम न बिरथा जाए जी, दम न बिरथा जाए। मालदा दम दम नाम मालदा, दम दम नाम माल। दम दम नाम मालदा, दम दम नाम मालदा। दम गुरता जाए, दम न बिरता जाए जी, दम न बिरता जाए। दम दम नाम संभालदा, दम न बिरथा जाए। हजूर फरमाउंदे ने आखां जे कहंदा ते जीवन, आखां जीवां विसरे मर जाओ, आखणे औखा साचा ना। बड़े बड़े वेद शास्त्र पढ़े, ग्रंथ पढ़े। गुरु की संगत मन च शंका पैदा हो गया। जदों ये गल पढ़ी कि वहरू रूप रंग रेख से न्यारा है, ओदा चक्कर नहीं, चिन्ह नहीं, रूप नहीं, रंग नहीं, रेख नहीं। गुरु की संग बहुत बड़े बड़े विद्वान पुरुषों को पुछदा फिरदा है। कोई साध संग अपनी पढ़ाई के मुताबिक ये कहता वो इस तरह, वो इस तरह, पर कोई गल करता वो गल कट दिंदा। किसी ने कहना कीता भी इंज कर, जे इस गल का सवाल, इस सवाल का जवाब पूछना किसी कमाई वाले महापुरुष के चरणों च जा। जिवें बाबा नानक सिंह जी किसी मौके बाबा ईश्वर सिंह नानकसर वाले वो दिल्ली च ठहरे ने। हिंदू मत के बहुत बड़े विद्वान पुरुष होए ने। स्वामी तुलसीदास, स्वामी गोस्वामी जी, माफ करना गोस्वामी जी बहुत बड़े विद्वान पुरुष होए ने। एक दिन कहते हैं स्वामी जी किसी का शंका वो निवृत्त कर सकता है जिहदा अपना शंका निवृत्त होया करे। कदे अन्ने नूं अन्ना अपना शंका स्मरण भजन करके निवृत्त होया होवे, कदे अन्ने नूं अन्ना राह नहीं विखा सकता। कदे साध संग जी अनपढ़ नूं अनपढ़ विद्या दान नहीं दे सकिया करता। तदे साध संग बाबा फरीद जी 36 साल की तपस्या तो बाद किते खूहां दे मणा ना उल्टा लटकदा, किते इहो जिहियां शक्तियां आ गईयां। साध संग चिड़ियों मर जाओ, चिड़ियों जिउंदियां हो जाओ, पर रब दा घर दूर सी। रब्बी आवाज़ भी दसना कीता, जिन्हों अंग्रेजी च वाइस गार्ड कह देंदे ने, रब्बी आवाज़ कह लो, परमेश्वरी आवाज़ कह लो। आकाशवाणी हुई सी 36 साल की तपस्या के बाद बाबा फरीद जी नूं, फरीदा जे मैनू मिलना ना खूहां दे मणियां नाल उल्टे लटकिया तैनू मेरी प्राप्ति नहीं हो सकती। फरीदा जे मैनू मिलना धूने ताया तैनू मेरी प्राप्ति नहीं। फरीदा जे मैनू मिलना, मैनू मिलिया नूं मिल तैनू मिला देणगे।
ਤਦੇ ਕਿਹਾ ਨਾ ਕੋਈ ਜਨ ਹਰਸ਼ੋਂ ਦੇਵੈ ਜੋਰ ਚਰਨ ਕਹੋਂ ਬੱਕੋ ਸਭ ਰਸਨਾ ਦੀਜੈ ਪ੍ਰਾਣ ਅਕੋਰ। ਦੂਜੇ ਦਾ ਸ਼ੰਕਾ ਕਿਹੜਾ ਨਿਵਰਤ ਕਰੇਗਾ? ਖਾਲਸਾ ਜੀ ਜਿਹਦਾ ਆਪਣਾ ਸ਼ੰਕਾ ਸਿਮਰਨ ਭਜਨ ਕਰਕੇ ਨਿਵਰਤ ਹੋ ਗਿਆ ਹੋਵੇ। ਖੈਰ ਰਹੋ ਵਿਚਾਰ। ਉਹ ਗੋਸਵਾਮੀ ਜੀ गुरु की सुखनी साधी ए तुक पड़ी ब्रह्म ज्ञानी के भोजन ज्ञान ब्रह्म ज्ञानी के नहीं अवमान। ए तुक पड़ी स्वामी गोस्वामी जी होरा ने जब ए तुक पढ़ी ना मन शंका पैदा हो गया कि ब्रह्म ज्ञानी का भोजन ज्ञान भी ये तो गल को बनती नहीं है, ये गल बनती नहीं है। इस गल का कौन जवाब दे? हुण पढ़ाई तो है ब्रह्म ज्ञानी का भोजन ज्ञान, पढ़ाई तो है माफ करना सास, पढ़ाई तो है भी रोटी जरूर है, जरूरत है रोटी तो बिना गुजारा ही नहीं हो सकता। माफ करना कहते हैं कि गोस्वामी जी अपने सेवकों वगैरह चेलियां वगैरह लगे कहण भी आ सुखनी साधी बाणी दी तुक पढ़ी है क्योंकि ब्रह्म ज्ञानी के भोजन ज्ञान बई की ब्रह्म ज्ञानी रोटी नहीं खाता प्रसादा नहीं सकता। कहना किया भी इस गल का जवाब कौन देवे? उस मौके स्वामी जी होरां दे सेवकों ने कहना किया महाराज आप कृपा करो इस गल का जवाब किसी सिख मत के साधु के पास पूछो जाके। कहना किया भी ऐसा साधु केड़ा मिले? वो कुदरती पता करने ते पता लग्या ये नहीं संत बाबा ईशर सिंह नानकसर वाले दिल्ली च ठहरे हुए सी, सर्दी की रुत सी। सेवादारा ने कहना किया स्वामी जी होरां दे सेवकां ने कहना सेवादारा ने कहना किया स्वामी जी भी इत्थे बाबा नानक सिंह जी के सेवक संत बाबा ईशर सिंह जी नानकसर वाले इत्थे ठहरे हुए हैं, इंज करो आप उन्हां दे चरनां च चलीए, आप उन्हां दे चरनां च चलीए, उन्हां दे पास बेनती करके ते इह शंका उन्हां दे पास निवृत्त करवाईए। खैर गुरु की संग दूजे दिन महापुरुषों के चरणों पुजे। स्वामी जी बड़ी बहुत बड़े विद्वान सीगे। अगे संत बाबा ईशर सिंह नानकसर वाले महापुरख उस संगत में बैठे साध संबचन विलास हो रहे हैं। तो इधर स्वामी जी गए जो फतेह वगैरह जन सत श्री अकाल जो करना बनता सी बजुर्गों का सत्कार करना बनता वह किया। खैर स्वामी जी और महापुरुषों ने पास बिठा लिया, बचन विलास हो रहे थे। 8 बजे ने सवेर दे, सर्दी की रुत है, बाबा जी बचन करी जा रहे हैं, स्वामी जी बैठे ने भी हुण महापुरुष बचन करना बंद कर देने। तो हुण मैं पुछदा हुण बेनती करके पुछदा कि ब्रह्म ज्ञानी का भोजन ज्ञान ये गल मैं पुछदा भी भोजन ज्ञान किवें हो सकता। खैर सासम बाबा जी बचन करी गए करते करते 12 बज गए, महात्मा बचन करी जा रहे हैं। 1 बजे का समा हो गया, 2 बज गए, पर जो 4 बजे ना स्वामी जी लगे दिल च देखते हैं भी ये ना संतां ने कोई प्रसादा पानी नहीं छकिया, कोई जल पानी नहीं छकिया, बचन विलास करी जाते हैं माफ करना। उस मौके खैर बाबा जी होरां नूं स्वामी जी होरां बेनती की, बाबा जी संत कहने लगे की गल है स्वामी जी? आख्या बाबा जी असी 8 बजे आके तुहाडे चरणों च बैठे हाँ, कोई शंका निवृत्त करवाने वास्ते आए सी, आप बचन विलास करी जा रहे सी, देखिया कोई अणजल वगैरह नहीं छकिया, प्रसादा नहीं छकिया, कोई जल पानी वगैरह धारण नहीं किया, प्रसादा नहीं छकिया, कोई भोजन नहीं छकिया। संत बाबा ईशर सिंह लगे कहन स्वामी जी आप भोजन ही तो छक रहे हैं ना, यही पूछना चाहते ब्रह्म ज्ञानी का भोजन ज्ञान। खालसा जी जिसका अपना शंका निवृत्त होया है वह दूजे का शंका निवृत्त कर सकता है, होर नहीं कर सकिया करता कोई विवेकी पुरुष ही नहीं। तो साध संगत जी सबना ने छाला मारियां, सबना ने छाला मारियां, सबना ने छाला सबना ने छाला मारियां, सबना ने छाला मारियां, सबना ने छाला करता करत होए सबना ने छाला, सबना ने छाला मारियां, करता करत होए सबना ने जग नानका सच्चा वे करतो है, सबनी छाला मारियां करता करे तो होए। सारा संसार तुरिया कोई किसी तरीके नाल कोई किसी तरीके नाल, पर छाला मारियां गल नहीं बननी। जुगती फार्मूले तो बिना सवाल हल नहीं होया करता। जे फार्मूला गलत होवे सासों सवाल कढ़न की कोशिश कई बारी रट्टे ना करते हुंदे सी छोटे हुंदे। आपां भी देखी अज भी देखो जे रट्टे ना सवाल हल करने की कोशिश करिए खालसा जी नाले समा बर्बाद हो जाता है। सवाल पहली गल तो निकलता नहीं, जो फार्मूले तो बिना सवाल निकल भी जाए वो ठीक नहीं निकलिया करता, समा भी बर्बाद हो जाता है। गुरु की संगत और सवाल भी सही नहीं निकलिया करता। इस तरह सिमरन भजन दियां कुछ जुगतियां हैं। ओ खैर सत्संग किसी ने पंडित जी महाराज ने कहना किया, पंडित जी इस गल का जवाब कोई विवेकी पुरुष दे सकता है कि वहरू रूप रंग रेख से न्यारा है, माफ करना है। हुण पंडित जी तो इस गल मनण वास्ते तैयार नहीं है कि जिस चीज़ का रूप नहीं, रंग नहीं, रेख नहीं, चक्कर नहीं, चेन नहीं, वो हो नहीं सकती। खैर
ਕਹਿਣਾ ਕੀਤਾ ਕਿਸੇ ਵਿਵੇਕੀ ਪੁਰਸ਼ ਦੇ ਚਰਨਾਂ 'ਚ ਜਾਓ, ਕਮਾਈ ਵਾਲੇ ਮਹਾਤਮਾ ਦੇ ਚਰਨਾਂ 'ਚ ਜਾਓ। ਖੈਰ ਪੰਡਿਤ ਜੀ ਸਾਧ ਸੰਗਤ ਪਤਾ ਕੀਤਾ, ਅਮਕੇ ਅਮਕੇ ਥਾਂ ਤੇ ਕੋਈ ਮਹਾਤਮਾ ਰਹਿੰਦੇ ਨੇ, ਉਹਨਾਂ ਦੇ ਚਰਨਾਂ ਵਿੱਚ ਗਿਆ। ਗੁਰੂ ਕੀ ਸੰਗ ਕਰੋੜਾਂ ਮਣ ਕਿਤਾਬੀ ਗਿਆਨ ਦੇ ਨਾਲੋਂ ਸਿਮਰਨ ਦੀ ਇੱਕ ਰਤੀ ਚੰਗੀ ਹੈ। ਆਪਾਂ ਰੋਜ਼ ਪੜ੍ਹੀ ਜਾਂਦੇ ਅੰਮ੍ਰਿਤ ਵੇਲਾ ਸੱਚ ਨੋ, ਸੁੱਤੇ 11 ਵਜੇ ਉੱਠਦੇ ਹਾਂ, ਉਸ ਵੇਲੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ, ਅੰਮ੍ਰਿਤ ਵੇਲਾ ਸੱਚ ਨੋ। ਅੰਮ੍ਰਿਤ ਵੇਲਾ ਤਾਂ ਲੰਘ ਗਿਆ, ਅੰਮ੍ਰਿਤ ਵੇਲਾ ਤਾਂ ਲੰਘ ਗਿਆ। ਅੰਮ੍ਰਿਤ ਵੇਲਾ ਸੱਚ ਨੋ ਵਡਿਆਈ ਵਿਚਾਰ, ਅੰਮ੍ਰਿਤ ਵੇਲਾ ਸਾਧ ਸੰਗਤ ਜੀ ਕਹਿਣਾ, ਅੰਮ੍ਰਿਤ ਵੇਲਾ ਕਹਿਣਾ ਸਬਰੀ ਕਰ ਦੋ, ਅੰਮ੍ਰਿਤ ਵੇਲਾ ਸੱਚ ਨੋ। ਜੇ ਅੰਮ੍ਰਿਤ ਵੇਲੇ ਜਾਗੇ ਨਹੀਂ ਤਾਂ ਸਾਸੋਂ ਸਾਡੀ ਕਥਨੀ, ਜੇ ਅੰਮ੍ਰਿਤ ਵੇਲੇ ਜਾਗਦੇ ਸਾਡੀ ਕਰਨੀ ਹੈ। ਰੋਜ਼ ਪੜ੍ਹਦੇ ਹਾਂ ਸਾਧ ਸੰਗਤ ਜੀ, ਰੋਜ਼ ਪੜ੍ਹਦੇ ਵਿੱਚ ਦੁਨੀਆ ਸੇਵ ਕਮਾਈਏ, ਤੰਦਰ ਕੇ ਬੈਸਣ ਪਾਈਏ। ਸਾਧ ਸੰਗ ਆ ਕੁਫਰੀ ਪੈਂਦਾ ਸ਼ਿਮਲੇ ਦੇ ਇਲਾਕੇ ਵਿੱਚ। ਬਾਬਾ ਨੰਦ ਸਿੰਘ ਜੀ ਇੱਕ ਸਮੇਂ ਸੰਤ ਸਮਾਗਮ ਰੱਖ ਦਿੱਤਾ, ਬੜੇ ਬੜੇ ਰਾਗੀ ਆਏ ਉੱਥੇ ਸਾਧ ਸੰਗਤ ਜੀ, ਬੜੇ ਬੜੇ ਰਾਗੀ ਆਏ ਸੰਤ ਸਮਾਗਮ ਦੇ ਵਿੱਚ, ਬੜੇ ਬੜੇ ਚੰਗੇ ਕੀਰਤਨੀ ਆਏ, ਗੁਰੂ ਘਰ ਦੇ ਕੀਰਤਨੀ। ਜਦ ਸਾਧ ਸੰਗ ਆ ਕੁਫਰੀ ਬਹੁਤ ਉੱਚੀ ਤੇ ਉੱਚੀ ਪਹਾੜੀ ਪੈਂਦੀ ਹੈ, ਉੱਥੇ ਗੁਰੂ ਕੀ ਸੰਗ ਇੱਕ ਰਾਗੀ ਸਿੰਘ ਨੇ ਸ਼ਬਦ ਸ਼ੁਰੂ ਕਰ ਦਿੱਤਾ, ਪੱਖਾ ਫੇਰੀ ਪਾਣੀ ਢੋਮਾ। ਸਾਧ ਸੰਗ ਆਪਾਂ ਰੋਜ਼ ਪੜ੍ਹਦੇ, ਜਦ ਇਹ ਸ਼ਬਦ ਪੜ੍ਹਨਾ ਸ਼ੁਰੂ ਕੀਤਾ ਤਾਂ ਬਾਬਾ ਨੰਦ ਸਿੰਘ ਨੇ ਆਖਿਆ ਕੀਰਤਨ ਬੰਦ ਕਰ। ਰਾਗੀ ਸਿੰਘ ਨੇ ਸੋਚਿਆ ਵੀ ਸ਼ਾਇਦ ਕੋਈ ਗਲਤੀ ਹੋ ਗਈ, ਬਾਬਾ ਕਹਿੰਦੇ ਕੀਰਤਨ ਬੰਦ ਕਰੋ। ਉਹਨੇ ਆਖਿਆ ਬਾਬਾ ਜੀ, ਬਾਬਾ ਜੀ, ਬਾਬਾ ਕਹਿੰਦੇ ਕੀਰਤਨ ਬੰਦ ਕਰੋ। ਫਿਰ ਸਾਧ ਸੰਗ ਜੀ ਮਾਫ ਕਰਨਾ, ਪੜ੍ਹਨਾ ਸ਼ੁਰੂ ਕੀਤਾ। ਬਾਬਾ ਕਹਿੰਦੇ ਬੰਦ ਕਰੋ। ਦੇਖਣਾ ਜਰਾ ਕਿੰਨਾ ਧਿਆਨ, ਕਿੰਨਾ ਜ਼ੋਰ ਦਿੰਦੇ ਸੀ ਮਹਾਂਪੁਰਸ਼ ਕਰਨੀ ਤੇ। ਖਾਲਸਾ ਜੀ ਉਹ ਖੈਰ ਕੀਰਤਨ ਬੰਦ ਕਰਵਾਤਾ। ਉਹ ਲੱਗੇ ਕਹਿਣ ਬਾਬਾ ਜੀ ਕੋਈ ਗਲਤੀ ਹੋ ਗਈ। ਸੰਤ ਕਹਿੰਦੇ ਨੇ ਪੱਖਾ ਕਦੀ ਫੇਰਿਆ, ਕਦੀ ਪਾਣੀ ਢੋਇਆ, ਕਦੀ ਪਾਣੀ ਢੋਇਆ, ਕਦੀ ਪੱਖਾ ਫੇਰਿਆ, ਮਾਫ ਕਰਨਾ ਗੁਰੂ ਕੀ ਸੰਗਤ। ਆਖਿਆ ਜੀ ਨਹੀਂ। ਸੰਤ ਕਹਿੰਦੇ ਫੇਰ ਜੇ ਪੱਖਾ ਨਹੀਂ ਫੇਰਿਆ, ਪਾਣੀ ਨਹੀਂ ਢੋਇਆ, ਇਹ ਸ਼ਬਦ ਪੜ੍ਹਨਾ ਸ਼ੁਰੂ ਕਰਤਾ। ਉਸ ਮੌਕੇ ਬਾਬਾ ਕਹਿੰਦੇ ਸ਼ਬਦ ਬੰਦ ਕਰੋ। ਖੈਰ ਪਹਾੜੀ ਸੀ, ਸਾਸੋਂ ਬਹੁਤ ਉੱਚੀ, ਉਤੋਂ ਥੱਲੇ ਉਤਰੇ ਟਾਈਮ ਲੱਗ ਜਾਣਾ ਸੀ, ਬਹੁਤ ਉੱਚੀ ਉਚਾਈ ਤੇ ਪਹਾੜੀ ਸੀ, ਸਾਸੋਂ ਥੱਲੇ ਉਤਰੇ। ਇੱਕ ਪੀਪਾ ਪਾਣੀ ਦਾ ਭਰ ਲਿਆ। ਹੁਣ ਪਾਣੀ ਉੱਪਰ ਲਿਜਾਣਾ ਸਾਸੋਂ ਬੜਾ ਔਖਾ ਸੀ, ਕਦੇ ਕੋਈ ਚੱਕਦਾ, ਕਦੀ ਕੋਈ ਚੁੱਕਦਾ। ਇਹ 2 ਬਾਜਿਆਂ ਵਾਲੇ ਨੇ, ਇੱਕ ਤਬਲੇ ਵਾਲਾ। ਖੈਰ ਗੁਰੂ ਕੀ ਸੰਗਤ ਜਦੋਂ ਉਹ ਪਾਣੀ ਲੈ ਕੇ ਉੱਪਰ ਪੁੱਜੇ, ਅੱਗੇ ਕੀਰਤਨ ਦੀ ਸਮਾਪਤੀ ਹੋ ਚੁੱਕੀ ਸੀ। ਬਾਬਾ ਨੰਦ ਸਿੰਘ ਜੀ ਅਰਦਾਸ ਲੱਗੀ ਸੀ। ਹੁਣ ਅਰਦਾਸੀ ਸਿੰਘ ਨੂੰ ਕਹਿੰਦੇ ਠਹਿਰ ਬਾਈ, ਠਹਿਰ ਬਾਈ, ਠਹਿਰ ਬਾਈ, ਅਰਦਾਸ ਨਾ ਕਰੀ। ਅਰਦਾਸ ਹੋਣ ਦਾ ਸਮਾਂ ਹੋਣ ਵਾਲਾ ਸੀ, ਅਰਦਾਸ ਹੋਣ ਵਾਲੀ ਸੀ। ਆਖਿਆ ਠਹਿਰ ਬਈ। ਖੈਰ ਅਰਦਾਸੀਆ ਰੁਕ ਗਿਆ। ਜਦੋਂ ਇਹ ਤਿੰਨੇ ਪੁੱਜੇ, ਪਾਣੀ ਦਾ ਪੀਪਾ ਗੁਰੂ ਕੀ ਪਹਾੜੀ ਤੇ ਲੈ ਕੇ ਪੁੱਜੇ, ਉਸ ਮੌਕੇ ਬਾਬਾ ਨੰਦ ਸਿੰਘ ਜੀ ਲੱਗੇ ਕਹਿਣ ਪ੍ਰੇਮੀਓ ਇੰਜ ਕਰੋ, ਬੜੇ ਖੁਸ਼ ਹੋਏ। ਆਖਿਆ ਇੰਜ ਕਰੋ ਹੁਣ ਸ਼ਬਦ ਪੜੋ। ਉਹਨਾਂ ਦੇ ਸਿਰ ਤੇ ਪਾਣੀ ਦਾ ਪੀਪਾ ਵੇਖ ਕੇ ਮਹਾਂਪੁਰਖ ਲੱਗੇ ਕਹਿਣ ਭਾਈ ਇੱਕ ਸ਼ਬਦ ਪੜਨ ਜੋਗੇ ਤਾਂ ਹੋ ਗਿਆ, ਘੱਟੋ ਘੱਟ ਇਹ ਤਾਂ ਸ਼ਬਦ ਪੜਨ ਜੋਗੇ ਹੋ ਗਏ ਕਿ ਮਾਫ ਕਰਨਾ ਗੁਰੂ ਕੀ ਸੰਗਤ, ਪਾਣੀ ਪੱਖਾ ਪੀਸ ਸੇਵਕ ਹੈ ਤਾਂ ਹੋਤ ਨਿਹਾਲ। ਇਹ ਸ਼ਬਦ ਪੜਨ ਵਾਲੇ ਤਾਂ ਹੋ ਗਏ। ਐ ਕਰ ਹੁਣ ਕੀਰਤਨ ਸ਼ੁਰੂ ਕਰੋ। ਮਹਾਂਪੁਰਖ ਪਹਿਲਾਂ ਆਪ ਜਾਗਦੇ ਨੇ, ਆਪਣਾ ਕੀਤਾ ਹੁੰਦਾ, ਪਹਿਲਾ ਮਨ ਪ੍ਰਬੁੱਧ ਆਪਣਾ, ਫਿਰ ਅਵਰਾਂ ਕਰੇ ਵਿਚਾਰ। ਨਹੀਂ ਤੇ ਕਬੀਰ ਜੀ ਫਰਮਾਉਂਦੇ ਨੇ ਅਵਰਨ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਸ ਬਰਾਨੀ ਰੱਖਤੇ ਖਾਇਆ ਕਰ ਕਾ ਖੇਤ। ਦੂਜੇ ਨੂੰ ਉਪਦੇਸ਼ ਦੇਣਾ ਅੰਮ੍ਰਿਤ ਵੇਲੇ ਜਾਗੋ, ਦੂਜੇ ਨੂੰ ਕਹਿਣਾ ਨਿਤਨੇਮ ਕਰੋ, ਦੂਜੇ ਨੂੰ ਕਹਿਣਾ ਸਿਮਰਨ ਕਰੋ, ਦੂਜੇ ਨੂੰ ਕਹਿਣਾ ਸੇਵਾ ਕਰੋ, ਆਪ ਕੁਛ ਨਾ ਕਰਨਾ। ਉਹਦਾ ਉਪਦੇਸ਼ ਕਦੇ ਕਾਟ ਨਹੀਂ ਕਰਿਆ ਕਰਦਾ। ਪੰਡਤ ਜੀ ਖੈਰ ਮਹਾਤਮਾ ਪੁਰਸ਼ਾਂ ਦੇ ਚਰਨਾਂ 'ਚ ਪੁੱਜੇ, ਜਾ ਕੇ ਨਮਸਕਾਰ ਤਾਂ ਕੀਤੀ। ਖੈਰ ਗੁਰੂ ਕੀ ਸੰਗਤ ਲਿਖ ਪੜਿਆ, ਐਵੇਂ ਨਹੀਂ ਸੀ ਕਿਹਾ ਲਿਖ ਪੜਿਆ ਤੇਤਾ ਕੜਿਆ ਬੋ ਤੀਰਥ ਭਵਿਆ ਤੇਤੋ ਲਵਿਆ ਬੋ ਭੇ ਕੀਆ ਦੇਹੀ ਦੁਖ ਦੀਆ ਸੋਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਦੂਜੇ ਪਾਇਆ ਬੁੱਧ ਪਾਇਆ ਬਸਤਰ ਨਾ ਪਹਿਰੇ ਐਨਸ ਕਹਿਰੇ ਮੋਨ ਵਗੁੱਤਾ ਕੋਈ ਜਾਗਿਆ ਗੁਰਬਿਨ ਸੁੱਤਾ। ਖੈਰ ਗੁਰੂ ਕੀ ਸੰਗਤਾਂ ਵੀ ਪੜਾਈ ਕੁਛ ਹੋਰ ਹੈ। ਉਹ ਪੰਡਤ ਜੀ ਹੋਰਾਂ ਨੇ ਦੋਵੇਂ ਹੱਥ ਜੋੜ ਕੇ ਸੰਤਾਂ ਨੂੰ ਨਮਸਕਾਰ ਕਰਦੇ ਬੇਨਤੀ ਕੀਤੀ, ਸੰਤ ਜੀ ਮੇਰੇ ਮਨ ਦਾ ਇੱਕ ਸ਼ੰਕਾ ਹੈ, ਕਿਰਪਾ ਕਰਕੇ ਨਿਵਰਤ ਕਰੋ। ਸੰਤ ਲੱਗੇ ਕਹਿਣ ਵੀ ਦੱਸੋ ਕੀ ਪੁੱਛਣਾ ਚਾਹੁੰਦੇ ਪੰਡਤ ਜੀ। ਉਸ ਮੌਕੇ ਪੰਡਤ ਜੀ ਲੱਗੇ ਕਹਿਣ ਸੰਤ ਜੀ ਬੜੇ ਬੜੇ ਵੇਦ ਸ਼ਾਸਤਰ ਪੜ੍ਹੇ, ਸਿਮਰਤੀਆਂ ਪੜ੍ਹੀਆਂ, ਪੜ੍ਹਦੇ ਪੜ੍ਹਦੇ ਇੱਕ ਕਥਾ ਆਈ ਹੈ ਕਿ ਵਹਿਰੂ ਰੂਪ ਰੰਗ ਰੇਖ ਸੇ ਨਿਆਰਾ ਹੈ। ਉਹਦਾ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਚਿਹਨ ਚੱਕਰ ਨਹੀਂ, ਚਿਹਨ ਨਹੀਂ, ਜਾਤ ਨਹੀਂ, ਵਰ ਨਹੀਂ। ਸੰਤ ਕਹਿਣ ਲੱਗੇ ਵੀ ਤੂੰ ਪੁੱਛਣਾ ਕੀ ਚਾਹੁੰਦਾ। ਆਖਿਆ ਸੰਤ ਜੀ ਮੈਂ ਇਹ ਪੁੱਛਣਾ ਚਾਹੁੰਦਾ ਜਿਹੜੀ ਚੀਜ਼ ਦਾ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਉਹ ਚੀਜ਼ ਹੋ ਨਹੀਂ ਸਕਦੀ, ਉਹ ਚੀਜ਼ ਹੋ ਨਹੀਂ ਸਕਦੀ। ਸੰਤ ਲੱਗੇ ਕਹਿਣ ਹੋ ਨਹੀਂ ਸਕਦੀ। ਸੰਤ ਲੱਗੇ ਕਹਿਣ ਹਵਾ ਦਾ ਕੀ ਰੂਪ ਹੈ। ਬੜੇ ਬੜੇ ਪ੍ਰਮਾਣ ਦੇ ਕੇ ਸਮਝਾਇਆ ਹਵਾ ਦਾ ਕੀ ਰੂਪ ਹੈ। ਮਾਫ ਕਰਨਾ ਕਿੰਨੀ ਸ਼ਕਤੀ ਜਦ ਹਨੇਰੀ ਆਉਂਦੀ ਹੈ, ਵੱਡੇ ਵੱਡੇ ਦਰਖਤਾਂ ਨੂੰ ਜੜੋਂ ਉਹ ਖੇੜ ਕੇ ਸੁੱਟ ਦਿੰਦੀ, ਹਵਾ ਦਿਖਦੀ ਹੈ। ਹਵਾ ਦਿਖਦੀ। ਭੁੱਖ ਦਾ ਕੀ ਰੂਪ ਹੈ, ਬੁਖਾਰ ਹੋ ਜਾਂਦਾ, ਕੀ ਰੂਪ ਹੈ। ਖੈਰ ਇਹੋ ਜਿਹੇ ਬੰਦਿਆਂ ਨੂੰ ਬਹੁਤੇ ਸਵਾਲ ਆਇਆ ਕਰਦੇ ਹਨ। ਗੁਰੂ ਕੀ ਸੰਗ ਆਪਣੀ ਹਿੰਡ ਤੇ ਆਪਣੀ ਅੜੀ ਤੇ ਅੜੇ ਰਹਿੰਦੇ ਹਨ। ਗੁਰੂ ਕੀ ਸੰਗ ਸੰਤਾਂ ਨੇ ਬੜੇ ਬੜੇ ਪ੍ਰਮਾਣ ਦਿੱਤੇ। ਗੁਰੂ ਕੀ ਸੰਗ ਕਹਿਣ ਲੱਗੇ ਗੁੱਸੇ ਦਾ ਕੀ ਰੂਪ ਹੈ। ਜਦੋਂ ਗੁੱਸਾ ਆਉਂਦਾ, ਗੁੱਸੇ ਦੇ ਵਿੱਚ ਪਿਓ ਪੁੱਤ ਦਾ ਕਤਲ ਕਰ ਦਿੰਦਾ, ਪੁੱਤ ਪਿਓ ਦਾ ਕਤਲ ਕਰ ਦਿੰਦਾ। ਮਾਫ ਕਰਨਾ ਗੁੱਸੇ ਦਾ ਕੀ ਰੂਪ ਹੈ, ਕਿੰਨੀ ਸ਼ਕਤੀ ਹੈ। ਤੂੰ ਕਹਿੰਦਾ ਵੀ ਜਿਹੜੀ ਚੀਜ਼ ਮਾਫ ਕਰਨਾ ਨਜ਼ਰ ਨਹੀਂ ਆਉਂਦੀ ਇਹਨਾਂ ਅੱਖਾਂ ਨੂੰ, ਗੁੱਸੇ ਦਾ ਕੀ ਰੂਪ ਹੈ, ਦੁੱਖ ਦਾ ਕੀ ਰੂਪ ਹੈ। ਖੈਰ ਬੜੇ ਪ੍ਰਮਾਣ ਦਿੱਤੇ, ਨਾ ਮੰਨੇ।
उस मौके संतां ने सोचा भी इन्हें इंज नहीं समझना। कोल पाइया का पत्थर पिया सी, संतां ने चक के खिंच के वट के पूरे जोर नाल इहदे मत्थे ते मारिया। जदों साध संगत जी जदों मत्थे ते मारिया, मत्था फुट जाना सी, मत्था फुट गया, लहू दियां धारां बह तुरीआं। जदों लहू दियां धारां बह तुरीआं, कादे संतो जे है वो है, माफ करना हम घट मका जो भी है, कादे संतो तुसीं तां कसाई हो, मेरे पत्थर मार के मेरा मत्था फोड़ता। गुरु की संगत माफ करना, संत हसी गए हसी गए हसी गए। कहने लगा भी मेरे इन्नी झोट लगी, ये हसी जा रहे हैं। खैर महात्मा महापुरुषों दी रमजा होंदियां ने, गुरु की संगत सतपुरुषों दी रमजा होंदियां ने, माफ करना। खैर वो दिल च सोचता भी मेरे भावें इन्हें पत्थर मारिया, हसी जाते हैं हसी जाते, कोई गल है। खैर वो रोना करलाउणा सी बंद किया। संत लगे कहने की होया की होया, कहता होना की है, तुसीं मेरे पत्थर मारिया। संत कहा फिर की होया, कहता मेरे इन्नी दर्द हो रही, इन्नी दर्द हो रही, इन्नी दर्द हो रही। संत कहते दिखा था, कहते हो रही दर्द दिखा, दर्द दिखा। कहता मैनू पता, मैनू पता है, मैनू पता है कि दर्द किन्नी हो रही। कहते किन्नी दर्द हो रही, दर्द दिखा किन्नी हो रही, दर्द का रूप दिखा, दर्द का रंग दिखा, दिखा किन्नी दर्द हो रही। मैनू पता मेरे पत्थर लगा, मैनू पता तुहानू भी पता, तुहानू भी पता पता पत्थर मेरे लगा है, माफ करना मैनू पता कि मेरी दर्द ना जान निकल रही। संत लगे कहना तैनू पता ना पत्थर तेरे वजह। इस तरह जिन्होंने ने वैगुरू का भजन किया उन्होंने पता है कि वैगुरू है। जदे महापुरुषों के चरणों टैपिया तदे गुरु साहब फरमाउंदे ने, सो जाने जिस आप जनाए नानक तां कह लागू पाए। कहंदे ने रब किने वेखिया, रब ओनू नजर आवेगा जेड़ा रब दा नाम जपदा है, जेड़ा परमेश्वर दा भजन करदा है। तदे साथ संख्या सो जाने जिस आप जनाए नानक तां कह लागू पाए। वहरू रूप रंग रेख से न्यारा है। वो माई का बच्चा मर गया। खैर विचार चली खालसा जी, लोगों कहती फिरदी रब ने मेरा पुत मारता। रब कित्थे है, रब कित्थे सारे कही जाने। और सिख ने देखा सी, उन्हें कोई शरीर थोड़े देखा सी, कहो वाहिगुरू। वो भाई कन्हैया ने कोई शरीर थोड़े देखे सी। दुआ सिरिया का आप स्वामी खेला बिकसा अंतरजामी, जो भावे जो तुस भावे सो कार करावे, जन नानक दृष्टि अवर न आवे। खैर गुरु की संगत ओ जरा ध्यान देने वाली गल है। वो माई कहती फिर रब ने मेरा पुत मारता, रब जैख ने मेरा पुत मारता। लोगों को कहती है रब कित्थे रहिंदा है, सुन वड्डा आखे सब कोई केवल वड्डा डिठा, सुन सुन के कही जाते हैं। गुरु की संगत उमरां लाउणियां पैंदियां हन, जीवन लाने पैंदे ने तां जाके गुरु की संगत कुछ बनता है। ये नहीं है जे बेअंत नूं मिलना तां फिर बेअंत भजन करना पवेगा, बेअंत सिमरन करना पवेगा। ओहदा अंत पाउण वाले ओहदियां सिफतां दा ही अंत नहीं है। अंत न स्विति कहना अंत, अंत न करने दे न अंत, अंत न वेखण सुन न अंत, अंत न जापे क्या मन मंत, अंत न जापै कीता कार, अंत न जापै पारावार। अंत कारण केते बिल लाए ताके अंत ना पाए जाए। ओहदा अंत पाउण वाले कुरला कुरला के चले गए, पर ओहदा अंत किसी ने नहीं पाया ताकि अंत ना पाए जाए। एक कोई महात्मा सी, खैर घरों निकलिया परमेश्वर का अंत पाउण वास्ते। जो अंत पाउण वास्ते सारी जिंदगी निकल गई, परमेश्वर का अंत पाउणा है, अंत पाउणा है। वहरू का बिरध है, अपने बिरध बाने की आब लाज रखता है। सस परमेश्वर ने सोचा किड़ा मूर्ख है, किड़ा मूर्ख है, मेरा अंत भला किवें पालेगा, ये मेरा अंत किवें पालेगा। बेअंत का अंत कोई किवें पा सकता, तू बेअंत को बिरला जाने किवें पा सकता। खैर परमेश्वर एक किसी माफ करना समुद्र के कंढे ते बैठा महात्मा, मैं उदों उठना जो परमेश्वर का अंत पालांगा, उदों उठना जो परमेश्वर का अंत पालांगा। हुण बेअंत का अंत किहड़ा पालूगा, ऊच अपार बेअंत स्वामी कौन जाने गुण तेरे। गुरु की संग महात्मा, गुरु की संग एक ब्राह्मण का रूप धारण करके इधर माफ करना महात्मा समुद्र के कंढे ते बैठे ने, उदों उठना जो उहदा अंत पालूंगा। गुरु की संगत परमेश्वर एक ब्राह्मण का रूप धारण करके इहदे नेड़े आ गया। सासों समुद्र के कंढे ते परमेश्वर ने एक छोटा जिहा टोया पट लिया, टोया पट लिया गुरु की संगत। टोया पट के परमेश्वर और टोए दे विच समुद्र का पानी चट्टन लग गया, समुद्र का पानी चट्टन लग गया। पानी चट्टी जाता चट्टी जाता, महात्मा की नजर पई। ओ पंडित जी ने लगा कहना पंडित जी की कर, समझाउणा सी, तरीके हुंदे हन, समझाउणा सी। वो बोले नहीं है तो परमेश्वर ही सी। ओ महात्मा कहता पंडित जी कमाल की गल, तुसीं मेरी गल नहीं सुनते, की कर रहे। उस मौके एक बारी क्या, दो बारी क्या, जो तीजी बारी क्या, अरे पंडित तुम क्या कर रहे हो। उस मौके पंडित जी लगे कहन भाव परमेश्वर कहने लगा, पंडित जी लगे कहन महात्मा जी जो समुद्र है, जिस समुद्र का पानी है जो ये सारे का सारा पानी मैं इस टोए में डालूंगा, इस खड्डे में डालूंगा, सारे का सारा पानी मैं इस टोए च पाऊंगा, मैं पानी इस करके चट रहा। ओ माफ करना, उस मौके महात्मा लगे कहन पंडित जी तुहाडा दिमाग खराब है, एडे वड्डे समुद्र का पानी है छोटे जे टोए च किवें पै जाएगा, छोटे जे टोए च किवें पै जाएगा। वो परमेश्वर लगा कहन पंडित जी तुहाडे सामने पा रहे, सारे समुद्र का पानी मैं इस टोए च पा दूंगा। उस मौके सात संगत जी वो महात्मा लगे कहन, कह लगे दिमाग खराब है तुहाडा,
पंडित जी तुहाडा दिमाग खराब है, एडे वड्डे समुंदर का पानी ए तुसीं छोटे जे टोए च भला किवें पा दोगे। उस मौके पंडित जी ने कहना कीता, महात्मा जी जे तुसीं छोटे जे बंदे एडे वड्डे परमेश्वर का अंत पा सकदे हो तो भला एडे वड्डे समुंदर का पानी टोए च नहीं पै सकदे। कहण दी तेरी सी। उस मौके महात्मा लगे कहन, ओहो सचमुच पंडित जी जिवें समुंदर का पानी टोए च नहीं पै सकता, इवें मैं छोटा जिहा जीव इस वहरू उस वहरू अंतरजामी का अंत नहीं पा सकता। हुण माई गुरु किस्म लोगों को कहती फिरदी, रब जै खाने ने मेरा पुत मारता। साध संगत जी रब मिले तो सही पड़ा, रब नूं पुछां तू मेरा पुत क्यों मारिया, अंत कारण केते बिल लाए ताकि अंत ना पाए जाए। उस मौके गुरु की संगत किसी ने माई नूं कहना कीता, माता अपने नगर तो बाहर है जंगल, उस जंगल च रहिंदे ने कोई महात्मा, उन्हां दे चरणां च जा, महात्मा नूं पता कि रब कित्थे रहिंदा। ओ माई खैर गुरु की संगत लोकां दे कहे खाए महात्मा दे चरणां च पुजी, जाके नमस्कार की बैठ गई। संत लगे कहन, आ माता किवें आई, रोना शुरू करता। संत जी रब ने मेरा पुत मारता, संत जी रब ने मेरा पुत मारता, माफ करना मैं ये पूछना चाहती हाँ वो रब रहिंदा कित्थे। मैनूं लोकां ने दस्सिया कि संतां नूं पता भी रब कित्थे रहिंदा, वो रब कित्थे रहिंदा। संत लगे कहण भी रब सारे ही है, रब तो सारे ही, आपां सारे किसी रब सारे ही है, रब सारे ही है। वो माई कहंदी सारे ही है, फिर है कित्थे, ਉਹਦਾ रूप किहो जिहा किते रहिंदा होऊगा, कहते सारे ही रहिंदा। फिर कहना कीता ਉਹਦਾ कोई रूप कोई रंग कोई टकाना। उस मौके साध संगत जी संत लगे कहना, माता ਉਹ संत भी बेचारा मेरे पर गए सीगा, पता ਉਹਨੂੰ भी नहीं सीगा, वो भी सुन सुन के कहण वाला सी, सुन वड्डा आखे सब कोए, सुन वड्डा आखे सब कोए। संत लगे कहन, माता तो रब दा कोई रूप नहीं, ਉਹਦਾ ਚੱਕਰ नहीं, ਉਹਦਾ चिन्ह नहीं, बर नहीं। संत को माई लगी कहना, जिदा रूप नहीं, रंग नहीं, चिन्ह नहीं, शरीर नहीं, माफ करना ओ फिर रब किहो जा तो फिर किहो जा। और संत कहता बस कुछ गोल मोड़ जाई है, कोई गोल मोड़ जाई, गोल मोड़ जाई, मुँह नहीं, चक्कर नहीं, चिन्ह नहीं। हुण माई लोगों को कहती फिरदी है, साध संगत जी मुँह नहीं, मत्था नहीं, माफ करना, चक्कर नहीं, चिन्ह नहीं, गोल मोड़ जे रब ने मेरा पुत मार दिता। पर साध संगत जी माफ करना, वो भी बेचारा मेरे पर कैसी वैरू रूप रंग रेख से न्यारा है। ਉਹਦੇ बारे बार बार दशमेश जी ने जाप साहब ते पंजवें पातशाह जी ने सुखमनी साधी बाणी च ऐ कह लो कि भावें परमेश्वर सरगुण तो निर्गुण होया, परमेश्वर ने गल फिर साध संगत जी निर्गुण दी ही कीती। सरगण आप निर्गुण पी ओही कला धार जिन सगली मोही आपे सरगण है। सरगण आउंदा संसार दे भले वास्ते, गुरु नानक जी तो ला के 10वें पातशाह तक सरगण स्वरूप दे विच, पर 9 स्वरूपां च गुरु सिख रूप दे विच विचरिया। आपे हर एक रंग है, आपे बहु रंगी जो तिस भावै नानका, साई गल चंगी किते सिख किते गुरु, किते सिख किते गुरु। आपे सारिया रंगां दे विच खेलदा, आपे प्यारा एक रंग है, सारिया रंगां दे विच आपे प्यारा एक रंग है, आपे सारिया रंगां दे विच खेलदा, रंगां दे विच खेलदा, आपे प्यारा एक रंग है, सारिया रंगां दे विच आपे प्यारा एक रंग है, आपे सारिया रंगां दे विच है जी बाबा बाबा, प्यारा एक रंग है।
कौम बाबा आप प्यारा एक रंग है, बाबा बाबा आप प्यारा एक रंग है। सारिया रंग में बिच खेलदा आप प्यारा एक रंग है, आप सारिया रंग में बिच खेलदा आप प्यारा एक रंग है। हर एक रंग है आपे बहुरंगी, जो तू पावे नानका ताई गल चंगी। बाबा लैणा जी गुरु नानक जी दे चरनां विच लगे सिख रूप होके लगे। खालसा जी गुरु एक रहा, विचार चली दो तो है ही नहीं सन। जद बाबा लैणा जी गुरु नानक दे चरनी लगे सिख होके लगे, पर नवेड़ा जे गुरु अंगद दे महाराज रहे तो माफ करना बाबा अमरदास जी महाराज सिख रूप होके गुरु चरणों में रहे। जरा ध्यान देना पवेगा। गुरु की संगत किते ये कह देना बड़ी कमाल की गल सी। गुरु की संगत बड़िया बड़िया शक्तियां भावें गुरु नानक दे पुत्रां विच भी घट नहीं सन खालसा जी, पर जिहड़ी गल बाबा लैणा जी दे जीवन विच सी, गुरु नानक साहब दा वचन मनना ही बाबा लैणा जी ने अपनी जिंदगी का उद्देश्य बनाया होया सी। गुरु की संगत किते ये कह देना, बाबा लैणा जी नूं किते ये कह देना सर्दी दी रुत अखां भावें गुरु नानक साहब दे पुत्तां कोल भी सन, अखां भावें होर सिखां दे कोल भी सन, शक्तियां बाबा बुढ़ा जी वर्गे गुरसिख दे कोल भी नहीं सन, जिन्हां दे वचनां दे नाल छेवीं सरकार कहण तों भाव गुरु हरगोबिंद समर्थ दा अवतार होया सी। खालसा जी एडियां एडियां कमाइयां वाले सिख भी गुरु नानक साहब दे चरनां विच सन। 9 स्वरूपां दे विच गुरु ने सिख रूप हो के ना पहला ये नहीं कहा सानू कि सीधी सेवा करो, कहो वाहिगुरू, ये नहीं कहा कि सेवा करो, पहला 9 स्वरूपां दे विच विचर के सेवा करन दी जाच दसी। बल्ले 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 जाच दसी। माफ करना सर्दी दी रुत गुरु नानक साहब जी दे नाल हजूर दे दोवें साहबजादे बाबा श्री चंद लक्ष्मी दास, दूजे पासे गुरु की संगत बाबा बुढ़ा जी, भाई मरदाना जी, भाई बाला जी वर्गे सिख ने। साध संग जिथे किंतु परंतु नुकता चीनी चर्चा को चर्चा, उथे सिक्खी किथे? सिक्खी तां उथे है जिथे शरद गुरु की संगत, सत बचन साधु उपदेश। गुरु बाबा जी तुरे जा रहे, सर्दी दी रुत जांदे जांदे गुरु की संग किसे मुर्दे दी लाश पई, नजर पई गुरु बाबे दी, चिट्टी चादर दुध वर्गी चादर उतार दे, मुर्दे दे उत्ते चादर पाउंदे बचन कीता, बेटा श्री चंद जी इंज करो ए मुर्दे नूं खा लो। हुण साडे वर्गा कित्थे खा लेगा, साडे वर्गा कित्थे खा लेगा? गुरु की संगत साडे वर्गे तां अमृत छकण नूं तैयार नहीं। आख्या बेटा श्री चंद इंज करो ए मुर्दे नूं खा लो। बाबा श्री चंद जी लगे कहन पिता जी लोग ठीक ही कहंदे सन, तुहाडा प्यो 17 बतरा हो गया, भला कोई मुर्दे भी खाया करदा, देखो ना कितनी बदबू आ रही। गुरु की संगत ना दा जवाब कहते गुरु साहब ने बचन किया, बेटा लक्ष्मी दास इंज करो, श्री चंद मुर्दे नूं खाण वास्ते तैयार नहीं, तू मुर्दा खा ले। जिथे सियाणप है उत्थे 100 नहीं, जिथे सियाणप है उत्थे 100 नहीं, सह सियाणपा लख होए तां इक ना चलै नाल। जिथे 100 है उत्थे सियाणप नहीं, आप गवाईए तां 100 पाइए। अवर कैसी चतराई, गुरु दे अगे चतराइयां नहीं चलदियां, चलाकियां नहीं चलदियां। ए मन चंचला चतराई किने ना पाया। रोज पढ़ते चतराइयां ना किते चतराई ना चतर बुझ पाइए। और गुरु साहब ने कहना किया, बेटा छोटे साहबजादे ने कहना किया, बेटा इंज करो तुसी मुर्दे नूं खा लो। बाबा लक्ष्मीदास जी लगे कहन पिता जी वड्डा भरा किते झूठ थोड़ा बोलदा, भला कोई मुर्दे भी खाया करदा ना दा जवाब। हुक्म किया भाई बाला जी नूं, बाला साहबजादे मुर्दे नूं खाण वास्ते तैयार नहीं, इंज करो तुसी मुर्दे नूं खा लो। भाई बाला जी लगे कहन पातशाह हजूर दे पुत्त किते न्याणे थोड़े ने, पर सिख तां सारी जिंदगी न्याणा गुरु दे सामने। तदे कहना गुर की मरदा ही उदों जो सियाणा बनदा। गुर की मत धुले इयाणे, भगत बिना बहु डूबे सियाणे। साध संगत जी इन्हें न्याणा बन के रहना, इयाणा बन के रहना। गुर की मत धुले इयाणे, भगत बिना बहु डूबे सियाणे। आया सी जिथे सियाणप है उत्थे 100 किथे,
ਆਇਆ ਸੀ ਨਾ ਮਹਾਂਪੁਰਸ਼ ਬਾਬਾ ਨਾਨਕ ਸਿੰਘ ਦੇ ਚਰਨਾਂ ਵਿੱਚ ਕੋਈ ਪ੍ਰੇਮੀ ਖਾਲਸਾ ਜੀ, ਕੋਈ ਮਹਾਤਮਾ ਆਇਆ ਤੇ ਕਹਿਣ ਲੱਗਾ ਬਾਬਾ ਜੀ ਮੈਂ 25 ਸਾਲ ਭਗਤੀ ਕੀਤੀ, ਮੇਰਾ ਮਨ ਸ਼ਾਂਤ ਨਹੀਂ ਹੋਇਆ। ਸੰਤ ਕਹਿੰਦੇ ਤੂੰ ਭਗਤੀ ਕੀਤੀ ਨਹੀਂ, ਜੋ ਜਾਣੇ ਹੋ ਭਗਤ ਗਿਆਨੀ, ਆਗੇ ਠਾਕਰ ਤਿਲ ਨਹੀਂ ਮਾਨੀ, ਜੋ ਜਾਣੇ ਹੋ ਭਗਤ ਕਥਨੀ ਕਰਤਾ ਵਪਾਰੀ, ਬਸਦਾ ਜੋ ਫਿਰਤਾ। ਸੰਤ ਕਹਿੰਦੇ ਤੂੰ ਭਗਤੀ ਨਹੀਂ ਕੀਤੀ। ਬਾਬਾ ਜੀ ਲੱਗੇ ਕਹਿਣ ਲੱਗਾ ਬਾਬਾ ਜੀ ਮੈਂ 25 ਸਾਲ ਭਗਤੀ ਕੀਤੀ, ਮੇਰਾ ਮਨ ਸ਼ਾਂਤ ਨਹੀਂ। ਬਾਬਾ ਜੀ ਮੈਂ 25 ਸਾਲ ਭਗਤੀ ਕੀਤੀ। ਸੰਤ ਕਹਿੰਦੇ ਨੇ ਭਗਤੀ ਤੂੰ ਭਗਤੀ ਕੀਤੀ ਨਹੀਂ। ਬਾਬਾ ਜੀ ਕਮਾਲ ਦੀ ਗੱਲ ਹੈ, ਮੈਂ 25 ਸਾਲ ਭਗਤੀ ਕੀਤੀ, ਮੇਰਾ ਮਨ ਸ਼ਾਂਤ ਨਹੀਂ ਹੋਇਆ। ਸੰਤ ਲੱਗੇ ਕਹਿਣ ਪ੍ਰੇਮੀਆਂ 25 ਸਾਲ ਕਹਿੰਦਾ ਤੂੰ ਕਹਿੰਦਾ ਮੈਂ 25 ਸਾਲ ਭਗਤੀ ਨਹੀਂ ਕੀਤੀ, 25 ਸਾਲ ਚ ਤੇਰੇ ਕੋਲ ਮੈਂ ਨਹੀਂ ਛੱਡੇਗੀ ਭਗਤੀ ਖਾ ਕੀਤੀ। ਖਾਲਸਾ ਜੀ ਜਾਬੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ, ਫਿਰ ਤਾਂ ਸੰਤ ਲੱਗੇ ਕਹਿਣ ਪ੍ਰੇਮੀਆਂ ਭਗਤੀ ਤਾਂ ਕਰਨੀ ਇਸ ਕਰਕੇ ਕਿ ਮੈਂ ਛੱਡੀ ਜਾਏ, ਨਿਤਨੇਮ ਇਸ ਕਰਕੇ ਕਰਨ ਮੈਂ ਛੱਡੀ ਜਾਏ, ਸੇਵਾ ਕਰਨ ਇਸ ਕਰਕੇ ਕਰਨੀ ਹੈ ਮੈਂ ਛੱਡੀ ਜਾਏ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ। ਮਾਨ ਜਿਹੜੇ ਆਪਣਾ ਆਪਾ ਗਵਾ ਕੇ ਸੇਵਾ ਕਰਦੇ ਨੇ ਗੁਰੂ ਕੀ ਸੰਗਤ ਉਹਨਾਂ ਦੀ ਸੇਵਾ ਪ੍ਰਵਾਨ ਹੁੰਦੀ। ਤਦੇ ਕਹਿਣਾ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਚਿਤ ਲਾਏ। ਗੁਰੂ ਕੀ ਸੰਗਤ ਖਾਲਸਾ ਜੀ ਮਨ ਦੇ ਵਿੱਚ ਹਉਮੈ ਗਵਾ ਕੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਚਿਤ ਲਾਏ। ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ, ਹਉਮੈ ਨੂੰ ਗਵਾ ਕੇ ਇੱਥੇ ਮੈਂ ਖੜੀ ਹੈ। ਆਖਿਆ ਮਹਾਰਾਜ ਹਜ਼ੂਰ ਦੇ ਪੁੱਤ ਨਿਆਣੇ ਥੋੜੇ ਨੇ। ਭਾਈ ਬਾਲਾ ਜੀ ਲੱਗੇ ਕਹਿਣ ਭਲਾ ਕੋਈ ਮੁਰਦੇ ਨੂੰ ਵੀ ਖਾਂਦਾ। ਜਦੋਂ ਸਤਿਸੰਗ ਗੁਰੂ ਬਾਬੇ ਨੇ ਨੂੰ ਭਾਈ ਬਾਲੇ ਨੂੰ ਨਾਂ ਦਾ ਜਵਾਬ ਮਿਲਿਆ, ਹਜ਼ੂਰ ਨੇ ਭਾਈ ਮਰਦਾਨਾ ਜੀ ਨੂੰ ਕਹਿਣਾ ਕੀਤਾ ਮਰਦਾਨਿਆਂ ਇੰਜ ਕਰ, ਪੁੱਤਰ ਮੁਰਦੇ ਨੂੰ ਖਾਣ ਵਾਸਤੇ ਤਿਆਰ ਨਹੀਂ, ਆ ਭਾਈ ਬਾਲਾ ਮੁਰਦਾ ਖਾਣ ਵਾਸਤੇ ਤਿਆਰ ਨਹੀਂ, ਇੰਜ ਕਰੋ ਭਾਈ ਮਰਦਾਨਾ ਜੀ ਤੁਸੀਂ ਮੁਰਦੇ ਨੂੰ ਖਾ ਲਓ। ਹੁਣ ਮਰਦਾਨਾ ਲੱਗਾ ਕਿ ਮਹਾਰਾਜ ਜਰਾ ਗੱਲ ਕਰਨ ਤੋਂ ਪਹਿਲਾਂ ਸੋਚੋ ਤਾਂ ਸਹੀ, ਭਲਾ ਕੋਈ ਮੁਰਦੇ ਵੀ ਖਾਂਦਾ, ਕੋਈ ਮਠਿਆਈ ਥੋੜੀ ਹੈ। ਸੱਚ ਦੀ ਕਸਮ ਵੱਟੀ ਤੋਂ ਗੁਰੂ ਨਾਨਕ ਦੇ ਪੁੱਤਰ ਭਾਈ ਬਾਲੇ ਮਰਦਾਨੇ ਵਰਗੇ ਫੇਲ ਹੋ ਗਏ। ਆਖਿਆ ਇਸ਼ਾਰਾ ਕੀਤਾ ਬਾਬਾ ਲਹਿਣਾ ਜੀ ਨੂੰ, ਜੋ ਗੁਰੂ ਨਾਨਕ ਜੀ ਦੀ ਰਸਨਾ ਤੋਂ ਨਿਕਲਦਾ ਸੀ ਨਾ, ਗੁਰੂ ਨਾਨਕ ਜੀ ਦੀ ਰਸਨਾ ਤੋਂ ਨਿਕਲਦਾ ਸੀ ਜੋ ਸ਼ਬਦ, ਉਹ ਬਾਬਾ ਲਹਿਣਾ ਜੀ ਹਰ ਸਮੇਂ ਕਰਨ ਵਾਸਤੇ ਤਿਆਰ ਬਰ ਤਿਆਰ ਰਹਿੰਦੇ ਸਨ। ਗੁਰੂ ਕੀ ਸੰਗਤ ਹਜ਼ੂਰ ਨੇ ਆਖਿਆ ਲਹਿਣਾ ਜੀ ਪੁੱਤਰ ਮੁਰਦੇ ਨੂੰ ਖਾਣ ਵਾਸਤੇ ਤਿਆਰ ਨਹੀਂ, ਭਾਈ ਬਾਲਾ ਮਰਦਾਨਾ ਮੁਰਦੇ ਨੂੰ ਖਾਣ ਵਾਸਤੇ ਤਿਆਰ ਨਹੀਂ, ਇੰਜ ਕਰੋ ਤੁਸੀਂ ਮੁਰਦੇ ਨੂੰ ਖਾ ਲਓ, ਤੁਸੀਂ ਮੁਰਦੇ ਨੂੰ ਖਾ ਲਓ। ਭਾਈ ਮਾਫ ਕਰਨਾ ਬਾਬਾ ਲਹਿਣਾ ਜੀ 7 ਬਚਨ ਕਿਆ, 7 ਬਚਨ ਗਰੀਬ ਨਵਾਜ। ਹੁਣ 7 ਬਚਨ ਕਹਿ ਕੇ ਗੁਰੂ ਸਾਹਿਬ ਭਾਈ 7 ਬਚਨ ਕਹਿ ਕੇ ਬਾਬਾ ਲਹਿਣਾ ਜੀ ਖਲੋਤੇ ਰਹੇ। ਗੁਰੂ ਨਾਨਕ ਸਾਹਿਬ ਲੱਗੇ ਕਹਿ ਲੈਣੇ ਆ ਇਹ ਕੀ ਗੱਲ ਬਣੀ, 7 ਬਚਨ ਵੀ ਕਹਿ ਦਿੱਤਾ ਤੇ ਖਲੋ ਵੀ ਰਿਹਾ, ਮੁਰਦੇ ਨੂੰ ਖਾਂਦਾ ਨਹੀਂ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਗਰੀਬ ਨਵਾਜ ਮੈਂ ਤੇਰੇ ਹੁਕਮ ਦੀ ਉਡੀਕ ਕਰ ਰਿਹਾ, ਇਸ ਮੁਰਦੇ ਨੂੰ ਪੈਰਾਂ ਵੱਲੋਂ ਖਾਵਾਂ ਕਿ ਸਿਰ ਵੱਲੋਂ ਖਾਵਾਂ। ਗੁਰੂ ਸਾਹਿਬ ਲੱਗੇ ਕਹਿ ਲੈਣਾ ਜੀ ਮਾਫ ਕਰਨਾ ਇਹ ਕੋਈ ਗੱਲ ਪੁੱਛਣ ਵਾਲੀ ਹੈ ਕਿ ਇਸ ਮੁਰਦੇ ਨੂੰ ਪੈਰਾਂ ਵੱਲੋਂ ਖਾਵਾਂ ਕਿ ਸਿਰ ਵੱਲੋਂ ਖਾਵਾਂ। ਆਖਿਆ ਲੈਣਿਆ ਤੋ ਖਾ ਲੈ, ਜਿੱਧਰੋਂ ਮਰਜੀ ਖਾ ਲੈ, ਖਾ ਲੈ। 7 ਬਚਨ ਕਹਿ ਕੇ ਅੱਗੇ ਵਧੇ। ਮਨ ਚ ਗੱਲ ਬੈਠੀ ਸੀ ਭਲਾ ਗੁਰੂ ਕਿਤੇ ਆਪਣੇ ਸਿੱਖ ਨੂੰ ਮੁਰਦੇ ਖੋਇਆ ਕਰਦਾ, ਜਿਸ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ। ਅੱਗੇ ਵੱਧ ਕੇ ਜੋ ਚਾਦਰ ਚੱਕੀ ਨਾ ਤੇ ਉਹਦੇ ਥੱਲੇ ਕੜਾ ਪ੍ਰਸ਼ਾਦੀ ਦੇਗ ਬਣੀ ਹੋਈ ਸੀ। ਖਾਲਸਾ ਜੀ ਪਰ ਗੁਰੂ ਪਿਆਰਿਓ ਇੱਕ ਦਿਨ ਤੁਰੇ ਜਾਂਦੇ ਨੇ। ਸੋਨੇ ਨੂੰ ਕਹਿੰਦੇ ਨੇ ਜਿੰਨਾ ਗਠਾਲੀ ਚ ਪਾਈਏ ਨਾ ਉਹਦੀ ਚਮਕ ਓਨੀ ਵੱਧ ਜਾਂਦੀ। ਅੱਜ ਅਸੀਂ ਆਪਣੇ ਆਪਣੇ ਰਾਹ ਚਲਾ ਲਏ, ਆਪਣੇ ਆਪਣੇ ਰਾਹ ਚਲਾ ਲਏ, ਬੜੇ ਰਾਹ ਚੱਲਦੇ ਨੇ, ਫਿਰ ਰੋਜ਼ ਦੇਖੀਦਾ ਬੜੇ ਰਾਹ ਚੱਲਦੇ ਨੇ। ਕੋਈ ਕਹਿੰਦਾ ਬੀਬੀਆਂ ਵੀ ਅਮਰ ਛਕਾਉਣ ਚ ਲੱਗ ਸਕਦੀਆਂ ਨੇ, ਬੀਬੀਆਂ ਵੀ ਖਾਲਸਾ ਨੇ। ਕਹਿ ਦਿਓ ਵਾਹਿਗੁਰੂ, ਇਹਦੇ ਚ ਤੇ ਕੋਈ ਸ਼ੱਕ ਨਹੀਂ ਕਿ ਗੁਰੂ ਨੇ ਮਾਣ ਬਖਸ਼ਿਆ ਕਿ ਬੀਬੀਆਂ ਵੀ ਖਾਲਸਾ ਨੇ। ਵੈਸੇ ਤਾਂ ਬੜੇ ਪ੍ਰਮਾਣ ਨੇ ਕਿ ਬੀਬੀਆਂ ਅੰਮ੍ਰਿਤ ਚ ਨਹੀਂ ਲੱਗ ਸਕਦੀਆਂ, ਬੜੇ ਪ੍ਰਮਾਣ ਨੇ। ਖਾਲਸਾ ਜੀ ਗੁਰੂ ਘਰ ਦੇ ਵਿੱਚ ਬੀਬੀਆਂ ਪੂਜਣ ਯੋਗ ਨੇ। 3 ਧਨ ਜਣੇ ਦੀ ਮਾਓ ਆਏ ਸਫਲ ਸੇ, ਜਿਹੜਾ ਧਿਆਨ ਦੇਣ ਵਾਲੀ ਗੱਲ ਹੈ। ਬੜੀਆਂ ਬੜੀਆਂ ਕਮਾਈ ਵਾਲੀਆਂ ਬੀਬੀਆਂ ਗੁਰੂ ਘਰ ਦੇ ਵਿੱਚ ਹੋਈਆਂ ਨੇ। ਬੀਬੀ ਭਾਗੋ ਵਰਗੀਆਂ ਬੀਬੀਆਂ ਜਦ ਮਰਦਾਂ ਵਿੱਚ ਮਰਦਾਂ ਵਾਲੇ ਗੁਣ ਖਤਮ ਹੋ ਗਏ, ਸਿੱਖ ਬਦਾਵੇ ਲਿਖ ਕੇ ਦੇ ਕੇ ਚਲੇ ਗਏ, ਉਦੋਂ ਮੈਦਾਨੇ ਜੰਗ ਚ ਇੱਕ ਮੱਝ ਦੀ ਮਾਂ ਇੱਕ ਮੱਝ ਦੀ ਭੈਣ ਬੀਬੀ ਭਾਗੋ ਮੈਦਾਨੇ ਜੰਗ ਚ ਨਿਤਰੀ ਸੀ। ਬੜਾ ਮਾਣ ਬਖਸ਼ਿਆ ਗੁਰੂ ਘਰ ਚ ਬੀਬੀਆਂ ਨੂੰ। ਪਰ ਖਾਲਸਾ ਜੀ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਸਿਰਾਂ ਦੀ ਮੰਗ ਕੀਤੀ ਸੀ, ਮੈਨੂੰ ਇੱਕ ਸਿਰ ਚਾਹੀਦਾ, ਕੋਈ ਉੱਠੋ, ਕੋਈ ਬੀਬੀ ਵੀ ਉੱਠ ਪੈਂਦੀ, ਪੰਜਾਂ ਕੋਈ ਬੀਬੀ ਵੀ ਉੱਠ ਕੇ ਸਿਰ ਦੇ ਦਿੰਦੀ। ਅੱਜ 5 ਪਿਆਰਿਆਂ ਵਿੱਚ ਬੀਬੀ ਵੀ ਲੱਗ ਸਕਦੀ। ਪਰ ਇੱਥੇ ਇਹ ਵੀ ਛੱਡ ਦਿੱਤਾ ਜਾਏ, ਇਹ ਵੀ ਛੱਡ ਦਿੱਤਾ ਜਾਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਮੰਨਣ ਵਾਲੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੰਤਾਂ ਦੀ ਬਾਣੀ ਹੈ, ਭਗਤਾਂ ਦੀ ਬਾਣੀ ਹੈ, ਗੁਰੂਆਂ ਦੀ ਬਾਣੀ ਹੈ। ਮਾਫ ਕਰਨਾ ਬੜੇ ਬੜੇ ਕਮਾਈ ਵਾਲੇ ਬਾਬਾ ਫਰੀਦ ਜੀ ਵਰਗੇ 7 ਪੁਰਸ਼ਾਂ ਦੀ ਬਾਣੀ ਹੈ। ਖਾਲਸਾ ਜੀ ਕਿਸੇ ਬੀਬੀ ਦੀ ਬਾਣੀ ਵੀ ਗੁਰੂ ਸਾਹਿਬ ਦਰਜ ਕਰ ਦਿੰਦੇ। ਕਹੋ ਵਾਹਿਗੁਰੂ, ਕਹਿ ਦਿਓ ਵਾਹਿਗੁਰੂ, ਕਿਸੇ ਬੀਬੀ ਦੀ ਬਾਣੀ ਵੀ ਦਰਜ ਕਰ ਦਿੰਦੇ। ਮਾਫ ਕਰਨਾ ਜਦੋਂ 9ਵੇਂ ਪਾਤਸ਼ਾਹ ਦਿੱਲੀ ਆਏ ਨੇ, ਕਹਿ ਦਿਓ ਵਾਹਿਗੁਰੂ, ਕਹਿ ਦਿਓ ਵਾਹਿਗੁਰੂ, ਗੁਰੂ ਘਰ ਦੇ ਵਿੱਚ ਇਹ ਜਰਾ ਧਿਆਨ ਦੇਣ ਵਾਲੀ ਗੱਲ ਹੈ।
ਗੁਰੂ ਘਰ ਦੇ ਵਿੱਚ ਜਦ 9ਵੇਂ ਪਾਤਸ਼ਾਹ ਦਿੱਲੀ ਸੀਸ ਦੇਣ ਵਾਸਤੇ ਆਏ ਨੇ, ਬਾਲਾ ਪ੍ਰੀਤਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਰੀਰਕ ਉਮਰ 9 ਸਾਲ ਦੀ ਸੀ। ਜਦ ਮਾਫ ਕਰਨਾ 7ਵੇਂ ਪਾਤਸ਼ਾਹ ਜਦ ਸੱਚਖੰਡ ਗਏ ਨੇ, ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਬੜੀ ਛੋਟੀ ਜੀ ਉਮਰ ਸੀ। ਮਾਫ ਕਰਨਾ ਖਾਲਸਾ ਜੀ, ਦੁਨਿਆਵੀ ਤੌਰ ਤੇ ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਇਹ ਦੁਨਿਆਵੀ ਜਾਇਦਾਦ ਨਹੀਂ, ਇਟ ਇਜ਼ ਨਾਟ ਵਰਲਡਲੀ ਪ੍ਰਾਪਰਟੀ। ਇਹ ਦੁਨਿਆਵੀ ਜਾਇਦਾਦ ਨਹੀਂ। ਪੰਜਾਂ ਪਿਆਰੇ ਵਿੱਚ ਕੋਈ ਬੀਬੀ ਲੱਗ ਜਾਏਗੀ। ਜੇ ਦੁਨਿਆਵੀ ਪ੍ਰਾਪਰਟੀ ਹੁੰਦੀ, ਦੁਨਿਆਵੀ ਜਾਇਦਾਦ ਹੁੰਦੀ, 9 ਸਾਲ ਜਾਂ 6 ਸਾਲ ਦੇ ਬੱਚੇ ਦਾ ਪਿਓ ਚੜ੍ਹਾਈ ਕਰ ਜਾਏ, ਉਹਦੀ ਵਾਰਸ ਮਾਂ ਬਣਦੀ ਹੈ। ਕਹਿ ਰਹੇ ਵਾਹਿਗੁਰੂ, ਪਿਓ ਮਾਂ ਨੂੰ ਕਹਿੰਦਾ ਮਰ ਲੱਗੇ, ਪਿਓ ਮਾਂ ਨੂੰ ਕਹਿੰਦਾ ਜਾਣ ਲੱਗੇ ਕਿ ਬੱਚਾ ਨਿਆਣਾ, ਛੋਟੇ ਛੋਟੇ ਬੱਚੇ ਨੇ, ਇਹਨਾਂ ਬੱਚਿਆਂ ਦਾ ਖਿਆਲ ਰੱਖਣਾ। ਪਰ ਖਾਲਸਾ ਜੀ ਇੱਥੇ 7ਵੇਂ ਪਾਤਸ਼ਾਹ ਮਾਫ ਕਰਨਾ ਆਪਣੇ ਸਾਹਿਬਜ਼ਾਦੇ ਗੁਰੂ ਹਰਕ੍ਰਿਸ਼ਨ ਮਹਾਰਾਜ 8ਵੇਂ ਪਾਤਸ਼ਾਹ ਦੀ ਜਿਹੜੀ ਸਰੀਰਕ ਉਮਰ ਸੀ ਖਾਲਸਾ ਜੀ 5.5 ਸਾਲ ਤੋਂ ਉੱਤੇ 6 ਸਾਲ ਤੋਂ ਨੇੜੇ ਸੀ, ਥੱਲੇ ਸੀ ਕੁਝ, ਜਦ ਗੁਰਤਾ ਗੁਰਗੱਦੀ ਦੀ ਬਖਸ਼ਿਸ਼ ਕੀਤੀ ਹੈ। ਪਰ ਮਾਫ ਕਰਨਾ ਇੱਥੇ ਗੁਰੂ ਹਰਿ ਸਾਹਿਬ ਆਪਣੇ ਮਹਿਲ ਨੂੰ ਵੀ ਗੁਰਤਾ ਗੁਰਗੱਦੀ ਤੇ ਥਾਪ ਸਕਦੇ ਸਨ। ਕਹਿ ਦਿਓ ਵਾਹਿਗੁਰੂ, ਕਹਿ ਦਿਓ ਵਾਹਿਗੁਰੂ। 10 ਪਾਤਸ਼ਾਹੀਆਂ ਦੇ ਵਿੱਚੋਂ ਜੇ ਕੋਈ ਬੀਬੀ ਗੁਰਤਾ ਗੁਰਗੱਦੀ ਤੇ ਨਹੀਂ ਬੈਠ ਸਕਦੀ, ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕਿਸੇ ਬੀਬੀ ਦੀ ਬਾਣੀ ਦਰਜ ਨਹੀਂ ਹੋ ਸਕਦੀ, ਪੰਜਾਂ ਪਿਆਰਿਆਂ ਵਿੱਚ ਭਲਾ ਬੀਬੀ ਕਿਵੇਂ ਲੱਗ ਸਕਦੀ? ਖਾਲਸਾ ਜੀ ਕਿਵੇਂ ਲੱਗ ਸਕਦੀ? ਜਿਹੜੇ ਕਹਿੰਦੇ ਨੇ ਬੀਬੀਆਂ, ਇਹ ਅੱਜ ਸਾਡਾ ਪ੍ਰਚਾਰ ਹੈ, ਇੱਥੇ ਰੱਤੀ ਪਰ ਗੁੰਜਾਇਸ਼ ਨਹੀਂ। ਖਾਲਸਾ ਜੀ ਮਾਫ ਕਰਨਾ ਜਦ 5 ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਵੀਰ ਆਸਣ ਤੇ ਬੈਠੇ ਹੁੰਦੇ ਨੇ, ਖਾਲਸਾ ਜੀ ਆਪਾਂ ਤਾਂ ਉਂਝ ਹੀ ਵੇਖ ਕੇ ਸਾਡਾ ਮਨ, ਉਂਝ ਹੀ ਸਾਡੇ ਤੇ ਗੁਰੂ ਸਾਹਿਬ ਇੰਨੀ ਕਿਰਪਾ ਕਰ ਦੇਣ, ਮਨ ਨੀਵਾਂ ਤੇ ਮੱਤ ਉੱਚੀ, ਉਂਝ ਹੀ ਵੇਖ ਕੇ ਖਾਲਸਾ ਜੀ ਮਨ ਮਾਫ ਕਰਨਾ ਜੇ ਗੁਰੂ ਦੀ ਕਿਰਪਾ ਨਾ ਹੋਵੇ, ਉਂਝ ਹੀ ਬੀਬੀਆਂ ਭੈਣਾਂ ਨੂੰ ਵੇਖ ਕੇ ਮਨ ਸ਼ੁੱਧ ਨਹੀਂ ਰਹਿ ਸਕਦਾ। ਪੰਜਾਂ ਪਿਆਰਿਆਂ ਦੇ ਵਿੱਚ ਲੱਗੀ ਹੋਵੇ ਬੀਬੀ ਤੇ ਖਾਲਸਾ ਦੀ ਬੀਬੀ ਦੇ ਗੋਡੇ ਨਾਲ ਮਾਫ ਕਰਨਾ ਗੋਡਾ ਜੁੜਿਆ ਹੋਵੇ ਕਿਸੇ ਸਿੰਘ ਦਾ, ਮੇਰਾ ਖਾਲਸਾ ਜੀ ਮਾਫ ਕਰਨਾ ਤੇ ਸਿੰਘ ਦਾ ਮਨ ਸ਼ੁੱਧ ਰਹਿ ਜਾਏ। ਸਾਡਾ ਤੇ ਨਹੀਂ ਰਹਿ ਸਕਦਾ, ਜੇ ਤੁਹਾਡਾ ਰਹਿ ਸਕਦਾ ਤੇ ਹੋ ਸਕਦਾ ਤੁਸੀਂ ਬੜੇ ਅੱਗੇ ਨਿਕਲ ਗਿਆ ਹੋ। ਖਾਲਸਾ ਜੀ ਮਾਫ ਕਰਨਾ ਗੁਰੂ ਕੀ ਸੰਗਤ ਹਰ ਗੱਲ ਦੇ ਵਿੱਚ ਰਾਜ ਹੈ, ਜਾ ਰਹੇ ਨੇ ਗੁਰੂ ਸਾਹਿਬ, ਬੱਲੇ 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 ਬੱਲੇ, ਕਿੱਡੇ ਕਿੱਡੇ ਪੇਪਰ ਪਾਏ। ਗੁਰੂ ਇੱਕ ਹੈ, 9 ਸਰੂਪਾਂ ਦੇ ਵਿੱਚ, 9 ਸਰੂਪਾਂ ਦੇ ਵਿੱਚ ਕਹਿ ਦਿਓ ਵਾਹਿਗੁਰੂ, 9 ਸਰੂਪਾਂ ਦੇ ਵਿੱਚ ਇਹ 3 ਜਾਮੇ ਐਸੇ ਨੇ, ਕਹਿ ਦਿਓ ਵਾਹਿਗੁਰੂ। 10 ਸਰੂਪਾਂ ਦੇ ਵਿੱਚ, 10 ਸਰੂਪਾਂ ਦੇ ਵਿੱਚ ਨਾ ਭਾਵੇਂ ਗੁਰੂ ਕੀ ਸੰਗਤ 10 ਪਾਤਸ਼ਾਹੀਆਂ ਧੰਨਤਾ ਯੋਗ ਨੇ। ਗੁਰੂ ਅੰਗਦ ਦੇਵ ਮਹਾਰਾਜ ਗੁਰਤਾ ਗੁਰਗੱਦੀ ਪ੍ਰਾਪਤ ਕੀਤੀ ਸੇਵਾ ਕਰਕੇ, ਗੁਰੂ ਅਮਰਦਾਸ ਜੀ ਨੇ ਗੁਰਤਾ ਗੁਰਗੱਦੀ ਪ੍ਰਾਪਤ ਕੀਤੀ ਸੇਵਾ ਕਰਕੇ, ਸਿੱਖ ਤੋਂ ਗੁਰੂ ਚੌਥੇ ਪਾਤਸ਼ਾਹ ਨੇ ਗੁਰਤਾ ਗੁਰਗੱਦੀ ਪ੍ਰਾਪਤ ਕੀਤੀ ਸੇਵਾ ਕਰਕੇ, 5ਵੇਂ ਪਾਤਸ਼ਾਹ ਨੇ ਗੁਰਤਾ ਗੁਰਗੱਦੀ ਪ੍ਰਾਪਤ ਕੀਤੀ ਸੇਵਾ ਕਰਕੇ। ਪਰ 6ਵੇਂ ਪਾਤਸ਼ਾਹ ਦਾ ਤੇ 10ਵੇਂ ਪਾਤਸ਼ਾਹ ਦਾ ਕਿਤੇ ਜ਼ਿਕਰ ਨਹੀਂ ਆਉਂਦਾ ਕਿ ਇਹਨਾਂ 2 ਸਰੂਪਾਂ ਨੇ ਖਾਲਸਾ ਜੀ ਗੁਰਤਾ ਗੁਰਗੱਦੀ ਕਿਤੇ ਸੇਵਾ ਕਰਕੇ ਪ੍ਰਾਪਤ ਕੀਤੀ ਹੋਵੇ, ਕਿਤੇ ਆਉਂਦਾ ਜ਼ਿਕਰ ਖਾਲਸਾ ਜੀ ਕਹਿ ਦੇ ਵਾਹਿਗੁਰੂ। ਪਰ ਜਿਹੜੇ ਜਾਮੇ, ਜਿਹੜੇ 6ਵੇਂ ਜਾਮੇ ਚ ਔਰ ਜਿਹੜੇ 10ਵੇਂ ਜਾਮੇ ਚ ਮਾਫ ਕਰਨਾ ਖਾਲਸਾ ਦੀ ਕੰਮ ਕੀਤੇ ਨੇ, ਪਹਿਲੇ 5 ਐ ਕਹਿ ਲੋ ਕਿ ਜਿਹੜੇ ਬਾਕੀ 8 ਸਰੂਪਾਂ ਦੇ ਵਿੱਚ ਗੁਰੂ ਕੀ ਸੰਗ ਸੇਵਾ ਸਿਮਰਨ ਦੀ ਚਾਲੀ ਚਲਾਈ ਸੀ ਨਾ, ਉਹਦਾ ਪ੍ਰੈਕਟੀਕਲ ਕਰਕੇ 6ਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਨੇ ਦੱਸਿਆ। ਖਾਲਸਾ ਦੀ ਕਹਿ ਦੇ ਵਾਹਿਗੁਰੂ। ਤਲਵਾਰ ਵੀ ਚੱਕੀ, ਕਹਿ ਦਿਓ ਵਾਹਿਗੁਰੂ, ਤਲਵਾਰ ਵੀ ਚੱਕੀ, ਜੰਗ ਵੀ ਲੜੇ, ਪਰ ਜਿਹੜਾ ਧਿਆਨ ਦੇਣਾ ਪਵੇਗਾ ਗੁਰੂ ਕੀ ਗੁਰੂ ਸਾਹਿਬ ਤੁਰੇ ਜਾਂਦੇ ਨੇ। ਅੱਜ ਆਪਣੀਆਂ ਚਾਲੀਆਂ ਕਈ ਬਣ ਗਈਆਂ, ਕਈ ਕਹਿ ਦਿੰਦੇ ਨੇ ਇਹਨਾਂ ਸੰਤਾਂ ਦੀ ਤਾਂ ਵੱਖਰੀ ਚਾਲੀ, ਸੰਤਾਂ ਦੀ ਵੱਖਰੀ ਚਾਲੀ ਨਹੀਂ। ਅੱਜ ਕੱਲ ਕਹਿ ਰਹੇ ਨੇ, ਅੱਜ ਪ੍ਰਚਾਰ ਹੋ ਰਿਹਾ, ਤੁਸੀਂ ਸੁਣਿਆ ਹੋਣਾ ਦਿੱਲੀ 'ਚ ਕਿ ਆ ਗੁਰੂ ਗ੍ਰੰਥ ਦੇ ਉੱਤੇ ਬਿੰਦੀਆਂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਕਹੋ ਵਾਹਿਗੁਰੂ, ਉਹ ਕਹਿ ਦਿਓ ਵਾਹਿਗੁਰੂ। ਇਹ ਸੁਣਿਆ ਹੋਣਾ, ਤੁਸੀਂ ਸੁਣਿਆ ਕਿ ਨਹੀਂ ਸੁਣਿਆ? ਬੋਲਦੇ ਨਹੀਂ ਭਾਈ। ਇਹ ਸੁਣਿਆ ਹੋਣਾ ਕਿ ਅੱਜ ਬਿੰਦੀਆਂ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇੱਥੇ ਫਰਕ ਹੈ, ਇੱਥੇ ਫਰਕ ਹੈ। ਉਹ ਤੁਹਾਡਾ ਕੀ ਖਿਆਲ ਹੈ? ਇੱਕ ਵਾਰੀ ਬਾਣੀ ਉਚਾਰ ਦਾ ਜਹਾਜ਼ ਤਿਆਰ ਕੀਤਾ ਗਿਆ 5ਵੇਂ ਪਾਤਸ਼ਾਹ ਦੇ ਸਮੇਂ, ਤੇ ਦੂਜੀ ਵਾਰੀ ਬਾਣੀ ਉਚਾਰਨ ਕੀਤੀ 10ਵੇਂ ਪਾਤਸ਼ਾਹ ਨੇ। ਖਾਲਸਾ ਦੀ ਦਮਦਮਾ ਸਾਹਿਬ ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਨਾ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਚਾਰਨ ਕਰਕੇ ਨਾ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਵਰਗੇ ਸਿੰਘਾਂ ਦੇ ਪਾਸੋਂ ਗੁਰੂ ਕੀ ਸਰ ਗੁਰੂ ਕੇ ਸਰੂਪ ਲਿਖਾਏ ਸਨ। ਮਾਫ ਕਰਨਾ ਗੁਰੂ ਕੀ ਸਿੰਘ ਦਾ ਧਿਆਨ ਦੇਣਾ ਪਵੇਗਾ। ਤੁਹਾਡਾ ਕੀ ਖਿਆਲ? ਅੱਜ ਕਹਿੰਦੇ ਨੇ ਵਿਆਕਰਨ ਦੇ ਮੁਤਾਬਕ ਠੀਕ ਨਹੀਂ। ਕਹੋ ਵਾਹਿਗੁਰੂ, ਕਹਿ ਦਿਓ ਵਾਹਿਗੁਰੂ। ਉਹ ਕੋਈ ਆਪਣੇ ਪਿਓ ਨੂੰ ਕਹਿੰਦਾ ਤੇਰੀ ਨੱਕ ਠੀਕ ਨਹੀਂ, ਕੋਈ ਆਪਣੇ ਪਿਓ ਨੂੰ ਕਹਿੰਦਾ ਤੇਰੀ ਦਾੜੀ ਠੀਕ ਨਹੀਂ, ਕੋਈ ਪਿਓ ਆਪਣੇ ਨੂੰ ਕਹਿੰਦਾ ਉਹ ਗੁਰੂ ਗ੍ਰੰਥ ਸਾਹਿਬ ਸਾਡਾ ਪਿਓ ਹੈ, ਇੱਕ ਪਿਤਾ ਇੱਕ ਕੇ ਹਮ ਬਾਰਕ। ਕੋਈ ਕਹਿੰਦਾ, ਕਹਿੰਦੇ ਨੇ ਜੀ ਆ ਵਿਆਕਰਨ, ਉਹ ਕੀ 5ਵੇਂ ਪਾਤਸ਼ਾਹ ਨੂੰ ਵਿਆਕਰਨ ਦਾ ਪਤਾ ਨਹੀਂ ਸੀ ਕਿ 10ਵੇਂ ਪਾਤਸ਼ਾਹ ਨੂੰ ਵਿਆਕਰਨ ਦਾ ਪਤਾ ਨਹੀਂ ਸੀ? ਖਾਲਸਾ ਜੀ ਜਰਾ ਧਿਆਨ ਦੇਣਾ ਪਵੇਗਾ ਗੁਰੂ ਕੀ ਸੰਗਤ। ਅਸੀਂ ਆਪਣੀਆਂ ਵੱਖੋ ਵੱਖ ਚਾਲੀਆਂ ਚਲਾ ਲਈਆਂ ਨੇ, ਜਰਾ ਧਿਆਨ ਦੇਣਾ ਪਵੇਗਾ। ਗੁਰੂ ਦੀ ਚਾਲੀ ਇੱਕ ਹੈ, ਬੱਲੇ ਬੱਲੇ ਬੱਲੇ। ਲਾਲਾ ਸਖਤ ਕਸਵਟੀਆਂ ਪਰਖਦਾ, ਰੱਬ ਪਰਖਦਾ ਭਗਤਾਂ ਪਿਆਰਿਆਂ ਨੂੰ, ਕਦੇ ਦੇਗਾਂ ਦੇ ਵਿੱਚ ਹੈ ਕਾੜ ਦਿੰਦਾ, ਕਦੇ ਫੇਰਦਾ ਸਿਰਾਂ ਤੇ ਆਰਿਆਂ ਨੂੰ। ਮਾਫ ਕਰਨਾ ਖਾਲਸਾ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਜਿਹੜੇ ਬਿੰਦੀਆਂ ਲਾਉਣ ਦੀ ਕੋਸ਼ਿਸ਼ ਕਰ ਰਹੇ ਨਾ, ਆ ਬੜੀ ਗੱਲ ਚੱਲਦੀ ਵੀ ਦਮਦਮਾ ਸਾਹਿਬ ਦੇ ਇਲਾਕੇ 'ਚ, ਆ ਬੜੀ ਗੱਲ ਪੰਜਾਬ 'ਚ ਤਾਂ ਬਹੁਤ ਵਧੀਆ, ਪਰ ਇੱਕ ਗੱਲ ਯਾਦ ਰੱਖਿਓ, ਇਤਿਹਾਸ ਦੱਸਦਾ ਗੁਰੂ ਪਿਆਰਿਓ, ਇਤਿਹਾਸ ਦੱਸਦਾ ਕਿ ਗੁਰੂ ਹਰਿ ਸਾਹਿਬ ਦੇ ਬਾਬਾ ਰਾਮ ਰਾਏ ਜੀ ਵੱਡੇ ਸਾਹਿਬਜ਼ਾਦੇ ਗੁਰੂ ਹਰਿ ਸਾਹਿਬ ਦੇ, ਇਤਿਹਾਸ ਦੱਸਦਾ ਕਿ ਜਿੰਨਾ ਨਾ ਬਾਬਾ ਰਾਮ ਰਾਏ ਗੁਰੂ ਹਰਿ ਸਾਹਿਬ ਦਾ ਲੈਕ ਪੁੱਤਰ ਸੀ,
इन्ना लैक पुत इतिहास दे विच कोई नहीं होया। पर लैक पुत ने, लैक पुत एक गलती कर दे, कहो वाहिगुरू, एक गलती की लैक पुत ने, नलैक ने नहीं, लैक पुत जो गलती कर देना, मां कई बार कह दी कोई नहीं जी छड्डो सरदार जी छड्डो, कोई नहीं इन्ना लैक पुत है, जे गलती होगी तां की हो गया। गुरु ने यह नहीं कहा छड्डो, गुरु ने यह नहीं कहा छड्डो, पर गुरु नूं पता सी कि जब मेरे पुत गलतियां करनगे ते सिख 1000 गुणा अगे गलतियां करनगे। गल था गुरु नूं पता सी, गुरु ने इतिहास सिरजना सी, गुरु ने इतिहास सिरजना सी कि जे मेरे पुत ही गलतियां कर लागे मेरे सिखां दा की हाल होऊगा। खालसा जी जरा ध्यान देना पवेगा, गुरु की संगत जरा ध्यान देना पवेगा। एक अखर बदलिया सी, एक अखर मिट्टी बेईमान की क्या सी मुसलमान दी थां ते, एक अखर बदलिया लैक पुत्र ने, एक इतिहास बहुत लंबा कभी समा बनया विचार करांगे। एक अखर बदलिया मिट्टी बई मुसलमान की थां ते बेईमान की क्या, ते माफ करना इन्ने लैक पुत नूं गुरु हरा साहब ने सारी जिंदगी मत्थे नहीं सी लाया, मत्थे नहीं सी लाया, मत्थे बाबा राम राय गुरु हरा साहब ने मत्थे नहीं सी लाया। माफ करना ते सगो कीरतपुर साहब जब बाबा राम राय जी दिल्ली तो पुजे सन ना, ते सिख भेजे कि जाओ मेरे पिता नूं कहो कि बाबा राम राय जी दिल्ली औरंगजेब दे शंके निवृत्त करके आ गए ने। ते जदों सिख गुरु साहब दे चरणों 'च पुजे ना, ते बेनती की पातशाह बाबा राम राय जी दिल्ली जाके औरंगजेब दे शंके निवृत्त करके आ गए ने, हुण बाबा राम राय जी कहंदे कि मेरे पिता नूं कहो कि की हुक्म है। पर पिता ने आख्या सी, गुरु हरा साहब ने आख्या सी, सिखो गुरु ग्रंथ अमर दी बाणी दी बदल के तुक ते राम राय साडे मत्थे लगना चाहुंदा है। उन्होंने जो हुक्म पूछा ही है ना कि मेरे पिता नूं पुछ के आओ कि की हुक्म है, ते माफ करना ते राम राय नूं साडा हुक्म सुना दिओ, जाके गल कह दिओ कि तेरे पिता ने कहा कि साडे मत्थे ना लगी, साडे मत्थे ना लगी क्योंकि तू बाणी दी तुक बदली है, माफ करना साडे मत्थे ना लगी। उस मौके चिक्का ने आके आख्या जी बाबा जी गुरु साहब बहुत बहुत वीर रस ने, गुरु साहब ने आख्या कि बाबा राम राय को साडे मत्थे ना लगे, बाणी दी तुक बदल के राम राय साडे मत्थे लगना चाहुंदा है। उस मौके बाबा राम राय जी ने आख्या सी जाओ मेरे पिता नूं कहो कि राम राय कहंदा जे मत्थे ना लगा ते किधर जावां। सिखां ने आके पूछा महाराज हुण राम राय कहंदा हजूर दा साहिबजादा कहंदा कि जे तुहाडे मत्थे ना लगा ते किधर जावां। गुरु साहब ने आख्या जी उनको जिधर तेरा मुंह उधर तुर जा। आ देहरादून दा पहला ना देहरादून सी, डेरा सी बाबा राम राय दा, डेरा तू डेरादून तू देहरादून लैक पुत नूं आख्या जिधर तेरा मुंह उधर तुर जा। खालसा जी जिहड़े बिंदियां लाउंदे ने फिर सीधे नरकां नूं नहीं जाणगे ते कित्थे जाणगे। खालसा ਉਹ ਤਾਂ ਲਾਇਕ ਪੁੱਤ ਨੂੰ ਬਾਬਾ ਰਾਮ ਰਾਏ ਵਰਗੇ ਲਾਇਕ ਪੁੱਤ ਨੂੰ ਸਮਾਂ ਆਉਣ ਤੇ ਮਸੰਦਾਂ ਨੇ ਜਿਉਂਦਿਆਂ ਨੂੰ ਅੱਗ ਵਿੱਚ ਸਾੜਿਆ ਸੀ, ਤੇ ਜਿਹੜੇ ਕਹਿੰਦੇ ਨੇ ਕਿ ਬਿੰਦੀਆਂ ਲਾਉਣੀਆਂ ਨੇ ਉਹ ਲਾਇਕ ਪੁੱਤ ਨੂੰ ਮਸੰਦਾਂ ਨੇ ਅੱਗ ਸਾੜਿਆ, ਖਾਲਸਾ ਦੀ ਜਿਉਂਦਿਆਂ ਨੂੰ ਅੱਗ ਸਾੜਿਆ। ਤੇ ਤੁਸੀਂ ਇਹ ਦੱਸੋ ਉਹ ਤਾਂ ਲਾਇਕ ਪੁੱਤ ਸੀ, ਮਾਂ ਕਰਨਾ ਲਾਇਕ ਪੁੱਤ ਇੱਕ ਅੱਖਰ ਬਦਲਿਆ ਮੁਸਲਮਾਨ ਕੀ ਦੀ ਥਾਂ ਤੇ ਬੇਈਮਾਨ ਆਖਿਆ। ਲਾਇਕ ਪੁੱਤ ਨੂੰ ਮਸੰਦਾਂ ਨੇ ਜਿਉਂਦਿਆਂ ਨੂੰ ਅੱਗ 'ਚ ਸਾੜਿਆ, ਤੇ ਜਿਹੜੇ ਕਹਿੰਦੇ ਬਿੰਦੀਆਂ ਬਦਲ ਦੋ ਐ ਕਰ ਦੋ ਕਿ ਸਿਹਾਰੀਆਂ ਬਦਲੋ ਕੇ ਖਰੇ ਕੀ ਕਹਿੰਦੇ ਨੇ। ਤੁਹਾਡਾ ਕੀ ਖਿਆਲ ਉਹਨਾਂ ਦੀਆਂ ਕੁੱਲਾਂ ਨਹੀਂ ਗਰਕ ਹੋ ਜਾਣਗੀਆਂ। ਖਾਲਸਾ ਇਹ ਪੂਰਨ ਗੁਰੂ ਹੈ। ਅੱਜ ਤੋਂ 25-30 ਸਾਲ ਪਹਿਲਾਂ ਚਲੇ ਜਾਈਏ, ਖਾਲਸਾ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਾਤ ਨੂੰ ਸੁੱਖ ਆਸਨ ਕਰਨ ਤੋਂ ਬਾਅਦ ਨਾ ਅਲਮਾਰੀਆਂ 'ਚ ਰੱਖੇ ਜਾਂਦੇ ਸਨ। ਕਹੋ ਵਾਹਿਗੁਰੂ, आपने देखा होना ठीक है कि गलत है? अब बोलते क्यों? ठीक है ना। ਜਿਹੜੇ ਕਹਿੰਦੇ ਸੰਤਾਂ ਦੀ ਵੱਖਰੀ ਚਾਲੀ, ਸੰਤਾਂ ਦੀ ਆਪਣੀ ਕੋਈ ਚਾਲੀ ਨਹੀਂ, ਸੰਤ ਗੁਰੂ ਦੀ ਚਾਲੀ ਤੇ ਚੱਲਦੇ ਨੇ। ਉਹ ਮਹਾਂਪੁਰਖ ਬਾਬਾ ਨੰਸ ਨੇ ਆਖਿਆ ਸੀ ਦੁਨੀਆ ਦੇ ਲੋਕੋ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਨਾ ਆਪਾਂ ਅਲਮਾਰੀਆਂ 'ਚ ਰੱਖਦੇ ਆ, ਇਹ ਆਮ ਕਿਤਾਬ ਨਹੀਂ, ਇਹ ਗੁਰੂ ਦੇਖਦਾ, ਇਹ ਗੁਰੂ ਸੁਣਦਾ, ਇਹ ਗੁਰੂ ਸਾਡਾ ਕਿ ਜਾਰਾ ਜਹੂਰ ਹੈ ਕਿ ਹਾਜ਼ਰਾ ਹਜੂਰ ਹੈ। ਬਾਬਾ ਨੰਸ ਨੇ ਆਖਿਆ ਸੀ ਓਏ ਜੇ ਸਾਨੂੰ ਕੋਈ ਅਲਮਾਰੀ 'ਚ ਬੰਦ ਕਰਦੇ ਹੈ ਤੇ ਸਾਡਾ ਕੀ ਹਾਲ ਹੋਏਗਾ। ਕਹੋ ਵਾਹਿਗੁਰੂ, ਸਾਡਾ ਕੀ ਹਾਲ। ਚਾਲੀ ਬਣਾਈ ਮਹਾਂਪੁਰਖਾਂ ਨੇ, ਮਾਫ ਕਰਨਾ ਗੱਲ ਚੱਲੀ ਚਾਲੀ ਤੇ ਹਮ ਅੰਧ ਵਿਖਿਆ ਵਿਖਰਾਤੇ ਕਿਉਂ ਚਾਲੇ ਗੁਰ ਚਾਲੀ, ਕਿਉਂ ਚਾਲੇ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਸਿੱਖੋ। ਅਸੀਂ ਗੁਰੂ ਦੀ ਚਾਲੀ ਤੇ ਚੱਲਣਾ, ਕਿਸੇ ਬੰਦੇ ਦੀ ਚਾਲੀ ਤੇ ਨਹੀਂ ਚੱਲਣਾ। ਕਹਿ ਰਹੇ ਵਾਹਿਗੁਰੂ, ਕਿਸੇ ਬੰਦੇ ਦੀ ਚਾਲੀ ਤੇ ਨਹੀਂ ਚੱਲਣਾ, ਅੱਜ ਤਾਂ ਗੁਰੂ ਦੀ ਚਾਲੀ ਤੇ ਚੱਲਣਾ। ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਹੁਣ ਗੁਰੂ ਨਾਨਕ ਸਾਹਿਬ ਤੁਰੇ ਜਾ ਰਹੇ ਵਿਚਾਰ ਚੱਲੀ ਸੀ, ਜਾਂਦੇ ਜਾਂਦੇ ਇੱਕ ਚੁਰਾਹਾ ਆ ਗਿਆ, ਚੌਂਕ ਆ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਵਿਲੱਖਣ ਜਿਹਾ ਰੂਪ ਧਾਰਨ ਕਰ ਲਿਆ ਤੇ ਚੁਰਾਹੇ ਤੇ ਆ ਕੇ ਖੜੇ ਹੋ ਗਏ। ਜਦੋਂ ਖੜੇ ਹੋ ਗਏ ਹਜ਼ੂਰ ਦੇ ਨੇਤਰ ਬੰਦ ਨੇ, ਕਦੇ ਨੇਤਰ ਬੰਦ ਕਰਦੇ ਨੇ, ਕਦੇ ਨੇਤਰ ਖੋਲਦੇ ਨੇ, ਨੇਤਰ ਬੰਦ ਕਰਦੇ ਨੇ, ਨੇਤਰ ਖੋਲਦੇ ਨੇ। ਮਾਫ ਕਰਨਾ ਗੁਰੂ ਕੀ ਸੰਗਤ 5 ਮਿੰਟ ਦੇ ਬਾਅਦ ਹਜ਼ੂਰ ਦੇ ਨੇਤਰ ਖੁੱਲੇ। ਜਦੋਂ ਨੇਤਰ ਖੁੱਲੇ ਤਾਂ ਨਜ਼ਰ ਬਾਬਾ ਲਹਿਣਾ ਜੀ ਤੇ ਪਈ। ਕਹਿੰਦੇ ਲੈਣੇ ਆ ਬਈ ਆਪਾਂ ਕਿੱਧਰੋਂ ਆਏ ਤੇ ਕਿੱਧਰ ਨੂੰ ਜਾਣਾ। ਆਪਾਂ ਕਿੱਧਰੋਂ ਆਏ ਕਿੱਧਰ ਨੂੰ ਜਾਣਾ। ਬਾਬਾ ਲਹਿਣਾ ਜੀ ਲੱਗੇ ਕਰ ਪਾਤਸ਼ਾਹ ਆਪਾਂ ਇਧਰੋਂ ਆਉਣਾ, ਆਏ ਇਧਰੋਂ ਆਏ ਤੇ ਇਧਰ ਨੂੰ ਜਾਣਾ।
उस मौके गुरु नानक साहब लगे कह लगे शुक्र है लैणा जी, शुक्र है लैणा जी, शुक्र है लैणे आ, शुक्र है अज सानू भी कोई राह दस्सण वाला मिले, शुक्र है अज सानू भी कोई राह दस्सण वाला मिले, शुक्र है। बाबा लैणा जी दी ताहां निकल गई। महाराज सिख भी भला गुरु नूं राह दस सकदा? अज राह दस देने पे सानू, कहो वाहिगुरू, ये सानू राह दस देने पे, ये राह दस देने पे कि 3 पढ़ लो, मूल गुरप्रसाद तक पढ़ लो, अज राह दस देने पे, माफ करना अज राह दस देने पे कि बिंदियां लाउणियां ने, अज राह दस देने पे, माफ करना खालसा जी कि 50 किताबां लिया के तुहाडे अगे रखने, 5वें पातशाह जी तत्ती तवी ते नहीं बैठे, कहो वाहिगुरू, कहना लो ते नहीं बैठे, तत्ती लो ते नहीं बैठे, कहना लो गर्म चल रही सी, वाह नूं लो भी कह दिंदे ने, कह रहे वाहिगुरू, कहना बाबा दीप सिंह दा सीस धड़ तो जुदा नहीं सी होया, माफ करना कहंदे चीर आ गया सी, ये साडा प्रचार हो रहा है, कह दिओ वाहिगुरू, ओ कह दिओ वाहिगुरू, माफ करना खालसा जी जरा ध्यान देना पवेगा। बाबा लैणा जी नूं गुरु सब कहंदे ने शुक्र है लैणे आ, सानू भी गुरु दस्सण वाला मिलिया, शुक्र है लैणे आ। बाबा लैणा जी दी ताहां निकल गईयां, आख्या महाराज गुरु नानक साहब दे चरणां ते टैप है, सिर नहीं चक्या, उच्ची च रोई जांदे ने। गुरु नानक साहब कहंदे लैणा जी की गल? आख्या महाराज मैं कौन हो सकदा, मैं कौन हुंदा, माफ करना आप जी नूं राह दस्सण वाला, महाराज मैं ते तुहाडे दस्से राह ते चलना, कह दिओ वाहिगुरू, मैं ते तुहाडे दस्से राह ते चलना, मैं कौन हुंदा तुहानूं राह दस्सण वाला, महाराज मैं कौन राह दस्सण वाला, मैं ते तुहाडे दस्से राह ते चलना। उच्ची च रोई जांदे ने। बाबा लैणा जी नूं बाह तों फड़ के ते गल नाल ला लिया। बड़े समय आए, एक ऐसा समा भी आया सी, कह दे वाहिगुरू, एक ऐसा समा भी आया सी। गुरु नानक साहब दे महल माता चोड़ी जी सुलखणी भी के आख्या हजूर दे माफ करना, एक दुनियावी प्यो दी जायदाद नहीं सी, पुत्री कौल ना पाले। एक ऐसा समा भी आया थी, गुरु की संगत हजूर बैठे ने, एक पासे दोवें पुत्र बैठे ने, एक पासे भाई बाला जी बैठे ने, बाबा बुढ़ा जी वर्गे बड़े कमाइयां वाले गुरु के सिख बैठे ने। हजूर दे महल ने आख्या सी महाराज भावें मनो ते भावें ना मनो, तुसी गुरता गुरगद्दी दी बख्शिश मेरे पुत्रां दे ना करके तुसी गुरता गुरगद्दी दी बख्शिश बाबा लैणा जी ते करोगे, लैणा जी ते। गुरु नानक साहब ने आख्या सी आहा इन्नियां कमाइयां वाले शक्तियां बल्ले 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 गुरु नानक दे पुत्रां कोल भी घट नहीं सन, कह दे वाहिगुरू। एक समय कहंदे ने कि बाबा लक्ष्मीदास जंगल शिकार खेड रहे, पता लगा बाबा श्री चंद जी नूं जो विरक्त सन, दूजे पासे बाबा लक्ष्मीदास जी जो साध संगत जी लक्ष्मीदास जी माफ करना जो गृहस्थ विच सन, कहंदे ने कि शिकार खेड रहे ने, ते बाबा श्री चंद नूं किसने आख्या बाबा जी तुहाडा भरा तुहाडा छोटा वीर वो जंगल में शिकार खेड रहा। आख्या शिकार खेड रहा, कहंदे बाबा श्री चंद जी उठे, बाबा श्री चंद जी कित्थे पहुंचे? बाबा लक्ष्मीदास दे कोल पुजे। आख्या लक्ष्मीदास, आख्या तेनू पता नहीं आ बदोसे जानवरां दा शिकार खेड रहे, आ जेड़े कहंदे मांस खा लो, जरा सुन लो जरा खालसा जी, आख्या बदोसे जानवरां दा शिकार खेड रहे हैं। ओ लक्ष्मीदास ओ तेनू पता नहीं एक दिन दरगाह विच जाके हिसाब होना, एक दिन दरगाह विच जाके हिसाब होना, तेनू पता नहीं। ये गल जो बाबा श्री चंद जी ने कही ना, तो बाबा लक्ष्मीदास जी कहंदे ने चंगा वड्डे भरा वड्डे वीर, जे गुरु नानक दे घर जन्म लैके हिसाब किताब देना सी ना, फिर गुरु नानक दे घर जन्म काहनूं लेना सी? खालसा ओ इन्नियां कमाइयां वाले पुत्र, कह दे वाहिगुरू, ओ इन्नियां कमाइयां वाले पुत्र इस दात तों पिछे रह गए, क्यों रह गए? वो केड़ा कारण सी, वो केड़ा कौज सी, वो माफ करना केड़ी गल सी? बाबा लक्ष्मीदास जी लगे कहन, आख्या वीर श्री चंद जे गुरु नानक साहब दे घरे जन्म लैके हिसाब किताब देना सी ना, आख्या माफ करना ते फिर गुरु नानक साहब दे घरे जन्म काहनूं लेना सी? आख्या वीर श्री चंद हुण शिकार तां बाद च खेडांगा, पहला हिसाब किताब ही निबेड़िया वा। घर आए, घर अपने घर वाली भाव धर्म सुपत्नी नूं तैयार कीता, ते एक छोटा जिहा सालू नां दा बच्चा सी, माफ करना गुरु कृष्ण छोटा जिहा बच्चा बाबा लक्ष्मीदास जी दा, उहनूं तैयार कीता घोड़े ते सवार हो के ना, घोड़े ते सवार होके बाबा लक्ष्मीदास जी पिछे घर वाली ते ओदी गोदी च बच्चा आकाश मार्ग दे जरिए जहाज ते उड़दे ने ना, कह दे वाहिगुरू, कदे इतिहास पढ़िया करो, जहाज उड़दे ने आकाश च, ऐ बाबा लक्ष्मीदास दा घोड़ा उड़दा जा रहा आकाश, कह दे वाहिगुरू इन्नी शक्ति, कहने चंगा हिसाब किताब नवेड़े आइए। पता लगा किसी नूं माफ करना किसी ने जाके बाबा श्री चंद जी ने दस्या, बाबा जी तुहाडा छोटा भरा तां समेत परिवार ही सचखंड जा रहा घोड़े ते सवार होके। ते बाबा श्री चंद जी लगे कहने है ये तो गुरु नानक साहब की कुल रुक जाएगी, साडे तां पिता दी कुल रुक जाएगी, माफ करना मैं तो विरक्त हां, मैं तो अवधूत साधु हां, साडी तां कुल रुक जाएगी। कहंदे बाबा श्री चंद जी दौड़े ते छाती मारी उतां नूं, आख्या वीर लक्ष्मीनाथ की, आख्या वीर श्री चंद, मैं क्या पहला हिसाब किताब भी निबेड़े,
ਪਹਿਲਾਂ ਦਰਗਾਹ ਤੇ ਜਾ ਕੇ ਹਿਸਾਬ ਕਿਤਾਬ ਹੀ ਨਿਬੇੜੀਏ। ਐਨੀਆਂ ਐਨੀਆਂ ਸ਼ਕਤੀਆਂ ਦੇ ਮਾਲਕ ਗੁਰੂ ਨਾਨਕ ਦੇ ਪੁੱਤਰ ਆ ਗੁਰਤਾ ਗੁਰਗੱਦੀ ਦੀ ਦਾਤ ਤੋਂ ਵਾਂਝੇ ਰਹਿ ਗਏ। ਜਰਾ ਧਿਆਨ ਦੇਣਾ ਪਵੇਗਾ, ਇੱਕ ਵਾਰੀ ਕਹਿ ਦਿਓ, ਜਰਾ ਧਿਆਨ ਦੇਣਾ ਪਵੇਗਾ। ਵਾਂਝੇ ਰਹਿ ਗਏ, ਵਾਂਝੇ। ਮਾਫ ਕਰਨਾ ਖਾਲਸਾ ਜੀ, ਜਦੋਂ ਵਾਂਝੇ ਰਹਿ ਗਏ ਤੇ ਬਾਬਾ ਸ੍ਰੀ ਚੰਦ ਨੇ ਆਖਿਆ ਲక్ష్ਮੀ ਦਾਸ ਆ ਗਈ। ਆਖਿਆ ਵੀਰ ਪਹਿਲਾਂ ਹਿਸਾਬ ਕਿਤਾਬ ਵੀ ਨਿਬੇੜੇ ਆਈਏ। ਆਖਿਆ ਲక్ష్ਮੀ ਦਾਸ ਜੇ ਸੱਚਖੰਡ ਚੱਲਿਆ ਨਾ ਤੇ ਮਾਫ ਕਰਨਾ ਸਾਡੇ ਪਿਤਾ ਦੀ ਕੁੱਲ ਰੁਕ ਜਾਏਗੀ, ਇਹਦੇ ਕਰ ਬੱਚਾ ਤੇ ਛੱਡ ਜਾ। ਆਖਿਆ ਨਾ, ਕਹਿੰਦੇ ਨੇ 11,500 ਯੋਜਨ, ਇੱਕ ਯੋਜਨ 4 ਮੀਲ ਦਾ ਮੰਨਿਆ। ਕਹਿੰਦੇ ਵੈਗਰੂ 4 ਮੀਲ ਦਾ ਯੋਜਨ, 11,500 ਯੋਜਨ ਨਾ ਆਪਣੀ ਰੂਹਾਨੀ ਸ਼ਕਤੀ ਦੇ ਜਰੀਏ ਬਾਬਾ ਸ੍ਰੀ ਚੰਦ ਨੇ ਆਪਣੀ ਬਾਹ ਲੰਬੀ ਕਰਕੇ ਇੱਥੇ ਹੁਣ ਸਾਇੰਸ ਕੀ ਕਰੂਗੀ? ਕਹੋ ਵੈਗਰੂ, ਕਹਿ ਰਹੇ ਵੈਗਰੂ, ਇੱਥੇ ਹੁਣ ਕਿਤਾਬਾਂ ਪੜ੍ਹਨ ਵਾਲੇ ਕੀ ਕਰਨਗੇ? ਕਰਨਗੇ ਕੁਛ? ਕਹਿ ਰਹੇ ਵੈਗਰੂ। ਗੁਰੂ ਗੋਬਿੰਦ ਸਿੰਘ ਦਾ ਇੰਨਾ ਪਵਿੱਤਰ ਨਾਮ ਇਸ ਜ਼ਬਾਨ ਨਾਲ ਲੈ ਸਕੀ ਹੈ, ਅਜੇ ਤੱਕ ਉਹ ਜ਼ਬਾਨ ਹੀ ਨਹੀਂ ਬਣੀ। ਖਾਲਸਾ ਦੀ ਮਾਫ ਕਰਨਾ ਗੁਰੂ ਕੀ ਸੰਗਤ, ਕੱਲ ਦੇ ਕੀਰਤਨ ਚ ਵਿਚਾਰ ਕਰਾਂਗੇ, ਜਰਾ ਧਿਆਨ ਦੇਣਾ ਪਵੇਗਾ। ਹਜੂਰ ਦੇ ਮਹਿਲ ਮਾਤਾ ਸੁਲੱਖਣੀ ਜੀ ਭਾਵ ਚੋਣੀ ਜੀ ਲੱਗੇ ਕਹਿਣ, ਮਹਾਰਾਜ ਭਾਵੇਂ ਮੰਨੋ ਭਾਵੇਂ ਨਾ ਮੰਨੋ, ਮੈਨੂੰ ਪੂਰਾ ਯਕੀਨ ਹੈ, ਇਹ ਪੂਰਾ ਸੱਚ ਹੈ, ਇਹਦੇ ਚ ਕੋਈ ਸ਼ੱਕ ਨਹੀਂ ਕਿ ਤੁਸੀਂ ਗੁਰਤਾ ਗੁਰਗੱਦੀ ਨਾ ਮੇਰੇ ਪੁੱਤਰਾਂ ਨੂੰ ਨਾ ਦੇਖੇ। ਇਹ ਕਿਰਪਾ ਲੈਣਾ ਜੀ ਤੇ ਕਰੋਗੇ, ਲੈਣਾ ਜੀ ਤੇ ਮਾਫ ਕਰਨਾ। ਹਜੂਰ ਦੇ ਮਹਿਲ ਨੇ ਆਖਿਆ, ਜਦ ਇਹ ਗੱਲ ਕਹੀ ਤਾਂ ਗੁਰੂ ਸਾਹਿਬ ਲੱਗੇ ਕਹਿਣ ਲੱਗੇ ਆਪਣੇ ਮਹਿਲ ਨੂੰ, ਆਖਿਆ ਸੁਲੱਖਣੀ ਮੈਂ ਤਾਂ ਤੇਰੇ ਪੁੱਤਾਂ ਤੇ ਕਿਰਪਾ ਕਰਦਾ, ਗੁਰੂ ਤਾਂ ਕਿਰਪਾ ਕਰਦਾ, ਅਸੀਂ ਲੈਂਦੇ ਹੀ ਨਹੀਂ। ਕਹੋ ਵਾਹਿਗੁਰੂ, ਇਹ ਕਿਰਪਾ ਨਹੀਂ ਕਰਦਾ? ਅੰਮ੍ਰਿਤ ਨਾਮ ਨਿਧਾਨ ਹੈ ਮਿਲ, ਅੱਗੇ ਕਾਹਨੂੰ ਜਾਂਦੇ ਹੋ? ਇੱਥੇ ਰੋਕੋ ਨਾ ਪਹਿਲਾਂ। ਅੰਮ੍ਰਿਤ ਨਾਮ ਨਿਧਾਨ ਹੈ ਮਿਲ, ਹਾਂਜੀ ਪੀਵੋ ਭਾਈ ਤੇ ਪੀ ਲਓ। ਫਿਰ ਕੌਣ ਪੀਵੇ? ਗੁਰੂ ਤੇ ਕਿਰਪਾ ਕਰਦਾ ਹੈ, ਗੁਰੂ ਤੇ ਕਿਰਪਾ ਕਰਦਾ ਹੈ। ਮਾਫ ਕਰਨਾ ਕਿਰਪਾ ਕਰਦਾ ਹੈ, ਲੈ ਲਓ ਜੋ ਮੰਗੇ ਠਾਕਰ ਆਪਣੇ ਤੇ, ਲੈ ਲਓ ਲੈ ਲਓ। ਫਿਰ ਮਾਫ ਕਰਨਾ ਇਹ ਲੈਂਦਾ ਹੀ ਨਹੀਂ, ਜੋ ਮੰਗਾ ਠਾਕਰੇ ਆਪਣੇ ਤੇ ਸੋਈ ਸੋਈ ਦੇਵੇ। ਮਾਫ ਕਰਨਾ ਇਹ ਕਿਰਪਾ ਲੈਂਦਾ ਹੀ ਨਹੀਂ, ਗੁਰੂ ਤਾਂ ਕਿਰਪਾ ਕਰ ਰਿਹਾ। ਅੰਮ੍ਰਿਤ ਵੇਲੇ ਜਾਗਿਆ ਕਰ, ਗੁਰੂ ਕਿਰਪਾ ਕਰ ਰਿਹਾ। ਗੁਰੂ ਕਹਿੰਦਾ ਜਾਗਿਆ ਕਰ, ਜਾਗਣਾ ਹਰ ਜਾਗਣ ਨੀਕਾ, ਜਾਗਿਆ ਕਰ ਹਰ ਕੀਰਤਨ ਮੈਂ ਜਾਗਣਾ। ਕੀਰਤਨ ਚ ਜਾਗਿਆ ਕਰ, ਕਿਰਪਾ ਲੈਂਦਾ ਹੀ ਨਹੀਂ। ਹਜੂਰ ਨੇ ਆਖਿਆ ਸੁਲੱਖਣੀ ਅਸੀਂ ਤਾਂ ਬਖਸ਼ਿਸ਼ ਕਰ ਰਹੇ, ਤੇਰੇ ਪੁੱਤਰ ਦਾਤ ਲੈਂਦਾ ਹੀ ਨਹੀਂ। ਆਖਿਆ ਮੇਰੇ ਸਾਹਮਣੇ ਕਿਰਪਾ ਕਰੋ। ਭਲਾ ਕਿਵੇਂ ਨਹੀਂ ਲੈਂਦੇ? ਕਿਵੇਂ ਬਖਸ਼ਿਸ਼ ਪ੍ਰਾਪਤ ਨਹੀਂ ਕਰਦੇ? ਮੇਰੇ ਸਾਹਮਣੇ ਕਿਰਪਾ ਕਰੋ। ਇਹਨਾਂ ਨੂੰ ਪ੍ਰੇਮੀ ਆਇਆ, ਉਹਨੇ ਟਕਾ ਰੱਖ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ। ਹਜੂਰ ਨੇ ਚੱਕਿਆ ਟਕਾ ਤੇ ਆਖਿਆ ਲੈ, ਆਖਿਆ ਲਓ ਸੁਲੱਖਣੀ ਜੀ ਇਹ ਤੁਹਾਡੇ ਮੈਂ ਪੁੱਤਾਂ ਤੇ ਲੱਗਾ ਕਿਰਪਾ ਕਰਨ, ਪਰ ਇਹਨਾਂ ਨੇ ਸੰਭਾਲਣੀ ਨਹੀਂ, ਇਹ ਦਾਤ ਨਹੀਂ ਸੰਭਾਲਣੀ, ਇਹਨਾਂ ਨੇ ਇਹ ਦਾਤ ਨਹੀਂ ਸੰਭਾਲਣੀ। ਆਖਿਆ ਮੇਰੇ ਸਾਹਮਣੇ ਕਿਰਪਾ ਕਰੋ। ਹਜੂਰ ਨੇ ਸੱਜੇ ਹੱਥ ਦੀ ਹਥੇਲੀ ਤੇ ਟਕਾ ਰੱਖ ਦੇ। ਆਖਿਆ ਸੀ ਪਹਿਲਾਂ ਤੇ ਆਪਣੇ ਮਹਿਲ ਨੂੰ ਆਖਿਆ ਵੇਖੋ ਕੀ ਹੈ। ਹਜੂਰ ਦੇ ਮਹਿਲ ਲੱਗੇ ਕਹਿਣ ਕੀ ਹੈ? ਮੈਨੂੰ ਇਹਨਾਂ ਨਹੀਂ ਪਤਾ ਕੀ ਹੈ, ਟਕਾ ਹੀ ਹੋਰ ਕੀ ਹੈ? ਇਹ ਟਕਾ ਹੀ ਹੋਰ ਕੀ ਹੈ? ਇਹ ਟਕਾ ਹੋਰ ਕੀ ਹੈ? ਮਾਫ ਕਰਨਾ ਖਾਲਸਾ ਦੀ, ਟਕਾ 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 ਸੋਵਰੀ ਕੋਲ ਟਕਾ। ਹਜੂਰ ਕਹਿ ਰਿਹਾ ਚੰਗੀ ਤਰ੍ਹਾਂ ਦੇਖੋ, ਚੰਗੀ ਤਰ੍ਹਾਂ ਦੇਖੋ। ਆਖਿਆ ਮਾਰੇ ਟਕਾ ਹੋਰ ਕੀ? ਆਹ ਹਜੂਰ ਨੇ ਆਖਿਆ ਬੇਟਾ ਸ੍ਰੀ ਚੰਦ ਤੂੰ ਦੱਸ ਸਾਡੇ ਸੱਜੇ ਹੱਥ ਦੀ ਤਲੀ ਤੇ ਕੀ ਹੈ? ਤੇ ਬਾਬਾ ਸ੍ਰੀ ਚੰਦ ਜੀ ਲੱਗੇ ਕਹਿਣ ਮੇਰੀ ਮਾਤਾ ਤੇ ਯਕੀਨ ਨਹੀਂ ਹੈ, ਟਕਾ ਹੀ ਹੋਰ ਕੀ? ਤੁਹਾਡਾ ਕਹਿਣਾ ਸੀ ਇਹਦੇ ਨਾਲ ਦੇ ਟਕੇ ਨਹੀਂ ਵੇਖੇ? ਟਕਾ ਟਕਾ 100 ਵਾਰੀ ਘੁਆਲੋ ਟਕਾ। ਮਾਫ ਕਰਨਾ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਆਪਣੇ ਮਹਿਲ ਨੂੰ ਆਖਿਆ ਵੇਖ ਲਓ ਬਖਸ਼ਿਸ਼ ਕਰ, ਤੇਰਾ ਪੁੱਤ ਬਖਸ਼ਿਸ਼ ਸੰਭਾਲ ਨਹੀਂ ਰਿਹਾ। ਹਜੂਰ ਦੇ ਮਹਿਲ ਹੱਸ ਕੇ ਕਹਿ ਰਹੇ ਨੇ ਤੇ ਸਭ ਜਿਆਦਾ ਜਵਾਨ ਹੋ ਗਿਆ, ਇਹ ਸਿਆਣਾ ਹੋ ਗਿਆ, ਬਣਿਓ ਨਾ ਬਣਿਓ। ਤੁਸੀਂ ਕਹੋਗੇ ਆਹ ਕੀ ਗੱਲ ਕਹਿਤੀ, ਆਹ ਕੀ ਗੱਲ ਕਹਿਤੀ? ਬਣਿਓ ਨਾ ਬਣਿਓ, ਬਣਨ ਵਿੱਚ ਦੁੱਖ ਹੈ, ਨਾ ਬਣਨ ਵਿੱਚ ਸੁੱਖ ਹੈ। ਦੁਨੀਆ ਕਹੀ ਜਾ ਕਦੇ ਨਾ ਕਿਉਂ ਸੰਤ, ਕਦੇ ਨਾ ਕਿਉਂ ਬਣ ਗਏ ਬ੍ਰਹਮ ਗਿਆਨੀ ਆ, ਕਹੀ ਜਾ ਵੱਖਰੀ ਗੱਲ ਹੈ। ਜੇ ਕੋਈ ਕਹਿੰਦਾ ਤੇਰੀ ਵਡਿਆਈ, ਕੋਈ ਨਿੰਦਾ ਕਰਦਾ ਤਾਂ ਤੇਰੀ ਵਡਿਆਈ, ਉਸ ਤੋਂ ਨਿੰਦਾ ਦੋ ਤਿਆਗਿਆ ਖੋਜਾ ਪਦ ਨਿਰਬਾਨਾ, ਜਨ ਨਾਨਕੇ ਖੇਲ ਕੱਟਣਾ ਗੁਰਮੁਖ ਬਿਰਲੇ। ਬਣੋਗੇ ਮਾਰੇ ਜਾਓਗੇ, ਬਣੋਗੇ ਮਾਰੇ ਜਾਓਗੇ, ਸਭ ਕੁਝ ਬਣ ਕੇ ਵੀ, ਸਭ ਕੁਝ ਬਣ ਕੇ ਵੀ। ਮਾਫ ਕਰਨਾ ਕਹਿੰਦੇ ਗਏ ਨਾ ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ, ਕਹੋ ਨਾਨਕ ਸਭ ਤੇਰੀ ਵਡਿਆਈ।
ਕੋਈ ਨਾਮ ਨਾ ਜਾਣੇ। ਇੱਕ ਵਾਰੀ ਕਹਿੰਦੇ ਚੂਹੇ ਨੇ ਸੋਚਿਆ, ਚੂਹੇ ਨੇ ਵੀ ਸਾਡਾ ਕੋਈ ਨੰਬਰਦਾਰ ਚੌਧਰੀ ਹੋਣਾ ਚਾਹੀਦਾ, ਸਾਡਾ ਕੋਈ ਨੰਬਰਦਾਰ ਚੌਧਰੀ ਹੋਣਾ ਚਾਹੀਦਾ। ਚੂਹੇ ਨੇ ਸੋਚਿਆ, ਚੂਹੇ ਵੀ ਜਿਹੜਾ ਸਾਡੇ ਫੈਸਲੇ ਨੇ ਨਿਬੇੜ ਦਿਆ ਕਰੇ। ਨਾ ਬਣਿਓ। ਲੱਗੇ ਕਹਿਣ ਵੀ ਗੱਲ ਤਾਂ ਠੀਕ ਹੈ। ਦੂਜੇ ਚੂਹੇ ਲੱਗੇ ਕਹਿਣ ਵੀ ਗੱਲ ਤਾਂ ਠੀਕ ਹੈ, ਕੋਈ ਸਾਡਾ ਨੰਬਰਦਾਰ ਚੌਧਰੀ ਹੋਣਾ ਚਾਹੀਦਾ। ਉਹਨਾਂ ਨੇ ਇੱਕ ਚੂਹਾ ਕਹਿਣ ਲੱਗਾ ਵੀ ਮੈਨੂੰ ਨੰਬਰਦਾਰ ਬਣਾ ਦਿਓ, ਚੌਧਰੀ ਬਣਾ ਦਿਓ। ਜਦ ਬਣਾਤਾ ਚੌਧਰੀ, ਦੂਜੇ ਚੂਹੇ ਲੱਗੇ ਕਹਿਣ ਤੈਨੂੰ ਚੌਧਰੀ ਤਾਂ ਬਣਾਤਾ, ਤੇਰੀ ਪਹਿਚਾਣ ਕੀ ਹੋਊਗੀ, ਉਹ ਤੇਰੀ ਸਿਆਣ ਕੀ ਹੋਊਗੀ। ਦੂਜੇ ਚੂਹੇ ਲੱਗੇ ਕਹਿਣ ਵੀ ਐ ਕਰੋ, ਇਹਦੀ ਪੂਛ ਨਾਲ ਨਾ ਛੱਜ ਬਣ ਦੋ, ਛੱਜ। ਸਰਪੰਚੀ ਦਾ, ਨੰਬਰਦਾਰੀ ਦਾ, ਚੌਧਰਪੁਣੇ ਦਾ ਛੱਜ ਬਣ ਦੋ। ਕਹਿੰਦੇ ਵੀ ਠੀਕ ਹੈ। ਜਦੋਂ ਚੂਹਾ ਜਿਹਨੂੰ ਨੰਬਰਦਾਰ ਤੇ ਚੌਧਰੀ ਬਣਾਇਆ ਸੀ ਨਾ, ਉਹਦੀ ਪੂਛ ਨਾਲ ਬੰਨਿਆ ਛੱਜ, ਬੜਾ ਖੁਸ਼ ਵੀ ਮੈਂ ਤਾਂ ਚੌਧਰੀ ਬਣ ਗਿਆ, ਮੈਂ ਤਾਂ ਚੌਧਰੀ ਬਣ ਗਿਆ, ਬੜਾ ਖੁਸ਼। ਉਧਰੋਂ ਆਈ ਬਿੱਲੀ, ਬਾਕੀ ਚੂਹੇ ਤਾਂ ਦੌੜ ਕੇ ਵੜ ਕੇ ਰੁੱਡ 'ਚ ਮਾਰਿਆ ਗਿਆ ਜਿਹੜਾ ਬਣਿਆ ਸੀ, ਜਿਹੜਾ ਬਣਿਆ ਸੀ ਮਾਰਿਆ ਗਿਆ। ਮਾਫ ਕਰਨਾ ਸਭ ਕੁਝ ਬਣ ਕੇ ਵੀ ਕੁਝ ਨਹੀਂ ਬਣਨਾ, ਮਾਫ ਕਰਨਾ ਕੁਝ ਨਹੀਂ ਬਣਨਾ, ਮਾਫ ਕਰਨਾ ਸਿੱਖ ਨੇ ਬਣਨਾ, ਇਹਨੇ ਆਪ ਨਹੀਂ ਬਣਨਾ, ਇਹਨੇ ਬਣਨਾ, ਇਹਨੇ ਗੁਰੂ ਦਾ ਬਣਨਾ ਕਰਦਾ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ ਤੂੰ ਸਭ ਕੁਝ ਮੈਨੂੰ ਸੌਂਪਿਆ, ਜਾ ਬੱਲੇ ਬੱਲੇ। ਤੇ ਪਾਤਸ਼ਾਹ ਕਹਿੰਦੇ ਲੈ ਲਓ ਸੁਲੱਖਣੀ, ਤੁਹਾਡਾ ਪੁੱਤਰ ਇਹ ਦਾਤ ਲੈ ਨਹੀਂ ਰਿਹਾ। ਤੇ ਹਜ਼ੂਰ ਦੇ ਮਹਿਲ ਕਹਿੰਦੇ ਟਕਾ ਹੀ ਹੋਰ ਕੀ। ਹਜ਼ੂਰ ਨੇ ਛੋਟੇ ਸਾਹਿਬਜ਼ਾਦੇ ਨੂੰ ਆਖਿਆ, ਬੇਟਾ ਲక్ష్ਮੀ ਦਾਸ ਤੂੰ ਦੱਸ ਓਏ, ਤੂੰ ਦੱਸ ਸਾਡੇ ਸੱਜੇ ਹੱਥੀ ਤਲੀ ਤੇ ਕੀ। ਬਾਬਾ ਲక్ష్ਮੀ ਦਾਸ ਲੱਗੇ ਕਹਿੰਦੇ ਵੱਡਾ ਭਰਾ ਝੂਠ ਬੋਲਦਾ, ਟਕਾ ਹੀ ਹੋਰ ਕੀ। ਇਹਦੇ ਨਾਲ ਦੇ ਤੇ ਮੇਰੇ ਕੋਲ 50 ਟਕੇ ਨੇ, 50 ਟਕੇ। ਮਾਫ ਕਰਨਾ ਖਾਲਸਾ ਦੀ ਹਜ਼ੂਰ ਕਹਿ ਰਹੇ ਨੇ, ਕਹਿੰਦੇ ਦੇਖੋ ਤੁਹਾਡੇ ਪੁੱਤਰ ਦਾਤ ਪ੍ਰਾਪਤ ਨਹੀਂ ਕਰ ਰਿਹਾ। ਹਜ਼ੂਰ ਨੇ ਬਾਬਾ ਲਹਿਣਾ ਜੀ ਨੂੰ ਆਖਿਆ, ਲੈਣਿਆ ਉਹ ਲੈਣੇ ਦੀਆਂ ਅੱਖਾਂ 'ਚ ਗੁਰੂ ਨਾਨਕ ਕਹਿ ਦਿਓ, ਉਹਦੇ ਕੰਨਾਂ ਵਿੱਚ ਗੁਰੂ ਨਾਨਕ ਦਾ ਬਚਨ, ਉਹਦੇ ਪੈਰ ਚਰਨ, ਬਾਬਾ ਲਹਿਣਾ ਜੀ ਦੇ ਚਰਨ। ਮਾਫ ਕਰਨਾ ਗੁਰੂ ਨਾਨਕ ਦੇ ਰਾਹ ਤੇ, ਉਹਦੇ ਹੱਥਾਂ ਵਿੱਚ ਗੁਰੂ ਦੀ ਸੇਵਾ, ਉਹਦੀ ਰਸਨਾ ਤੇ ਗੁਰੂ ਦੀ ਗੱਲ। ਪਾਤਸ਼ਾਹ ਕਹਿੰਦੇ ਨੇ ਲੈਣੇ ਤੂੰ ਦੱਸ ਸਾਡੇ ਸੱਜੇ ਹੱਥ ਦੀ ਤਲੀ ਤੇ ਕੀ ਹੈ। ਤੇ ਬਾਬਾ ਲਹਿਣਾ ਜੀ ਤਾਹਾਂ ਨਿਕਲ ਗਈਆਂ, ਦੰਦ ਜੁੜ ਗਏ। ਆਖਿਆ ਪਾਤਸ਼ਾਹ ਸਮਰੱਥ ਨੂੰ ਅਲ ਪੱਗ ਕੀ ਸਮਝ ਸਕਦਾ, ਸਮਰੱਥ ਨੂੰ ਅਲ ਪੱਗ ਕੀ ਸਮਝ ਸਕਦਾ। ਤੂੰ ਬੇਅੰਤ ਕੋ ਬਿਰਲਾ ਜਾਣੇ। ਪਾਤਸ਼ਾਹ ਮੇਰੀ ਮਤ ਥੋੜੀ ਹੈ, ਮਾਫ ਕਰਨਾ ਥੋੜੀ ਮਤ ਵਾਲਾ ਗਰੀਬ ਨਵਾਜ ਭਲਾ ਸਮਰੱਥ ਗੁਰੂ ਨੂੰ ਕੀ ਸਮਝ ਸਕਦਾ। ਗੁਰਦੇਵ ਨੇ ਆਖਿਆ ਉਹ ਲੈਣੀਆਂ ਦੱਸ ਕਰਦਾ ਸ਼ੰਕਾ ਦੂਰ ਮੇਰੀ ਮਾਂ ਦਾ, ਕਰਦਾ ਸ਼ੰਕਾ ਦੂਰ ਮੇਰੇ ਪੁੱਤਾਂ ਦਾ, ਕਰਦਾ ਸ਼ੰਕਾ ਦੂਰ ਲੈਣਿਆ ਦੁਨੀਆ ਦਾ ਸੱਚ ਦੱਸ ਸਾਡੇ ਸੱਜੇ ਹੱਥੀ ਤਲੀ ਤੇ ਕੀ ਹੈ। ਬਾਬਾ ਲਹਿਣਾ ਜੀ ਦੀਆਂ ਤਾਹਾਂ ਨਿਕਲ ਗਈਆਂ, ਦੰਦ ਜੁੜ ਗਏ। ਆਖਿਆ ਪਾਤਸ਼ਾਹ ਤੁਹਾਡੇ ਸੱਜੇ ਹੱਥ ਦੀ ਤਲੀ ਤੇ ਤਿੰਨਾਂ ਲੋਕਾਂ ਤੇ 14 ਭਵਨਾਂ ਦਾ ਰਾਜ ਹੈ। ਓਹੋ, ਤੁਹਾਡੇ ਸੱਜੇ ਹੱਥ ਦੀ ਤਲੀ ਤੇ ਤਿੰਨਾਂ ਲੋਕਾਂ ਤੇ 14 ਭਵਨਾਂ ਦਾ ਰਾਜ। ਗਰੀਬ ਨਵਾਜ ਇਹ ਤਾਂ ਰਾਜ ਦੀ ਮਰਜ਼ੀ ਹੈ ਨਾ, ਆਪਣਾ ਰਾਜ ਨੂੰ ਮਰਜ਼ੀ ਦੇ ਦੇ। ਓਹੋ, ਬਾਂਹ ਤੂੰ ਫੜ ਕੇ ਤੇ ਗੱਲ ਨਾਲ ਲਾ ਲਿਆ। ਸਾਰੀ ਜ਼ਿੰਦਗੀ ਬਚਨ ਮੰਨਿਆ। ਬਾਬਾ ਲਹਿਣਾ ਜੀ ਦੇ ਜੀਵਨ ਚ ਐਸਾ ਕੋਈ ਸਮਾਂ ਨਹੀਂ ਆਇਆ, ਮਾਫ ਕਰਨਾ, ਜੋ ਗੁਰੂ ਨਾਨਕ ਦਾ ਬਚਨ ਨਾ ਮੰਨਿਆ ਹੋਵੇ। ਪਰ ਇੱਕ ਬਚਨ, ਉਹ ਦੁਨੀਆ ਦੇ ਲੋਕੋ, ਇੱਕ ਬਚਨ ਬੜਾ ਕਰੜਾ ਬਚਨ ਸੀ। ਇਹ ਬਚਨ ਬਾਬਾ ਲਹਿਣਾ ਜੀ ਲਈ ਮੰਨਣਾ ਔਖਾ ਹੋ ਗਿਆ। ਬੱਲੇ ਬੱਲੇ ਬੱਲੇ, ਜਦ ਗੁਰਤਾ ਗੁਰਗੱਦੀ ਬਖਸ਼ਣੀ ਸੀ, ਓਏ ਜਿਹੜੀ ਗੁਰਤਾ ਗੁਰਗੱਦੀ ਤੇ ਗੁਰੂ ਨਾਨਕ ਬਹਿੰਦਾ ਸੀ। ਕਹੋ ਵਾਹਿਗੁਰੂ। ਕਹਿੰਦੇ ਨੇ ਜਦ ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਪੁਰਖਾ, ਕਹਿ ਦਿਓ ਵਾਹਿਗੁਰੂ। ਆਖਿਆ ਪੁਰਖਾ ਤੈਂ ਸਾਡੀ ਸੇਵਾ ਕਰਕੇ ਸਾਨੂੰ ਖੁਸ਼ ਕਰ ਲਿਆ। ਪੁਰਖਾ ਤੈਂ ਸਾਰੀ ਜ਼ਿੰਦਗੀ ਸਾਡਾ ਬਚਨ ਮੰਨਿਆ, ਪਰ ਪੁਰਖਾ ਜੋ ਸਾਰੀ ਜ਼ਿੰਦਗੀ ਸਾਡੇ ਬਚਨ ਮੰਨੇ ਨੇ ਨਾ, ਉਹਨਾਂ ਬਚਨਾਂ ਦਾ ਇੱਕ ਪਰਚਾ ਲੱਗਾ ਪੈਣ। ਕਹਿ ਦਿਓ ਵਾਹਿਗੁਰੂ। ਮਾਫ ਕਰਨਾ ਬੱਚਾ ਸਾਲ ਪੜਦਾ, ਮਾਫ ਕਰਨਾ ਗੁਰੂ ਕੀ ਸੰਗਤ ਉਹਦੇ 3 ਵਾਰੀ ਸ਼ਮਾਈ ਨਮਾਈ ਤੇ ਸਾਲਾਨਾ ਇਮਤਿਹਾਨ ਹੁੰਦੇ ਨੇ। ਸਿੱਖ ਦਾ ਤੇ ਕਦਮ ਕਦਮ ਤੇ ਇਮਤਿਹਾਨ ਹੋ ਰਿਹਾ ਖਾਲਸਾ। ਮਾਫ ਕਰਨਾ ਕਦਮ ਕਦਮ ਤੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ, ਬੱਲੇ ਬੱਲੇ ਬੱਲੇ, ਮਾਵਾਂ ਭੈਣਾਂ ਧੀਆਂ ਕਰਕੇ ਜਾਣੇ। ਆਖਿਆ ਪੁਰਖਾ ਤਾਂ ਸਾਰੀ ਜ਼ਿੰਦਗੀ ਤੁਹਾਡੇ ਬਚਨ ਮੰਨੇ, ਜਿਹੜੇ ਬਚਨ ਮੰਨੇ ਨੇ ਨਾ, ਉਹਨਾਂ ਮੰਨੇ ਬਚਨਾਂ ਦਾ ਪਰਚਾ ਲੱਗਾ ਪੈਣ। ਆਖਿਆ ਗਰੀਬ ਨਵਾਜ ਕੀ ਹੁਕਮ ਹੈ। ਗੁਰੂ ਨਾਨਕ ਪਾਤਸ਼ਾਹ ਆਪਣੀ ਗੁਰਗੱਦੀ ਤੋਂ ਮਾਫ ਕਰਨਾ ਗੱਦੀ ਤੋਂ ਉੱਠ ਖਲੋਤੇ ਹੋਏ। ਬਾਬਾ ਲਹਿਣਾ ਜੀ ਦੀ ਬਾਂਹ ਤੋਂ ਫੜ ਕੇ ਨਾ ਆਖਿਆ ਪੁਰਖਾ ਇੱਥੇ ਬਹਿ ਜਾ। ਬਾਬਾ ਲਹਿਣਾ ਜੀ ਲੱਗੇ ਕਹਿਣ ਮੈਂ, ਕਹਿ ਦਿਓ ਵਾਹਿਗੁਰੂ। ਮਾਰਾ ਮੈਂ ਤੁਹਾਡੀ ਗੁਰਤਾ ਗੁਰਗੱਦੀ ਤੇ ਮੈਂ, ਬੱਲੇ ਬੱਲੇ। ਗੁਰੂ ਨਾਨਕ ਨੇ ਬਾਬਾ ਲਹਿਣਾ ਜੀ ਨੂੰ ਕੀ ਦਿੱਤਾ?
ਕੀ ਦਿੱਤਾ। ਬਾਬਾ ਲਹਿਣਾ ਜੀ ਨੇ ਉਹ ਕੀਤਾ ਜੋ ਗੁਰੂ ਨਾਨਕ ਨੇ ਕਿਹਾ, ਉਹ ਕੀਤਾ। ਬਾਬਾ ਲਹਿਣਾ ਜੀ ਨੇ ਜੋ ਗੁਰੂ ਨਾਨਕ ਨੇ ਕਿਹਾ, ਜੋ ਬਚਨ ਗੁਰੂ ਨਾਨਕ ਨੇ ਬਚਨ ਕੀਤਾ, ਬਾਬਾ ਲਹਿਣਾ ਜੀ ਨੇ ਉਹ ਕੀਤਾ, ਉਹ ਮੰਨਿਆ। ਤੇ ਗੁਰੂ ਨਾਨਕ ਜੀ ਨੇ ਬਾਬਾ ਲਹਿਣਾ ਜੀ ਨੂੰ ਕੀ ਦਿੱਤਾ? ਕਹਿ ਦਿਓ ਵਾਹਿਗੁਰੂ। ਆਪਣੀ ਥਾਂ ਤੇ ਬਿਠਾਇਆ। ਪੁਰਖਾ ਜੇ ਬਾਂਹ ਤੋਂ ਫੜ ਕੇ ਲੱਗੇ ਬਿਠਾਉਣ, ਬਾਬਾ ਲਹਿਣਾ ਜੀ ਦਾ ਸਰੀਰ ਪਾਣੀ ਪਾਣੀ ਹੋ ਗਿਆ। ਮਹਾਰਾਜ ਤੁਹਾਡੀ ਥਾਂ ਤੇ ਮੈਂ, ਮਰ ਤੁਹਾਡੀ ਥਾਂ ਤੇ ਮੈਂ। ਯੂ ਨੇ ਆਖਿਆ ਬਸ ਬਸ ਬਸ। ਲਹਿਣਾ ਜੀ ਆਪਣੀ ਥਾਂ ਤੇ ਜਦ ਬਿਠਾਇਆ, ਕਹਿੰਦੇ ਬਾਬਾ ਲਹਿਣਾ ਜੀ ਦਾ ਸਰੀਰ ਪਾਣੀ ਪਾਣੀ ਹੋ ਗਿਆ। ਓਹੋ ਖਾਲਸਾ ਜੀ, ਗੁਰੂ ਨਾਨਕ ਨੇ, ਗੁਰੂ ਇੱਕ ਰਿਹਾ, ਗੁਰੂ ਇੱਕ ਰਿਹਾ। ਗੁਰੂ ਹੁਣ ਵੀ ਇੱਕ ਹੈ। ਕਹਿ ਦਿਓ ਵਾਹਿਗੁਰੂ। ਇੱਕ ਹੈ, ਦੋ ਨਹੀਂ। ਕਹਿ ਦਿਓ ਵਾਹਿਗੁਰੂ। ਇੱਕ ਹੈ। ਗੁਰੂ ਨਾਨਕ ਨਿਰੰਕਾਰ ਸੀ, ਨਰੈਣ ਸੀ। ਤੇ ਇਧਰ ਵਾਹ ਵਾਹ ਬਾਣੀ ਨਿਰੰਗ ਜਿਸ ਜੀਵਟ ਅਵਰ ਨਾ। ਜਰਾ ਧਿਆਨ ਦੇਣਾ ਪਵੇਗਾ। ਖਾਲਸਾ ਦੀ ਵਿਚਾਰ ਚੱਲ ਰਹੀ ਹੈ। ਕਹਿੰਦੇ ਨੇ ਕਿ ਆਪਣੀ ਗੁਰੂ ਨਾਨਕ ਸਾਹਿਬ ਨੇ ਬਾਬਾ ਲਹਿਣਾ ਜੀ ਨੂੰ ਆਪਣੀ ਥਾਂ ਦਿੱਤੀ, ਆਪਣੀ ਥਾਂ ਤੇ ਬਿਠਾਤਾ। ਆਪ ਕਿੱਥੇ ਹੋ ਗਿਆ? ਆਪ ਗੁਰੂ ਨਾਨਕ ਕਿੱਥੇ ਖੜਾ ਹੋ ਗਿਆ? ਕਿੱਥੇ ਖੜਾ ਹੋ ਗਿਆ? ਜਿੱਥੇ ਬਾਬਾ ਲਹਿਣਾ ਜੀ ਖੜਦੇ ਸਨ, ਉੱਥੇ ਗੁਰੂ ਖੜਾ ਹੋ ਗਿਆ। ਕਹਿ ਦੇ ਵਾਹਿਗੁਰੂ। ਆਪਣੀ ਥਾਂ ਤੇ ਬਿਠਾ ਕੇ ਨਾ, ਆਪਣੀ ਥਾਂ ਤੇ ਬਿਠਾ ਕੇ 5 ਪੈਸੇ ਨਰੇਲ ਦਾ ਨਾਰੀਅਲ ਰੱਖ ਕੇ ਨਾ, ਜਦੋਂ ਮੱਥਾ ਟੇਕਿਆ ਨਾ, ਉਹਨੇ ਨਿਰੰਕਾਰ ਦੀ ਜੋਤ ਸੀ। ਗੁਰੂ ਨਾਨਕ ਸਾਹਿਬ ਦੇ ਵਿੱਚੋਂ ਨਿਕਲ ਕੇ ਬਾਬਾ ਲਹਿਣਾ ਜੀ ਪ੍ਰਵੇਸ਼ ਕਰ ਗਈ। ਖਾਲਸਾ ਜੀ, ਗੁਰੂ ਨਾਨਕ ਸਾਹਿਬ ਨੇ ਬਾਬਾ ਲਹਿਣਾ ਜੀ ਨੂੰ ਆਪਣੀ ਹਸਤੀ ਦਿੱਤੀ, ਆਪਣੀ ਸ਼ਕਤੀ ਦਿੱਤੀ, ਆਪਣੀ ਜੋਤ ਦਿੱਤੀ। ਤੇ 5 ਪੈਸੇ ਨਰੇ ਰੱਖ ਕੇ ਮੱਥਾ ਟੇਕਿਆ। ਬੜੇ ਕਮਾਲ ਦੀ ਗੱਲ ਹੈ, ਬੜੇ ਕਮਾਲ ਦੀ ਗੱਲ ਹੈ। ਗੁਰੂ ਕੀ ਸੰਗਤ ਤੇ ਦੱਸਣਾ ਕੀਤੇ ਨੇ ਜੋਤ ਉਹਾਂ ਜੁਗਤ ਸਾ ਕਾਇਆ ਫੇਰ ਪਲਟੀ ਹੈ। ਜੁਗਤੀ ਵੀ ਉਹੀ ਸੀ, ਜੋਤ ਵੀ ਉਹੀ ਸੀ, ਸਰੀਰ ਵੀ ਉਹੀ ਸੀ। ਮਾਫ ਕਰਨਾ, ਕਾਇਆ ਕਾਇਆ ਕੀ ਬਦਲਿਆ? ਜੋਤ ਨਹੀਂ ਬਦਲੀ। ਕਹਿ ਦਿਓ ਵਾਹਿਗੁਰੂ। ਜੋਤ ਨਹੀਂ ਬਦਲੀ। ਬਾਬਾ ਲਹਿਣਾ ਜੀ ਨੂੰ ਜਦ ਗੁਰਤਾ ਗੁਰਗੱਦੀ ਦੀ ਬਖਸ਼ਿਸ਼ ਕੀਤੀ, ਕੀ ਬਦਲਿਆ? ਜੋਤ ਨਹੀਂ ਬਦਲੀ, ਜੁਗਤੀ ਨਹੀਂ ਬਦਲੀ। ਕੀ ਬਦਲ ਗਿਆ? ਸਰੀਰ ਬਦਲ ਗਿਆ। ਤੇ ਹੀ ਪਲਟੀ ਸੀ ਜੋਤ ਤਾਂ ਉਹੀ, ਜੋਤ ਤਾਂ ਉਹੀ। ਤੇ ਹੀ ਪਲਟੀ ਸੀ ਜੋਤ ਤਾਂ ਉਹੀ, ਜੋਤ ਤਾਂ ਉਹੀ। ਤੇ ਹੀ ਪਲਟੀ ਸੀ। ਦੇਹੀ ਪਲਟੀ ਸੀ ਜੋਤ ਤਾਂ ਉਹੀ, ਜੋਤ ਤਾਂ। ਦੇਹੀ ਪਲਟੀ ਸੀ ਜੋਤ ਤਾਂ ਉਹੀ, ਜੋਤ ਤਾਂ ਉਹੀ। ਜੋਤਾ ਉਹੀ, ਜੋਤਾ ਉਹੀ, ਜੋਤਾ ਉਹੀ, ਜੋਤਾ ਉਹੀ। ਜੋਤਾ ਉਹੀ, ਜੋਤਾ ਉਹੀ, ਜੋਤਾ ਉਹੀ, ਜੋਤਾ ਉਹੀ, ਜੋਤਾ ਉਹੀ। ਦੇਹੀ ਪਲਟੀ ਸੀ ਜੋਤ ਤਾਂ ਉਹੀ, ਜੋਤ ਤਾਂ ਉਹੀ। ਦੇਹੀ ਪਲਟੀ ਸੀ ਜੋਤ ਤਾਂ ਉਹੀ, ਜੋਤ ਤਾਂ ਉਹੀ। ਦੇਹੀ ਪਲਟੀ ਸੀ। ਹਾਂ, ਅੰਤਮ ਸਮਾਂ ਨੇੜੇ ਆਇਆ ਤੇ ਗੁਰੂ ਸਾਹਿਬ ਜੀ ਚਿੱਟੀ ਚਾਦਰ ਲੈ ਕੇ ਲੇਟ ਗਏ, ਨਿਰੰਕਾਰ ਦੇ ਦੇਸ਼ ਨੂੰ ਚਲੇ ਗਏ। ਹਿੰਦੂ ਭਰਾ, ਗੁਰੂ ਕੇ ਸਿੱਖ ਸਾਰੀ ਜ਼ਿੰਦਗੀ ਗੁਰੂ ਮੰਨਦੇ ਰਹੇ, ਮੁਸਲਮਾਨ ਸਾਰੀ ਜ਼ਿੰਦਗੀ ਪੀਰ ਮੰਨਦੇ ਰਹੇ। ਅੱਜ ਤਾਂ ਜ਼ਮਾਨਾ ਦੂਰ ਚਲਾ ਗਿਆ। ਤੁਰਕਾਂ ਦਾ ਪੀਰ ਜੀ, ਹਿੰਦੂਆਂ ਦਾ ਗੁਰੂ ਬਾਬਾ। ਤੁਰਕਾਂ ਦਾ ਪੀਰ ਜੀ, ਹਿੰਦੂਆਂ ਦਾ ਗੁਰੂ ਬਾਬਾ। ਤੁਰਕਾਂ ਦਾ ਪੀਰ ਜੀ।
ਹਿੰਦੂਆਂ ਦਾ ਗੁਰੂ ਬਾਬਾ ਤੁਰਕਾਂ ਦਾ ਪੀਰ ਓ ਹਿੰਦੂਆਂ ਦਾ ਗੁਰੂ ਬਾਬਾ ਤੁਰਕਾਂ ਦਾ ਪੀਰ ਜੀ ਹਾਂ ਖੈਰ ਸਮਾਂ ਆਗਿਆ ਨਹੀਂ ਦਿੰਦਾ ਅੰਤਮ ਸਮਾਂ ਨੇੜੇ ਆਇਆ ਜਾਣ ਕੇ ਚਿੱਟੀ ਚਾਦਰ ਲੈ ਕੇ ਲੇਟ ਜਾਂਦੇ ਖਾਲਸਾ ਦੀ ਗੁਰੂ ਬਾਬਾ ਜੀ ਨਿਰੰਕਾਰ ਦੇ ਦੇਸ਼ ਨੂੰ ਚਲੇ ਗਏ ਮੁੱਕਦੀ ਗੱਲ ਕੀ ਉਹ ਨਿਰੰਕਾਰ ਸੀ ਕਹਿ ਦਿਓ ਵਾਹਿਗੁਰੂ ਗੁਰੂ ਦਾ ਸ਼ਬਦ ਰੂਪ ਹੈ ਖਾਲਸਾ ਦੀ ਹੁਣ ਜੇ ਤਾਂ ਸਰੀਰ ਹੁੰਦਾ ਫਿਰ ਤਾਂ ਸੰਸਕਾਰ ਵੀ ਹੋ ਜਾਂਦਾ ਸਰੀਰ ਤਾਂ ਸੰਸਕਾਰ ਦਾ ਹੋਊਗਾ ਸ਼ਬਦ ਦਾ ਕੀ ਹੋਊਗਾ ਆੜੀ ਜ਼ਬਾਨ ਦੇ ਵਿੱਚੋਂ ਆਵਾਜ਼ ਨਿਕਲਦੀ ਇਹਦਾ ਸੰਸਕਾਰ ਕੀ ਹੋਊਗਾ ਗੁਰੂ ਦਾ ਸ਼ਬਦ ਰੂਪ ਹੈ ਹੁਣ ਮੁਸਲਮਾਨ ਕਹਿਣ ਲੱਗੇ ਵੀ ਅਸੀਂ ਦਫਨਾਉਣਾ ਹਿੰਦੂ ਭਰਾ ਕਹਿੰਦੇ ਨੇ ਅਸੀਂ ਸੰਸਕਾਰ ਕਰਨਾ ਕਰਤਾਰਪੁਰ ਦੀ ਪਾਵਨ ਪੁੱਤਰ ਧਰਤੀ ਰਾਵੀ ਦਰਿਆ ਦਾ ਕੰਢਾ ਪੈਂਦਾ ਕਹਦੇ ਵਾਹਿਗੁਰੂ ਕਦੀ ਮੌਕਾ ਬਣਿਆ ਤੇ ਦਰਸ਼ਨ ਕਰਾਵਾਂਗੇ ਕੀਤੇ ਤਾਂ ਨਹੀਂ ਕਰਾਵਾਂਗੇ ਮਾਫ ਕਰਨਾ ਉਹ ਕਹਿੰਦੇ ਨੇ ਦਫਨਾਉਣਾ ਉਹ ਕਹਿੰਦੇ ਸੰਸਕਾਰ ਕਰਨਾ ਹੁਣ ਸਾਧ ਸੰਗ ਸ਼ਬਦ ਨੂੰ ਕਿਹੜਾ ਦਫਨਾ ਲੂਗਾ ਸ਼ਰੀਰ ਮਾਫ ਕਰਨਾ ਸ਼ਬਦ ਦਾ ਕਿਹੜਾ ਸੰਸਕਾਰ ਕਰ ਲੂਗਾ ਆਪ ਧਾਪੀ ਮੱਚ ਗਈ ਜਦੋਂ ਗੁਰੂ ਸਾਹਿਬ ਨਿਰੰਕਾਰ ਦੇ ਦੇਸ਼ ਨੂੰ ਗਏ ਹੈ ਹੀ ਨਿਰੰਕਾਰ ਸੀ ਜਦੋਂ ਖਾਲਸਾ ਦੀ ਮਾਫ ਕਰਨ ਨਿਰੰਕਾਰ ਦੇ ਦੇਸ਼ ਨੂੰ ਗਏ ਇਧਰੋਂ ਆਪੋ ਧਾਪੀ ਮੱਚ ਗਈ ਉਹਦੀ ਚਾਦਰ ਓੜ ਕੇ ਗੁਰੂ ਸਾਹਿਬ ਲੇਟੇ ਸੀ ਨਾ ਚਾਦਰ ਦੀ ਇੱਕ ਕੰਨੀ ਹਿੰਦੂ ਭਰਾਵਾਂ ਨੇ ਤੇ ਦੂਜੀ ਕੰਨੀ ਮੁਸਲਮਾਨਾਂ ਨੇ ਪੜ ਲਈ ਗੁਰੂ ਕੇ ਸਿੱਖਾਂ ਨੇ ਪੜ ਲਈ ਇੱਕ ਸਿੱਖ ਤਾਂ ਦੋਵੇਂ ਸੀਗੇ ਸਿੱਖ ਤਾਂ ਨਾ ਸਿੱਖਿਆ ਧਾਰਨ ਕਰਨ ਦਾ ਮਾਫ ਕਰਨਾ ਸਿੱਖੀ ਤੇ ਵਾਦ ਵਿਵਾਦ ਪੈਦਾ ਹੋਇਆ ਜਦੋਂ ਚਾਦਰ ਦੀਆਂ ਕੰਨੀਆਂ ਫੜੀਆਂ ਖਾਲਸਾ ਦੀ ਉਹ ਚਾਦਰ ਦੀ ਇੱਕ ਕੰਨੀ ਗੁਰੂ ਕੇ ਹਿੰਦੂ ਸਿੱਖਾਂ ਨੇ ਦੂਜੇ ਪਾਸੇ ਮੁਸਲਮਾਨ ਸਿੱਖਾਂ ਨੇ ਫੜੀ ਖਾਲਸਾ ਦੀ ਚਾਦਰ ਦੁਫਾੜ ਹੋ ਗਈ ਉਹਦੇ ਥੱਲੇ ਗੁਰੂ ਨਾਨਕ ਪਾਤਸ਼ਾਹ ਦਾ ਸਰੀਰ ਨਹੀਂ ਸੀ ਚਾਦਰ ਕੀ ਦੁਫਾੜ ਹੋ ਗਈ ਕਹਿ ਦਿਓ ਵਾਹਿਗੁਰੂ ਔਰ ਰਾਵੀ ਦਰਿਆ ਦਾ ਕੰਢਾ ਹਿੰਦੁਸਤਾਨ ਤੇ ਪਾਕਿਸਤਾਨ ਹਿੰਦੁਸਤਾਨ ਦੇ ਦੋ ਟੁਕੜੇ ਹੋ ਗਏ ਜਿੱਥੇ ਚਾਦਰ ਦੋ ਟੁਕੜੇ ਹੋਈ ਨਾ ਹੱਦ ਬਣ ਗਈ ਖਾਲਸਾ ਦੀ ਇੱਕ ਦੇਸ਼ ਦੀ ਹਿੰਦੂਆਂ ਤੇ ਮੁਸਲਮਾਨਾਂ ਦੇ ਭਰਾਵਾਂ ਵਰਗੇ ਰਿਸ਼ਤੇ ਬੱਲੇ 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 ਅੱਜ ਤਾਂ ਪਾਕਿਸਤਾਨ 'ਚ ਸਾਰਾ 15 ਕਰੋੜ ਮੁਸਲਮਾਨ ਹੋਊਗਾ ਇੰਡੀਆ 'ਚ 30 ਕਰੋੜ ਹੋਊਗਾ ਖਾਲਸਾ ਦੀ ਇਹਦਾ 20-25 ਦਾ ਜ਼ਰੂਰ ਹੋਊਗਾ ਕਹਦੇ ਵਾਹਿਗੁਰੂ ਦੋ ਹਿੱਸੇ ਹੋਗਾ ਦੋ ਹਿੱਸੇ ਹੁਣ ਲੱਗੇ ਕਹਿਣ ਬਈ ਬਾਬਾ ਕਿੱਥੇ ਗਿਆ ਵੇਰ ਗੁਰੂ ਨਾਨਕ ਬਾਬਾ ਕਿੱਥੇ ਗਿਆ ਹੁਣ ਅੱਜ ਕਹਿੰਦੇ ਆ ਨਾ ਆਪਾਂ ਸਾਰੇ ਵਿੱਚ ਬੈਠੇ ਨੇ ਸੱਚੇ ਪਾਤਸ਼ਾਹ ਕਹਦੇ ਵਾਹਿਗੁਰੂ ਇਹ ਕੱਲ ਵਿਚਾਰ ਕਰਾਂਗੇ ਬਾਬਾ ਕਿੱਥੇ ਗਿਆ ਉਹਨਾਂ ਸੋਚਿਆ ਹੁਣ ਸਾਡੀ ਤਾਂ ਆਦਤ ਹੈ ਨਾ ਹੁਣ ਇੱਟਾਂ ਨੂੰ ਮੱਥੇ ਟੇਕਣੇ ਨੇ ਕਹੋ ਵਾਹਿਗੁਰੂ ਇੱਟਾਂ ਨੂੰ ਮੱਥੇ ਟੇਕਣੇ ਹੋਰ ਕੀ ਕਰਨਾ ਸੀ ਕਬਰਾਂ ਨੂੰ ਮੱਥੇ ਟੇਕਣੇ ਹੁਣ ਸੋਚਿਆ ਵੀ ਕੀ ਕੀਤਾ ਜਾਏ ਹਿੰਦੂ ਭਰਾਵਾਂ ਸੋਚਿਆ ਵੀ ਚਾਦਰ ਦਾ ਸੰਸਕਾਰ ਕਰ ਦਿਓ ਗੁਰੂ ਕੇ ਸਿੱਖਾਂ ਨੇ ਸੋਚਿਆ ਵੀ ਚਾਦਰ ਸੰਸਕਾਰ ਕਰਕੇ ਬਾਬੇ ਦੀ ਇੱਥੇ ਯਾਦ ਬਣਾ ਦਿੰਨੇ ਆ ਕੋਈ ਸਮਾਧ ਵਗੈਰਾ ਬਣਾ ਦਿੰਨੇ ਮੁਸਲਮਾਨ ਭਰਾਵਾਂ ਨੇ ਸੋਚਿਆ ਵੀ ਇੱਥੇ ਕਬਰ ਬਣਾ ਦਿੰਨੇ ਚਾਦਰ ਦਫਨਾ ਦਿੰਨੇ ਓਏ ਆਸਾ ਦੀ ਵਾਰ ਵਿੱਚ ਕਹਿਣ ਵਾਲਾ ਆਸਾ ਦੀ ਵਾਰ ਵਿੱਚ ਇਹ ਬਾਣੀ ਉਚਾਰਨ ਕਰਨ ਵਾਲੇ ਗੁਰੂ ਨਾਨਕ ਰਹਿਬ ਬਾਣੀ ਮੜੀ ਮਸਾਣੀ ਉਹ ਕਿੱਥੇ ਚਾਹੁੰਦੇ ਸੀ ਉਹਨੇ ਕੋਈ ਮੜੀ ਬਣਾਵੇ ਕਹੋ ਉਹ ਕਿੱਥੇ ਚਾਹੁੰਦੇ ਸੀ ਉਹਨਾਂ ਦੀ ਕੋਈ ਕਬਰ ਜਾਂ ਸਮਾਧ ਬਣਾਵੇ ਰਹਿਬ ਬਾਣੀ ਮੜੀ ਮਸਾਣੀ ਅੰਦਰ ਜਾਣੇ ਫਿਰ ਪਛਤਾਣੀ ਹੁਣ ਉਹ ਆਪਸੇ ਸਲਾਹ ਕਰਦੇ ਨੇ ਇੱਕ ਪਾਸੇ ਗੁਰੂ ਕੇ ਮੁਸਲਮਾਨ ਸਿੱਖ ਉਹ ਕਹਿੰਦੇ ਨੇ ਆਪਾਂ ਕਬਰ ਨਾ ਮੜੀ ਬਣਾ ਦਿੰਨੇ ਮਾਫ ਕਰਨਾ ਗੁਰੂ ਤੋਂ ਦੂਜੇ ਪਾਸੇ ਕੀ ਕਹਿੰਦੇ ਨੇ ਮਾਫ ਕਰਨਾ ਕਹਿੰਦੇ ਨੇ ਕਿ ਆਪਾਂ ਸੰਸਕਾਰ ਕਰ ਦਿੰਨੇ ਚਾਦਰ ਦਾ ਯਾਦ ਬਣਾ ਦੇਾਂਗੇ ਆਈ ਹਨੇਰੀ ਖਾਲਸਾ ਦੀ ਤੁਰਕਾਂ ਤੇ ਹਿੰਦੂ ਸਿੱਖਾਂ ਦੇ ਹੱਥਾਂ ਦੇ ਵਿੱਚੋਂ ਤੁਰਕਾਂ ਦੇ ਹੱਥੋਂ ਤੇ ਗੁਰੂ ਕੇ ਸਿੱਖਾਂ ਦੇ ਹੱਥੋਂ ਆਈ ਹਨੇਰੀ ਚਾਦਰ ਉਡਾ ਕੇ ਲੈ ਗਈ ਖਾਲਸਾ ਦੀ ਉਹ ਕਹਿੰਦੇ ਨੇ ਉਹ ਬਾਬਾ ਵੀ ਨਾ ਰਿਹਾ ਕਹਿ ਦਿਓ ਵਾਹਿਗੁਰੂ ਉਹ ਬਾਬਾ ਵੀ ਨਾ ਰਿਹਾ ਬਾਬੇ ਦਾ ਸਰੀਰ ਵੀ ਨਾ ਰਿਹਾ ਓਏ ਉਹ ਬਾਬੇ ਦੀ ਚਾਦਰ ਵੀ ਨਾ ਰਹੀ ਬਾਬਾ ਕਿੱਥੇ ਗਿਆ ਭਾਈ ਸਾਹਿਬ ਕਹਿੰਦੇ ਨੇ ਨਾ ਬਾਬਾ ਮੜੀ ਨਾ ਬਾਬਾ ਗੌਰ ਨਾ ਬਾਬਾ ਮੜੀ ਵੀ ਬਾਬਾ ਕਿੱਥੇ ਗਿਆ ਓਏ ਉਹਦੀ ਮੜੀ ਬਣਾਉਣ ਜੋਗੇ ਵੀ ਨਾ ਰਹੇ ਓਏ ਉਹਦੀ ਗੌਰ ਬਣਾਉਣ ਜੋਗੇ ਵੀ ਨਾ ਰਹੇ ਓਏ ਬਾਬਾ ਕਿੱਥੇ ਗਿਆ ਅੱਗੇ ਪਤਾ ਕੀ ਕਹਿੰਦੇ ਨੇ ਗੁਰੂ ਨਾਨਕ ਗੁਰੂ ਅੰਗਦ ਕਹੀਏ ਪਤਾ ਕਹਿੰਦੇ ਨੇ ਨਾ ਮੜੀ ਨਾ ਬਾਬਾ ਗੌਰ ਨਾ ਬਾਬਾ ਮੜੀ ਪਰ ਕਹਿੰਦੇ ਨੇ ਬਾਬਾ ਕਿੱਥੇ ਰਿਹਾ ਬਾਬੇ ਦਾ ਸਰੀਰ ਵੀ ਨਾ ਰਿਹਾ ਬਾਬਾ ਕਿੱਥੇ ਗਿਆ ਗੁਰੂ ਅੰਗਦ ਦਾ ਹਿਰਦੇ ਸਤਿਗੁਰੂ ਨਾਨਕ ਗੁਰੂ ਅੰਗਦ ਦੇ ਹਿਰਦੇ ਸਤਿਗੁਰੂ ਨਾਨਕ ਗੁਰੂ ਅੰਗਦ ਕੇ ਹਿਰਦੇ ਸਤਿਗੁਰੂ ਨਾਨਕ
गुर अंगद के हृदय सतगुरु नानक, सतगुरु नानक। हाँ कहते ना गुरु नानक गुरु अंगद अमर दे हृदय च प्रवेश कर गए। अगली विचार इतों शुरू की जाएगी, समा आग्ञा नहीं दिंदा, इन्ने के शब्द प्रवान करो। गुरु गुरु दसां स्वरूपां दे विच एक निरंकार दी जोत दसां स्वरूपां दे विच विचरी, एक निरंकार दी जोत ने दसां स्वरूपां विच विचर के संसार दा उद्धार कीता। तांते तन है तन है तन है गुरु नानक साहब जी तन है। तन है गुरु अंगद साहब जी तन है। तन है गुरु अमृतदास जी तन है। तन है गुरु रामदास जी तन है। तन है गुरु अर्जन साहब जी तन है। तन है गुरु कपन साहब तन है। तन है गुरु श्री हर बाबा तन है। तन है गुरु श्री हर कृष्ण तन है। तन है गुरु तेग बहादुर तन है। तन है गुरु गोविंद सिंह जी तन है। तन है गुरु साहब जी तन है। तन है तेरा पंथ कहता तन है। सतनाम की वाहिगुरु, सतनाम की वाहिगुरु बोल। वाहिगुरु 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 बोल, वाहिगुरु 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 बोल। वाहिगुरु बोल कदे ना, वाहिगुरु बोल कदे ना डोल। वाहिगुरु वाहिगुरु बोल प्यारिया तेरा प्यारा लगेगा बोल प्यारिया। वाहिगुरु वाहिगुरु बोल प्यारिया तेरा कैसा लगेगा मोर प्यारिया। सत
ਵਾਹਿਗੁਰੂ ਬੋਲ, ਸਤਨਾਮ ਚਿਰੀ ਵਾਹਿਗੁਰੂ ਬੋਲ। ਵਾਹਿਗੁਰੂ ਬੋਲ ਕਦੇ ਨਾ, ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਨਾਮ ਚਿਰੀ ਵਾਹਿਗੁਰੂ, ਸਤਨਾਮ ਚਿਰੀ ਵਾਹਿਗੁਰੂ ਬੋਲ। ਸ਼ਬਦ ਪ੍ਰਵਾਨ ਕਰੋ, ਹੋਈਆਂ ਭੁੱਲਾਂ ਦੀ ਮਾਫੀ। ਖਾਲਸਾ ਜੀ, ਕੱਲ ਨੂੰ ਫਿਰ ਆਪ ਜੀ ਦੇ ਦਰਸ਼ਨ ਕਰਾਂਗੇ। ਭਾਗਾਂ ਵਾਲਿਓ, ਜ਼ਿੰਦਗੀ ਬੀਤ ਜਾਣੀ ਹੈ, ਸਮਾਂ ਸਾਡਾ ਇਹੀ ਲੇਖੇ ਜਿਹੜਾ ਗੁਰੂ ਚਰਨਾਂ ਦੇ ਵਿੱਚ ਲੱਗਦਾ ਹੈ। ਆਓ ਇੱਕ ਵਾਰੀ ਫਿਰ ਖਾਲਸਾ ਜੀ ਜੋ 28, 29, 30, 31 ਅਕਤੂਬਰ, ਪਹਿਲੀ 2, 3 ਨਵੰਬਰ, ਜਿਨ੍ਹਾਂ ਦਿਨਾਂ ਦੇ ਵਿੱਚ ਇੱਕ ਦਿਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਦੋਂ ਕਿ ਗੁਰੂ ਸਾਹਿਬ ਨੇ ਗੁਰਤਾ ਗੁਰਗੱਦੀ ਬਖਸ਼ੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਦੂਜਾ ਦਿਨ ਉਹ ਜਿਸ ਦਿਨ 10ਵੇਂ ਪਾਤਸ਼ਾਹ ਸੱਚਖੰਡ ਗਏ ਨੇ। ਇਹ ਪ੍ਰੋਗਰਾਮ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਸੰਗਤਾਂ ਵੱਧ ਤੋਂ ਵੱਧ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ। ਅਮਰੀਕਾ, ਕੈਨੇਡਾ, ਇੰਗਲੈਂਡ ਤੋਂ ਇੱਕ ਇਹੋ ਜਿਹੇ ਸੱਜਣ ਦੇ ਦਰਸ਼ਨ ਕਰਾਵਾਂਗੇ। ਇੱਥੇ ਅਰਦਾਸ ਹੋਣ ਲੱਗਦੀ ਹੈ। ਅਸੀਂ ਤਾਂ ਗੁਰੂ ਘਰ ਮਾਫ ਕਰਨਾ ਘਰਾਂ ਨੂੰ ਤੁਰ ਪੈਂਦੇ ਹਾਂ ਨਾ। 19 ਕੁ ਸਾਲ ਦੀ ਉਮਰ ਹੋਣੀ ਇਸ ਨੌਜਵਾਨ ਦੀ। ਇਹ ਅੱਜ ਤੋਂ ਪਿਛਲੇ ਸਾਲ 2 ਸਾਲ ਪਹਿਲਾਂ ਕਹਿ ਲਓ 17 ਸਾਲ ਦੀ ਉਮਰ ਸੀ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਰਿਮੰਦਰ ਸਾਹਿਬ ਤੋਂ ਲੈ ਕੇ ਨਾ ਆਪਣੇ ਸਿਰ ਤੇ ਚੱਕ ਕੇ ਨੰਗੇ ਪੈਰੀ, ਅੰਦਾਜ਼ਾ ਲਾ ਲਓ ਜਹਾਜ਼ ਦੇ ਵਿੱਚ ਬਹਿ ਗਏ ਨਾ, ਘੱਟੋ ਘੱਟ 40 ਘੰਟੇ ਲੱਗਦੇ ਨੇ। ਜੇ ਰਸਤੇ 2-3 ਤਰ੍ਹਾਂ ਥਾਂ ਫਲਾਈਟਾਂ ਬਦਲਣੀਆਂ ਪੈ ਜਾਣ ਤਾਂ 40 ਘੰਟੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸਿਰ ਤੇ ਰੱਖ ਕੇ ਜਹਾਜ਼ ਦੇ ਵਿੱਚ ਬਹਿ ਕੇ ਕੈਨੇਡਾ ਤੱਕ ਲੈ ਕੇ ਗਿਆ ਖਾਲਸਾ। ਉੱਥੇ ਦਾ ਜੰਮਿਆ ਪਲਿਆ ਬੱਚਾ, ਔਰ ਉੱਥੇ ਦਾ ਜੰਮਿਆ ਪਲਿਆ ਬੱਚਾ, ਉਸ ਧਰਤੀ ਤੇ ਜੰਮਿਆ ਪਲਿਆ ਬੱਚਾ। ਖਾਲਸਾ ਜੀ, ਝਾਤੀ ਮਾਰ ਕੇ ਵੇਖੋ ਤੇ ਅੱਜ ਆਪਣਾ ਜੀਵਨ ਕਿੱਧਰ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਇਹ ਵੇਖਦੇ ਨੇ, ਇਹ ਸੁਣਦੇ ਨੇ, ਇਹ ਤਦੇ ਰੋਜ਼ ਪੜ੍ਹਦੇ ਕਿ ਯਾਰ ਹਜ਼ੂਰ ਹੈ ਕਿ ਹਾਜ਼ਰਾ ਹਜ਼ੂਰ ਹੈ। ਸੰਗਤਾਂ ਪ੍ਰਤੀ ਬੇਨਤੀ ਹੈ, ਭਾਗਾਂ ਵਾਲਿਓ, ਜਿੰਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਕਰੋਗੇ ਸਤਿਕਾਰ। ਇੱਕ ਮਹਾਂਪੁਰਖ ਕਿਆ ਕਰਦੇ ਸਨ, ਜੇ 36 ਕਿਸਮ ਦੇ ਕਰਕੇ ਪਦਾਰਥ ਤਿਆਰ ਤੇ ਇੱਕ ਮੁੱਠ ਮਿੱਟੀ ਦੇ ਉਹਦੇ ਵਿੱਚ ਪਾ ਦਈਏ, ਉਹ ਕਿਸ ਕੰਮ? ਕਹਿ ਦਿਓ ਵਾਹਿਗੁਰੂ। ਤੇ ਜੇ 2, 2.5, 3 ਘੰਟੇ ਸੁਣ ਕੇ ਕੀਰਤਨ, ਤੇ ਜਦੋਂ ਗੁਰੂ ਸਾਹਿਬ ਹਰਮੰਦਰਾਂ ਨੂੰ ਜਾਣ ਲੱਗਣ ਤੇ ਆਪਾਂ ਪਿੱਠ ਦੇ ਕੇ ਤੁਰ ਜਾਈਏ ਤੇ ਸਾਡਾ 2.5, 3 ਘੰਟੇ ਸੁਣਿਆ ਕੀਰਤਨ ਕਿਸ ਕੰਮ ਕਰਦਾ? ਖਾਲਸਾ ਜੀ, ਸਤਕਾਰ ਹੀ ਭਗਤੀ ਹੈ। ਸਤਕਾਰ ਜਿੰਨਾ ਗੁਰੂ ਗ੍ਰੰਥ ਸਾਹਿਬ ਦਾ ਗੋਬਿੰਦ ਭਾਉ ਭਗਤ ਕਾ ਭੁੱਖਾ, ਗੁਰੂ ਆਪਣੇ ਸਿੱਖ ਦੇ ਪ੍ਰੇਮ ਦਾ ਭੁੱਖਾ ਹੈ। ਹੁਣ ਅਰਦਾਸ ਹੋਵੇਗੀ, ਅਰਦਾਸ ਤੋਂ ਬਾਅਦ ਹੁਕਮਨਾਮਾ, ਉਦੋਂ ਬਾਅਦ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਏਗੀ। ਗੁਰੂ ਸਾਹਿਬ ਦੇ ਸੁਖਾਸਨ ਕੀਤੇ ਜਾਣਗੇ। ਪਹਿਲਾਂ ਗੁਰੂ ਸਾਹਿਬ ਆਪਣੇ ਹਰਮੰਦਰਾਂ 'ਚ ਜਾਣਗੇ, ਉਦੋਂ ਬਾਅਦ ਆਪਾਂ ਗੁਰੂ ਆਪਣੇ ਆਪਣੇ ਘਰਾਂ ਨੂੰ ਜਾਣ ਦੀ ਖੇਚਲਾ ਯਾਨੀ ਕਿਰਪਾਲਤਾ ਕਰਨੀ ਹੈ। ਭਾਗਾਂ ਵਾਲਿਓ, ਵੱਧ ਤੋਂ ਵੱਧ ਸਮਾਂ ਲਾ ਲਓ, ਕਰੋ ਬੇਨਤੀ ਸੁਣੋ ਫਿਰ ਮੀਤਾ, ਸੰਤ ਟਹਿਲ ਕੇ ਵੇਲਾ ਇਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੇਲਾ। ਜ਼ਿੰਦਗੀ ਤਾਂ ਨਿਕਲਦੀ ਜਾ ਰਹੀ, ਸਮਾਂ ਤਾਂ ਦੌੜਿਆ ਜਾ ਰਿਹਾ ਹੈ, ਸਮਾਂ ਨਹੀਂ ਜੇ ਰੁਕਣਾ। ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰੀਏ, ਸਮਾਂ ਗੁਰੂ ਚਰਨਾਂ ਦੇ ਵਿੱਚ ਲਾਈਏ। ਅਗਲੀਆਂ ਵਿਚਾਰਾਂ ਕੱਲ ਨੂੰ ਕੀਤੀਆਂ ਜਾਣਗੀਆਂ। ਕੋਸ਼ਿਸ਼ ਕਰਾਂਗੇ ਆ ਪ੍ਰੋਗਰਾਮ ਮਨਾਇਆ ਜਾਏ, ਔਰ ਕੋਸ਼ਿਸ਼ ਕਰਾਂਗੇ ਉਸ ਪ੍ਰੋਗਰਾਮ ਦੇ ਵਿੱਚ ਦੁਨੀਆ ਦਾ ਕੋਈ ਚੰਗੇ ਤੋਂ ਚੰਗਾ ਰਾਗੀ, ਚੰਗੇ ਤੋਂ ਚੰਗਾ ਢਾਡੀ, ਚੰਗੇ ਤੋਂ ਚੰਗਾ ਕੋਈ ਕਵਿਸ਼ਰੀ, ਕਵਾਲ ਜਥਾ ਜਾਂ ਕੋਈ ਗੁਰੂ ਘਰ ਦਾ ਜਸ ਕਰਨ ਵਾਲਾ ਉਹ ਪਿੱਛੇ ਨਾ ਰਹਿ ਜੇ। ਸੱਚਖੰਡ ਹਜ਼ੂਰ ਸਾਹਿਬ ਵੀ ਇਹੀ ਤਿਆਰੀ ਕੀਤੀ ਜਾ ਰਹੀ ਹੈ। ਭਾਗਾਂ ਵਾਲੇ ਲਾ ਲਓ ਸਮਾਂ, ਲਾ ਲਓ ਸਮਾਂ, ਲਾ ਲਓ ਸਮਾਂ। ਮਹਾਂਪੁਰਖ ਕਹਿੰਦੇ ਹੁੰਦੇ ਸੀ, ਮਨ ਮੰਨਦਾ ਨਹੀਂ ਮੰਨਦਾ, ਮਨ ਟਿਕਦਾ ਨਹੀਂ ਟਿਕਦਾ, ਸਰੀਰ ਠੀਕ ਹੈ ਨਹੀਂ ਠੀਕ ਹੈ। ਮਾਫ ਕਰਨਾ, ਸੰਤ ਕਹਿੰਦੇ ਸੀ ਨਿਤਨੇਮ ਨਾ ਉਹਦਾ, ਔਖੇ ਹੋ ਕੇ ਸੌਖੇ ਹੋ ਕੇ ਜਿਹੜਾ ਕੀਤਾ ਜਾਵੇ ਉਹਦਾ ਨਾਂ ਨਿਤਨੇਮ ਹੈ। ਜੇ ਮਨ ਦੇ ਪਿੱਛੇ ਲੱਗੇ ਫੇਰ ਸਾਡਾ ਕੁਛ ਨਹੀਂ ਬਣਨਾ। ਮਨ ਤਾਂ ਕਹਿੰਦਾ ਕੋਈ ਨਹੀਂ, ਠਹਿਰ ਕੇ ਉੱਠ ਲਾਂਗੇ। ਜੇ ਉੱਠ ਪਵੇ ਕੋਈ ਨਹੀਂ, ਠਹਿਰ ਕੇ ਨਹਾ ਲਾਂਗੇ। ਜੇ ਨਹਾ ਵੀ ਲਿਆ ਠਹਿਰ ਕੇ ਨਿਤਨੇਮ ਕਰਦੇ ਪਹਿਲਾਂ ਚਾਹ ਪੀ ਲਈਏ। ਪਰ ਨਹੀਂ, ਜੇ ਲੱਗਾਂਗੇ ਗੁਰੂ ਦੇ ਪਿੱਛੇ ਫਿਰ ਸਾਡਾ ਕੁਝ ਬਣ ਜਾਏਗਾ। ਅਸੀਂ ਮਨ ਦੇ ਪਿੱਛੇ ਨਹੀਂ ਲੱਗਣਾ, ਆਪਾਂ ਗੁਰੂ ਦੇ ਪਿੱਛੇ ਲੱਗਣਾ। ਹੁਣ ਅਰਦਾਸ ਹੋਵੇਗੀ, ਤੂੰ